ਸਾਹਿਬ ਜੀ ਦੰਦੋਤ ਬੰਦਨ ਕਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਤੇ ਕਰ ਹੱਥ। ਵਾਹਿਗੁਰੂ ਸਾਹਿਬ ਜੀ ਤੀਰਤ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਹੀ ਕਰੀ ਜੇਤੀ ਸਿਰਠ ਪਾਈ ਵੇਖਾਂ ਬਿਨ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਗਿਆ ਬਖਸ਼ੋ ਸੰਗਤ ਪਿਆਰ ਨਸੀਸ ਬਖਸ਼ੋ ਵਾਹ ਪਿਆਰ ਨਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਮਹਾਰਾਜ ਸ਼ਬਦ ਜਪਜੀ ਸਾਹਿਬ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ। ਅੱਜ ਉਸ ਮਤ ਰਤਨਾ ਬਾਰੇ ਵਿਚਾਰ ਕਰਨ ਦੇ ਯਤਨ ਹੈ। ਗੁਰੂ ਸਾਹਿਬ ਕਿਰਪਾ ਕਰਨ। The jewels with the Guru gives. Guru ka shabd ratan hai हीरे जित जड़ाओ। The Guru shabd, the Guru's word is a हीरा, it's a jewel. So ਅੱਜ ਹੀਰੇ ਦੇ ਵਿਚਾਰ ਕਰਦੇ ਕਰਦੇ ਜੋ ਗੁਰ ਸ਼ਬਦ ਦੇ ਵਿੱਚ ਸਾਨੂੰ ਹੀਰੇ ਲੱਭਦੇ ਔਰ ਵਿਚਾਰ ਕੇ ਉਹ ਹੀਰੇ ਸਾਡੀ ਜ਼ਿੰਦਗੀ ਦਾ ਸ਼ਿੰਗਾਰ ਬਣਨ। ਸੋ ਅੱਜ ਨਹੀਂ ਆਪਣਾ ਜਿਹੜਾ ਟੌਪਿਕ ਹੈ ਅਸੀਂ 5 ਗੁਣਾਂ ਦੀ ਵਿਚਾਰ ਕਰੇ। ਗੁਣ ਮੀਨਸ virtues। ਜ਼ਿੰਦਗੀ ਜੀਣ ਦਾ ਇੱਕ ਢੰਗ ਆ। ਕੋਈ ਵੀ ਚੀਜ਼ ਔਰ ਕੋਈ ਢੰਗ ਤਰੀਕਾ ਹੁੰਦਾ ਆ, ਕੋਈ ਖੇਡਣ ਦਾ ਕੋਈ ਤਰੀਕਾ ਹੁੰਦਾ, is a skill of doing something। ਸੋ ਇਸ ਤਰ੍ਹਾਂ ਜ਼ਿੰਦਗੀ ਜੀਣ ਦਾ ਇੱਕ ਢੰਗ ਤਰੀਕਾ there's a way of living। ਤੇ ਗੁਰੂ ਸਾਹਿਬ ਸਾਨੂੰ ਗੁਣ ਬਖਸ਼ਿਆ। ਵਿਣ ਗੁਣ ਕੀਤੇ ਭਗਤ ਨਾ ਹੋਏ। without virtues we cannot even worship ਵਾਹਿਗੁਰੂ ਜੀ। ਗੁਣਾਂ ਤੋਂ ਬਗੈਰ ਭਗਤ ਹੀ ਨਹੀਂ। ਕਈ ਵਾਰੀ ਬੰਦੇ ਕਹਿੰਦੇ ਮੈਂ ਨਿਤਨੇਮ ਕਰਦਾ ਆ, ਮੈਂ ਸਿਮਰਨ ਕਰਦਾ, ਰਹਿਤ ਵੀ ਰੱਖੀ ਆ, ਪਰ ਕੋਈ ਪ੍ਰਾਪਤੀ ਨਹੀਂ। We do everything but there's no output। ਵਿਣ ਗੁਣ ਕੀਤੇ ਭਗਤ ਨ ਹੋਏ। ਗੁੱਸਾ ਵੀ ਕਰੀ ਜਾਣਾ ਆ, ਉੱਚਾ ਵੀ ਬੋਲੀ ਜਾਣਾ ਆ, ਲਾਲਚ ਵੀ ਕਰੀ ਜਾਣਾ ਆ, ਗੁਣ ਹੈ ਨਹੀਂ ਤਾਂ ਅਸੀਂ ਕਹਿੰਦੇ ਭਗਤੀ ਕਰ ਰਹੇ ਆ। ਸੋ ਪਾਤਸ਼ਾਹ ਬਹੁਤ ਵਿੱਚ ਕਲੀਅਰ ਆ। ਸੋ ਅੱਜ ਆਪਣਾ ਟੌਪਿਕ ਹੀ ਗੁਣ 5 ਗੁਣ ਚੁਣੇ ਆ, 5 virtues, ਉਹਦੇ ਵਿਚਾਰ ਕਰਨੇ ਆ। ਸੋ ਸਾਰੇ ਬੜਾ ਪਿਆਰ ਨਾਲ ਕਹੋ ਵਾਹਿਗੁਰੂ 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 ਵਾਹਿਗੁਰੂ। ਸੋ ਪਹਿਲਾ ਗੁਣ, the first ਗੁਣ is ਭਾਣਾ ਮੰਨਣਾ, acceptance। ਕਈ ਵਾਰੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਹੋ ਜਾਂਦੀਆਂ ਜੋ ਸਾਡੇ ਤੇ ਕੰਟਰੋਲ ਤੋਂ ਬਾਹਰ ਆ। We can't do anything about it। ਹੁਣ ਜ਼ਿਆਦਾ ਅਸੀਂ ਉਸ ਚੀਜ਼ ਨੂੰ ਡਿਨਾਈ ਕਰ ਸਕਦੇ ਹਾਂ। ਵੀ ਕੈਨ ਸੇ ਇਹ ਹੋਇਆ ਹੀ ਨਹੀਂ। ਜ਼ਿਆਦਾ ਅਸੀਂ ਚੀਜ਼ ਨੂੰ ਐਕਸੈਪਟ ਕਰ ਸਕਦੇ ਆ। ਭਾਣਾ ਮੰਨਣਾ, ਭਾਣਾ ਮੰਨਣਾ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਭਾਣਾ ਮੰਨਣ ਤੱਕ ਨਹੀਂ। ਜਪਜੀ ਸਾਹਿਬ ਜੋ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ। ਜਪਜੀ ਸਾਹਿਬ ਜੋ ਤਦ ਪਾਵੇ ਵਾਹਿਗੁਰੂ ਜੀ whatever is pleasing to you ਜੋ ਤਦ ਭਾਵ ਸਾਈ ਭਲੀ ਕਾ, ਉਹੀ ਮੈਨੂੰ ਚੰਗਾ ਲੱਗੇ ਰੱਬ ਜੀ ਜੋ ਤੈਨੂੰ ਚੰਗਾ ਲੱਗਦਾ ਹੈ। ਭਾਣਾ ਮੰਨਣਾ, ਕੱਲਾ ਭਾਣਾ ਮੰਨਣਾ ਨਹੀਂ ਤਾਂ ਇੱਕ ਅੱਗੇ ਵੀ ਆ। ਆਓ ਸਾਰੇ ਆਪਣੇ ਦੱਸਣਾ ਪਵਿੱਤਰ ਕਰਕੇ ਨਾਲ ਨਾਲ ਬੋਲਦੇ ਆ। ਗੁਰਬਾਣੀ ਕੱਲਾ ਇਹ ਨਹੀਂ ਕਹਿੰਦੀ ਭਾਣਾ ਮੰਨਣਾ ਜਸਟ ਟੂ ਐਕਸੈਪਟ। ਅੱਗੇ ਕੀ ਕਹਿੰਦੀ ਹੈ? ਭਾਣੇ ਨੂੰ ਕੀ ਕਰਨਾ? ਕੱਲਾ ਮੰਨਣਾ ਨਹੀਂ, ਕੀ ਕਰਨਾ ਨੂੰ ਮਿੱਠਾ ਕਰਕੇ ਮੰਨਣਾ। ਠੀਕ ਹੈ, ਟੂ ਐਕਸੈਪਟ ਇਸ ਵੀ ਬਹੁਤ ਫਰਕ ਆ। ਹੋਰ ਸਿੱਖੀ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸ ਰਹੀ ਆ। ਮਿੱਠਾ ਲੱਗੈ ਤੇਰਾ ਭਾਣਾ, ਮਿੱਠਾ ਲੱਗੈ ਤੇਰਾ ਭਾਣਾ। ਕਰੋ ਕਿਰਪਾ। ਮਿੱਠਾ ਲੱਗੈ ਤੇਰਾ ਭਾਣਾ, ਮਿੱਠਾ ਲੱਗੈ ਤੇਰਾ ਭਾਣਾ। ਦਇਆ ਕਰੋ ਨਾਨਕ ਗੁਣ ਗਾਵੇ। ਦਇਆ ਕਰੋ ਦਇਆ ਕਰੋ ਨਾਨਕ ਗੁਣ ਗਾਵੇ।
लगे तेरा पाना, मिठा लगे तेरा पाना, मिठा लगे तेरा पाना, मिठा लगे तेरा पाना। मेरे को बच्ची ने सवाल पूछा, जूम सैशन सी क्लास लगी सी ऐसी वीक, कहती दिस मीनस भाजी दैट जे मेरे बच्चे सिੱਖੀ ਨੂੰ ਫੋਲੋ ਨਹੀਂ ਕਰਦੇ, ਮੇਰੇ ਬੱਚੇ ਕੋਈ ਸ਼ਰਾਬ ਪੀ ਰਿਹਾ ਤੇ ਮੈਨੂੰ ਭਾਣਾ ਮੰਨਣਾ ਚਾਹੀਦਾ ਹੈ। ਸ਼ੁਡ ਆਈ ਐਕਸੈਪਟ ਦਾ ਮਾਈ ਚਿਲਡਰਨ, ਕੋਈ ਮੇਰਾ ਬੱਚਾ ਸਿਗਰਟ ਪੀਂਦਾ ਹੈ ਮੈਂ ਐਕਸੈਪਟ ਕਰਾਂ? ਬਹੁਤ ਵਧੀਆ ਸਵਾਲ ਹੈ। ਕਈ ਵਾਰੀ ਉਹਦੇ 'ਚ ਫਰਕ ਆ। ਗੁਰਬਾਣੀ 'ਚ ਇੱਕ ਸ਼ਬਦ ਆਉਂਦਾ, ਉਦਮ ਕਰੋ ਕਰਾਵੋ ਠਾਕੁਰ। ਪਹਿਲਾਂ ਕੀ ਸੀ? ਉਦਮ ਕਰੋ। ਉਦਮ means effort, I do effort, और फिर ਅੱਗਾ ਆਉਂਦਾ ਆ ਕਰਾਵੋ ਠਾਕੁਰ, ਫਿਰ ਰੱਬ ਜੀ ਕਰਦੇ। ਉਦਮ ਕਰਨਾ ਸਾਡਾ ਫਰਜ਼ ਹੈ। To do effort is our duty। ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਗੁਰੂ ਸਿੱਖ ਨਹੀਂ ਸੀ, ਸਿੱਖੀ ਦੇ ਮਾਰਗ ਤੇ ਨਹੀਂ ਤੁਰੇ ਨਹੀਂ। ਗੁਰੂ ਨਾਨਕ ਦੇਵ ਜੀ children didn't follow the Guru's path। ਹੋਰ ਐਗਜ਼ਾਮਪਲ ਲੱਭੀਏ। ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਵੱਡੇ ਪੁੱਤਰ ਜੀ ਦਾ ਨਾਮ ਸੀ ਬਾਬਾ ਪ੍ਰਿਥੀ ਚੰਦ। ਬਾਬਾ ਪ੍ਰਿਥੀ ਚੰਦ tried to kill ਗੁਰੂ ਅਰਜਨ ਦੇਵ ਜੀ and tried to kill ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਪਾਤਸ਼ਾਹ ਨੂੰ ਸ਼ਹੀਦ ਕਰਨ ਵਿੱਚ ਵੀ ਚਾਹੁੰਦਾ ਸੀ ਤੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਵੀ ਸ਼ਹੀਦ ਕਰਨਾ ਚਾਹੁੰਦੇ, ਬੜੇ ਯਤਨ ਕੀਤੇ, ਕੋਸ਼ਿਸ਼ ਕੀਤੀ। ਹੁਣ ਸੋਚਣ ਦੀ ਗੱਲ ਆ, ਕਿਹੜਾ ਮਾਂ-ਬਾਪ ਚਾਹੁੰਦਾ ਵੀ ਮੇਰਾ ਬੱਚਾ ਏਦਾਂ ਦਾ ਨਿਕਲੇ। ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਨਹੀਂ ਸੀ ਗੁਰਸਿੱਖ। ਬਾਬਾ ਸ੍ਰੀ ਚੰਦ ਨਹੀਂ, ਉਹਨਾਂ ਨੇ ਗੁਰਸਿੱਖੀ ਨਹੀਂ ਫੋਲੋ ਕੀਤੀ। ਬਾਬਾ ਪ੍ਰਿਥੀ ਚੰਦ ਨਹੀਂ ਫੋਲੋ ਕੀਤੀ। ਬਾਬਾ ਮਹਾਦੇਵ ਨੇ ਨਹੀਂ ਫੋਲੋ ਕੀਤੀ। ਉਹਨੇ ਤੇ ਗਾਹ ਨਿਆਣਿਆਂ ਨੇ ਨਹੀਂ ਫੋਲੋ ਕੀਤੀ। ਬੰਦੇ ਸਾਰੇ ਚਾਹੁੰਦੇ ਮੇਰੇ ਪੋਤੇ ਪੋਤੇ ਗੁਰਸਿੱਖ ਹੋਣ। ਜਿਹੜੇ ਹਰਜੀਤ ਸੀ, ਮਿਹਰਬਾਨ ਸੀ, ਉਹ ਤਾਂ ਗੁਰੂ ਘਰ ਦੇ ਦੁਖੀ, ਦੇ ਬਿਕੇਮ ਅਗੇਂਸਟ ਦ ਗੁਰੂ, ਆਪੋਜ਼ਿਟ। ਹੁਣ ਇਹਦੇ ਵਿੱਚ ਸਾਨੂੰ ਕੁਝ ਮੈਸੇਜ ਮਿਲਦਾ ਹੈ। as long as hand on heart, ਤੁਸੀਂ ਆਪਣੇ ਹੱਥ ਰੱਖ, ਦਿਲ ਤੇ ਹੱਥ ਰੱਖ ਕੇ ਕਹਿ ਸਕਦੇ ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਸਦਕਾ with your blessings, ਜਿੰਨੀ ਤੁਸੀਂ ਸੋਝੀ ਬਖਸ਼ੇ, ਪੂਰੀ ਕੋਸ਼ਿਸ਼ ਕੀਤੀ, ਆਪਣੀ ਸੇਵਾ ਨਿਭਾਈ, ਆਪਣੇ ਬੱਚੇ ਨੂੰ ਗੁਰਸਿੱਖ ਬਣਾਉਣ ਵਿੱਚ, ਪਰ ਉਹ ਸੇਵਾ ਕਰਨ ਦੇ ਬਾਵਜੂਦ, ਉਹ ਡਿਊਟੀ ਨਿਭਾਉਣ ਤੋਂ ਬਾਵਜੂਦ ਫਿਰ ਵੀ ਮੇਰੇ ਬੱਚੇ ਗੁਰਸਿੱਖ ਨਹੀਂ ਬਣੇ, ਤਾਂ ਇਹ ਫਿਰ ਕੀ ਕਰਨਾ ਪਊਗਾ? ਭਾਣਾ ਮੰਨਣਾ ਪਊਗਾ। then you have to accept। ਪਰ ਆਮ ਤੌਰ ਤੇ ਤਾਂ ਹੁੰਦਾ ਨਹੀਂ। ਕੀ ਹੁੰਦਾ ਹੈ, ਬਹੁਤ ਸਾਰੇ ਬੰਦੇ, ਬਹੁਤ ਗੁਰੂ ਘਰ ਤੋਂ ਪ੍ਰਚਾਰ ਹੁੰਦਾ ਅੰਮ੍ਰਿਤ ਛਕੋ। ਹੁਣ ਕੋਈ ਬੰਦਾ 50 ਸਾਲ ਦਾ ਹੋ ਗਿਆ, ਕਹਿੰਦਾ ਚਲੋ ਮੈਂ ਅੰਮ੍ਰਿਤ ਛਕ ਲੈਂਦਾ, ਪੈਸਾ ਬਹੁਤ ਸੋਹਣਾ ਤੇ ਪ੍ਰਚਾਰ ਕਰ ਜਾਂਗਾ, ਠੀਕ ਅੰਮ੍ਰਿਤ, ਠੀਕ ਹੈ ਜੀ। ਹੁਣ ਬਾਕੀ 50 ਸਾਲ ਘਰ ਵਿੱਚ ਤਾਂ ਗੁਰਸਿੱਖੀ ਮਾਹੌਲ ਹੀ ਨਹੀਂ ਰਹੀ ਸੀ। ਯੂ ਹੈਡ ਨੋ ਸਿੱਖੀ এনवायरमेंट 50 years before। ਹੁਣ ਤੁਹਾਡੇ ਬੱਚੇ ਨੇ ਆਸ ਰੱਖੀ ਪਏ ਸਾਡੇ ਬੱਚੇ ਗੁਰਸਿੱਖ ਬਣਨੀ ਹੈ, ਤਾਂ ਮੁਸ਼ਕਲ ਗੱਲ ਆ। To expect our children to be Gursikhs when we find Gursikhi later in life is very difficult। ਬੱਚਿਆਂ ਨੂੰ ਅਸੀਂ ਪਾਰਟੀਆਂ ਤੇ ਵੀ ਲੈ ਕੇ ਗਏ ਸੀ, ਘਰ ਸ਼ਰਾਬ ਵੀ ਪਈ ਹੁੰਦੀ ਸੀ, ਘਰ ਪਤਾ ਨਹੀਂ ਕਿੰਨਾ ਗੰਦ ਵਾਲ ਟੀਵੀ ਦੇਖਿਆ ਸੀ, ਕਿੰਨਾ ਕੁਛ ਅਸੀਂ ਆਲੇ ਦੁਆਲੇ ਸੀ ਕਿ ਉਹਨਾਂ ਦੇ ਲੋਕਾਂ ਦੇ ਘਰ ਫੰਕਸ਼ਨਾਂ ਤੇ ਲੈ ਕੇ ਗਏ, ਜਿਨ੍ਹਾਂ ਦੇ ਗਾਹਾਂ ਬੱਚੇ ਉਹ ਡਰੱਗ ਵੀ ਖਾਂਦੇ ਆ, ਜਾਂ ਉਹ ਬੱਚੇ ਉਹ ਸਿਗਰਟ ਵੀ ਪੀਂਦੇ ਆ, ਜਾਂ ਬੱਚੇ ਜਿਹੜੇ ਸ਼ਰਾਬ ਵੀ ਪੀਂਦੇ, ਘਰਾਂ 'ਚ ਸ਼ਰਾਬ ਪੀਂਦੇ ਆ। ਸਿੱਖੀ ਤੋਂ ਦੂਰ ਵਾਲੀਆਂ ਚੀਜ਼ਾਂ ਹੋ ਰਹੀਆਂ ਆ। ਤਾਂ ਫਿਰ ਅਸੀਂ ਸਮਝਦੇ ਪਤਾ ਨਹੀਂ ਸਾਡੇ ਬੱਚੇ ਕਿਉਂ ਨਹੀਂ ਸਿੱਖੀ 'ਚ। ਇਸ ਕਰਕੇ ਇਹ ਥੋੜ੍ਹੀ ਜਿਹੀ ਔਖੀ ਗੱਲ ਆ, ਸਾਨੂੰ ਮੰਨਣਾ ਪੈਣਾ ਆ। ਫਿਰ ਉਹ ਪਾਣੀ ਲੰਘ ਗਿਆ ਆ ਤੇ ਵਾਟ ਇਜ਼ ਗੋਨ, ਕੁਛ ਕਰ ਨਹੀਂ ਸਕਦੇ। ਇੱਕ ਮਾਤਾ ਜੀ ਨੇ ਮੈਨੂੰ ਫੋਨ ਆਇਆ ਸੀ, ਕਹਿੰਦੇ ਹੈ ਤਾਂ ਕਿਸੇ ਨੂੰ ਫੋਨ ਆਇਆ ਸੀ, ਉਹਨੇ ਮੇਰਾ ਨੰਬਰ ਦੇ ਦਿੱਤਾ, ਕਹਿੰਦੇ ਤੁਸੀਂ ਮਾਤਾ ਜੀ ਨੂੰ ਗੱਲ ਕਰ ਲਓ, ਤੇ ਮੇਰੇ ਤੋਂ ਨਹੀਂ, ਟਾਈਮ ਹੈ ਨਹੀਂ। ਮਾਤਾ ਜੀ ਕਹਿੰਦੇ ਵੀ ਮੇਰਾ, ਮੈਂ ਕਿਹਾ ਮਾਤਾ ਜੀ ਪ੍ਰੋਬਲਮ ਕੀ ਆ? ਕਹਿੰਦੇ ਮੇਰਾ ਮੁੰਡਾ ਜਿਹੜਾ ਆ ਉਹ ਪੁੱਠੇ ਪਾਸੇ ਲੱਗ ਗਿਆ। ਕਹਿੰਦੇ ਮੈਂ ਕੀ ਗੱਲ? ਕਹਿੰਦੇ ਆਪਣੇ ਕੇਸ ਕੱਟ ਰਿਹਾ ਆਪਣੇ, ਤਾਂ ਉਹ ਸਿਗਰਟ ਵੀ ਪੀ ਰਿਹਾ, ਸ਼ਰਾਬ ਵੀ ਪੀਂਦਾ, ਤੇ ਗਰਲਫ੍ਰੈਂਡ ਰੱਖੀ ਹੈ। ਮੈਂ ਕਿਹਾ ਬੜੀ ਸੌਰੀ ਟੂ ਹੀਅਰ। ਮੈਂ ਕਿਹਾ ਤੁਹਾਡਾ ਬੱਚੇ ਨੇ ਕੇਸ ਰੱਖੇ ਆ, ਮਤਲਬ ਪੱਗ ਦਾੜੀ ਰੱਖੀ ਹੈ? ਕਹਿੰਦੇ ਨਹੀਂ ਜੀ। ਤੇ ਮੈਨੂੰ ਸਮਝ ਨਾ ਆਵੇ ਕਿ ਉਹਨੇ ਕੇਸ ਕਿੱਦਾਂ ਕੱਟੇ। ਕਹਿੰਦੇ ਆਈਬਰੋ ਕੱਟਣ ਲੱਗ ਪਿਆ ਮੁੰਡਾ। ਮੈਂ ਕਿਹਾ ਅੱਛਾ। ਮੈਂ ਕਿਹਾ ਮਾਤਾ ਜੀ ਮਾਈਂਡ ਨਾ ਕਰੋ ਜੀ, ਇਹ ਸ਼ੇਵ ਕਰਕੇ ਤੁਹਾਨੂੰ ਦੁੱਖ ਨਹੀਂ ਲੱਗਦਾ, ਆਈਬਰੋ ਕਰਨੇ ਮੈਨੂੰ 19 ਦਾ ਫਰਕ ਕੀ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦਾ ਨਹੀਂ। ਫਿਰ ਮੈਂ ਕਿਹਾ ਚਲੋ ਨੈਕਸਟ ਗੱਲ ਆ ਮਾਤਾ ਜੀ। ਕਹਿੰਦੇ ਸਿਗਰਟ ਪੀਂਦਾ। ਮੈਂ ਕਿਹਾ ਸੌਰੀ ਟੂ ਹੀਅਰ। ਕਹਿੰਦਾ ਫਿਰ ਉਹ ਗਰਲਫ੍ਰੈਂਡ ਵੀ ਉਹਨੇ ਰੱਖੀ ਆ, ਉਹ ਸ਼ਰਾਬ ਇਕੱਠੇ ਪੀਂਦੇ ਆ। ਮੈਂ ਕਿਹਾ ਓਕੇ ਜੀ।
ਮੈਂ ਕਿਹਾ ਮਾਤਾ ਜੀ ਤੁਸੀਂ ਕੰਮ ਕੀ ਕਰਦੇ? ਅੰਦਰ ਫੁਰਨਾ ਆਇਆ ਸੇ ਵਟ ਯੂ ਡੂ ਫॉर ਲਿਵਿੰਗ। ਤੂੰ ਗੁੱਸਾ ਨਾ ਕਈ ਵਾਰੀ ਮੈਂ ਕਿਤੇ ਜਾਵਾਂ ਤਾਂ ਕੋਈ ਕਹਿੰਦਾ ਇਹਨੇ ਸਾਨੂੰ ਲਾ ਕੇ ਗੱਲ ਕੀਤੀ ਹੈ। ਮੈਂ ਕਿਸੇ ਨੂੰ ਪਰਸਨਲ ਨਹੀਂ ਜਾਣਦਾ ਤੁਸੀਂ ਕੀ ਕਰਦੇ। ਇਹ ਗੁਰਮਤਿ ਦੀ ਜਨਰਲ ਗੱਲ ਹੈ, ਜਿੱਥੇ ਮਰਜੀ ਜਾਵਾਂ ਉਹ ਕੋਈ ਗੱਲ ਹੁੰਦੀ ਆ। ਉਹ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਆਪਣਾ ਕੰਮ ਕੀ ਕਰਦੇ ਆ? ਗੁੱਸਾ ਨਾ ਗੁਰਮਤਿ ਆ। ਤਾਂ ਬੀਬੀ ਨੇ ਅੱਗੇ ਜਵਾਬ ਦਿੱਤਾ, ਸਾਡੀ ਨਿਊਜ਼ ਏਜੰਟ ਆ, ਨਿਊਜ਼ ਏਜੰਟ ਦੀ ਸ਼ਾਪ ਆ। ਮੈਂ ਕਿਹਾ ਠੀਕ ਹੈ। ਮੈਂ ਕਿਹਾ ਮਾਤਾ ਜੀ ਤੁਸੀਂ ਆਪ ਸਿਗਰਟ ਵੇਚਦੇ ਆ? ਤੁਸੀਂ ਕੀ ਵੇਚਦੇ ਆ? ਕਹਿੰਦੇ ਨਿਊਜ਼ਪੇਪਰ ਵੇਚਦੇ। ਮੈਂ ਕਿਹਾ ਸਿਗਰਟ ਵੀ ਵੇਚਦੇ ਆ? ਕਹਿੰਦੇ ਹਾਂਜੀ। ਮੈਂ ਕਿਹਾ ਮਾਤਾ ਜੀ ਸੌਰੀ, ਜਦੋਂ ਤੁਸੀਂ ਲੋਕਾਂ ਦੇ ਪੁੱਤਾਂ ਨੂੰ ਵੇਚਦੇ ਸੀ ਸਿਗਰਟਾਂ, ਫਿਰ ਨਹੀਂ ਤੁਹਾਨੂੰ ਦੁੱਖ ਨਹੀਂ ਲੱਗਾ? ਤਾਂ ਹੁਣ ਤੁਹਾਡਾ ਪੁੱਤ ਪੀਣ ਲੱਗ ਪਿਆ ਤਾਂ ਦੁੱਖ ਆ। ਤੁਸੀਂ ਸ਼ਰਾਬ ਲੋਕਾਂ ਦੇ ਪੁੱਤਾਂ ਨੂੰ ਵੇਚਦੇ ਰਹੇ, ਜਿਨ੍ਹਾਂ ਦੇ ਘਰ ਬਰਬਾਦ ਹੋ ਚੁੱਕੇ ਆ। ਮੇਰਾ ਕੰਮ ਹੀ ਆ, ਮੈਂ ਜਿਹਨਾਂ ਕੰਮ ਕਰਦਾ, ਮੁੰਡੇ ਜਿਹੜੇ ਜ਼ਿਆਦਾ ਸਿਗਰਟ ਕਰਕੇ, ਡਰੱਗ ਕਰਕੇ, ਸ਼ਰਾਬ ਕਰਕੇ ਘਰ ਹੀ ਉਹਨਾਂ ਦੇ ਖਰਾਬ ਹੋ ਜਾਂਦੇ ਵਿਚਾਰਿਆਂ ਦੇ। ਉਹ ਮਾਤਾ ਜੀ ਕਹਿੰਦੇ ਅਸੀਂ ਤਾਂ ਅਨਪੜ੍ਹ, ਹੋਰ ਕੀ ਕੰਮ ਕਰੀਏ? ਮੈਂ ਕਿਹਾ ਜਿੱਥੇ ਸ਼ਰਾਬ ਪੀਤੇ ਕੋਈ ਹੈਗਾ ਅਫਗਾਨਿਸਤਾਨ ਤੋਂ ਕਾਬੁਲ ਦੇ ਸੰਗਤਾਂ ਆਈਆਂ ਆ, ਉਹ ਮੋਬਾਈਲ ਫੋਨ ਸ਼ਾਪ ਹੁੰਦੇ ਆ, ਫੋਨ ਵਿੱਚ ਫੋਨ ਵੇਚ, ਐਕਸੈਸਰੀ, ਪਲਾਸਟਿਕ ਦੇ ਭਾਂਡੇ ਵੇਚ ਲਓ, ਕੁਝ ਵੀ ਹੈਗਾ ਜੇ ਤੁਸੀਂ ਨਹੀਂ ਹੋਰ ਕੋਈ ਕੰਮ ਕਰ ਸਕਦੇ ਆ। ਪਰ ਜਦੋਂ ਨਹੀਂ ਅਸੀਂ ਕਹਿੰਦੇ ਆ, ਅਸੀਂ ਮੰਨਦੇ ਆਪਣਾ ਗੁਨਾਹ, ਵੀ ਐਕਸੈਪਟ ਆਵਰ ਮਿਸਟੇਕ, ਬਟ ਵੀ ਸੇ ਬਟ ਉਹ ਤੇ ਮਹਾਰਾਜ ਮੈਂ ਅੰਮ੍ਰਿਤ ਵੇਲੇ ਨਹੀਂ ਉੱਠਿਆ, ਪਰ ਮਹਾਰਾਜ ਠੀਕ ਹੈ ਮੈਂ ਗਾਲ ਕੱਢੀ ਉਹ ਸਿੰਘ ਨੂੰ, ਪਰ ਉਹ ਤੇਰਾ ਮਤਲਬ ਹੈ ਜਿਹੜਾ ਪਰ ਕਹਿ ਕੇ ਨਹੀਂ ਗੁਰੂ ਦੇ ਸਾਹਮਣੇ ਕਹਿੰਦਾ ਬਟ ਉਹ ਇਹ ਵੱਡੀ ਗੱਲ ਆ। ਇਹ ਤੇ ਦੋਏ ਮਹਾਰਾਜ ਮੈਂ ਕੀਤਾ, ਤੂੰ ਮੈਨੂੰ ਬਖਸ਼ ਲਾ। ਇਹ ਤੇ ਇਹ ਘਰ ਆ ਤੇ ਮਹਾਰਾਜ ਮੈਂ ਕਹਿੰਦਾ ਵੀ ਤੂੰ ਮੈਨੂੰ ਸਮੱਤ ਬਖਸ਼, ਮੈਂ ਯੂ ਬਲੈਸ ਮੀ, ਮੈਂ ਫਸ ਗਿਆ, ਮੈਨੂੰ ਕੱਢ ਦੇ। ਇਹ ਗੁਰੂ ਨਾਨਕ ਦੇ ਘਰ ਦੇ ਸਿਧਾਂਤ ਹੈ। ਦਿਸ ਦ ਵੇ ਆਫ ਗੁਰੂ ਨਾਨਕ ਸਾਹਿਬ। ਸੋ ਭਾਣਾ ਮੰਨਣਾ, ਪੂਰੀ ਕੋਸ਼ਿਸ਼ ਕਰਨੀ ਆ, ਵੀ ਟਰਾਈ ਆਰ ਬੈਸਟ। ਜੌਬ ਇੰਟਰਵਿਊ ਬੰਦਾ ਗਿਆ, ਪੂਰੀ ਮਿਹਨਤ ਕਰਦਾ ਆ, ਕਈ ਵਾਰੀ ਜੌਬ ਨਹੀਂ ਮਿਲਦੀ ਤਾਂ ਬੰਦਾ ਰੋਈ ਜਾਵੇ ਮੈਂ ਆਹੀ ਜੌਬ ਲੈਣੀ ਸੀ। ਇਹ ਪਰ ਸਿੱਖੀ ਵਿੱਚ ਨਿੱਦਾ ਨਹੀਂ, ਭਾਣਾ ਮੰਨਣਾ। ਹੋ ਸਕਦਾ ਵਾਹਿਗੁਰੂ ਬਹੁਤ ਹੋਰ ਕੋਈ ਸੋਹਣਾ ਰੱਖਿਆ। ਇੱਕ ਮੈਂ ਗੋਰੀ ਦੀ ਕਹਾਣੀ ਪੜ੍ਹ ਰਿਹਾ ਸੀ, ਬੋਲੋ ਵਾਹਿਗੁਰੂ ਵਾਹਿਗੁਰੂ। ਗੋਰੀ ਨੇ ਬਹੁਤ ਦੁੱਖ ਦੇਖਿਆ, ਉਹਨੇ ਘਰ ਵਾਲਾ ਸ਼ਰਾਬ ਪੀਂਦਾ ਸੀ, ਘਰੋਂ ਬਾਹਰ ਕੱਢ ਦਿੱਤਾ, ਬੱਚੇ ਨਾਲ ਸੀ, ਬਹੁਤ ਦੁਖੀ ਸੀ, ਕ੍ਰਿਸਚਨ ਬੀਬੀ ਸੀ। ਤਾਂ ਕ੍ਰਿਸਚਨ ਬੀਬੀ ਕਹਿੰਦੀ ਵੀ ਮੇਰਾ ਜ਼ਿੰਦਗੀ ਦਾ ਇੱਕ ਲਾਈਫ ਐਕਸਪੀਰੀਅੰਸ ਆ, ਜਦੋਂ ਅਰਦਾਸ ਕਰਨ ਲੱਗੇ ਵੈਨ ਵੀ ਪ੍ਰੇ, 3 ਜਵਾਬ ਰੱਬ ਦਿੰਦਾ ਆ। ਮੈਨੂੰ ਬੀਬੀ ਦੀ ਗੱਲ ਬੜੀ ਚੰਗੀ ਲੱਗੀ। ਇੱਕ ਜਵਾਬ ਹੈਗਾ ਆ, ਅਰਦਾਸ ਕੀਤੀ ਵੀ ਪ੍ਰੇ ਫॉर ਸਮਥਿੰਗ, ਅਰਦਾਸ ਕੀਤੀ ਤਾਂ ਵਾਹਿਗੁਰੂ ਜੀ ਨੇ ਕਹਿ ਦਿੱਤਾ ਹਾਂ ਮੈਂ ਤੈਨੂੰ ਦੇ ਦੂੰਗਾ, ਯੈਸ, ਠੀਕ ਹੈ। ਤਾਂ ਦੂਜਾ ਆਨਸਰ ਆ ਨੋ, ਨਹੀਂ, ਇਹ ਵੀ ਹੋ ਗਿਆ, ਨਹੀਂ ਮਿਲਣਾ। ਪਰ ਉਹਨੇ ਲਿਖਣ ਵਿੱਚ ਬਹੁਤ ਸੋਹਣਾ ਉਹਨੇ ਲਿਖਿਆ, ਆਪਣਾ ਐਕਸਪੀਰੀਅੰਸ ਲਿਖਿਆ। ਇੱਕ ਵਿੱਚ ਲਿਖਿਆ ਤੇ ਹਾਂ ਮੈਂ ਤੈਨੂੰ ਦੇ ਦੂੰਗਾ, ਦੂਜਾ ਆਇਆ ਨਾ, ਪਰ ਨਾ ਵਿੱਚ ਵੀ ਬੜੇ ਪਿਆਰਾ ਬੀਬੀ ਨੇ ਲਿਖਿਆ ਆ, ਸੋਝੀ ਦੀ ਗੱਲ ਆ, ਭਾਣਾ ਮਿੱਠਾ ਕਰਕੇ ਮੰਨਣ ਦੀ ਨਿਸ਼ਾਨੀ ਆ, ਐਕਸੈਪਟਿੰਗ ਵਾਹਿਗੁਰੂ ਜੀ ਵਿਲ ਸਵੀਟਲੀ। ਇੱਕ ਚ ਇਹ ਲਿਖਿਆ ਆ ਇੱਕ ਸੀ ਹਾਂ ਮਿਲ ਜੂਗਾ, ਇੱਕ ਸੀ ਹਾਂ ਪਰ ਹਜੇ ਨਹੀਂ, ਯੈਸ ਬਟ ਨੋਟ ਦ ਮੋਮੈਂਟ, ਹਾਂ ਪਰ ਹਜੇ ਨਹੀਂ, ਟਾਈਮ। ਤੇ ਇੱਕ ਗੱਲ ਆ, ਰੱਬ ਦੇ ਟਾਈਮ ਤੇ ਸਾਡੇ ਟਾਈਮ 'ਚ ਫਰਕ ਆ। ਵਾਹਿਗੁਰੂ ਗਿਵ ਸਮਥਿੰਗ ਇਨ ਹਿਸ ਟਾਈਮ, ਵਾਹਿਗੁਰੂ's time, our time are different। ਹਾਂ ਮਿਲ ਗਿਆ, ਸੈਕੰਡ ਇਜ਼ ਹਾਂ ਪਰ ਹਜੇ ਨਹੀਂ, ਨੋਟ ਯੈਟ। ਤੇ ਤੀਜਾ ਆ ਗਿਆ ਨਹੀਂ, ਨਾ। ਪਰ ਬੜਾ ਪਿਆਰਾ ਬੀਬੀ ਭਾਣਾ ਮੰਨਣ ਦੀ ਨਿਸ਼ਾਨੀ, ਉਹਦੇ 'ਚ ਉਹਨੇ ਲਿਖਿਆ ਮੈਨੂੰ ਇਹ ਮਹਿਸੂਸ ਹੋਇਆ ਜ਼ਿੰਦਗੀ ਵਿੱਚ, ਆਈ ਐਕਸਪੀਰੀਅੰਸ ਦਿਸ ਫਰਮ ਲਾਈਫ, ਪਰ ਰੱਬ ਜੀ ਦਾ ਅੱਜ ਤੇ ਨਾ ਵੀ ਆ, ਉਹਦੇ ਵਿੱਚ ਇਹ ਨਹੀਂ, ਮੈਂ ਤੇਰੇ ਲਈ ਹੋਰ ਕੁਝ ਵਧੀਆ ਰੱਖਿਆ ਆ, ਆਈਵ ਗॉट ਸਮਥਿੰਗ ਬੈਟਰ ਫॉर ਯੂ। ਆ ਨਹੀਂ ਮੈਂ ਤੈਨੂੰ ਨਹੀਂ ਦੇਣਾ, ਮੈंने तेरे को होर कुछ रखा है, भाणा मनना। सो यह पहला अपना गुण है, भाणा मनना। अगे जाते हैं, ये सारे गुण थोड़े इंटरग्रेटेड है, तो गुरु कृपा करे। बोलो वाहिगुरु वाहिगुरु वाहिगुरु। पॉजिटिव थिंकिंग, चढ़ती कला सोच रखनी, गुरबाणी। एक चीज़ आ साइकोलॉजिस्ट कहते हैं जे अपने फोर्स ने ख्याल जिहड़े आ वो बंदा खत्म नहीं कर सकता, कि साइकोलॉजिस्ट इदां लिखदे आ फोर्ट ने जे अपने दिमाग में डोंट थिंक, सोचना, तो ये कहते इदां नहीं मिटदे, दे कांट डिस्ट्रॉय फोर्ट्स। कहते एक जिहड़ा ख्याल भी नैगेटिव फोर्ट आ उन्होंने तुसीं मटा नहीं सकदी, कांट डिलीट अ फोर्ट।
ਪਰ ਤੁਸੀਂ ਉਸ ਇੱਕ ਖਿਆਲ ਨੂੰ ਇੱਕ ਹੋਰ ਕਿਸੇ ਖਿਆਲ ਨਾਲ ਤੁਸੀਂ ਇਹਨੂੰ ਰਿਪਲੇਸ ਕਰ ਸਕਦੇ ਆ। ਇੱਕ ਜਿਹੜਾ ਸਾਡੇ ਅੰਦਰ ਜਿਹੜੀ ਸੋਚ ਆ ਉਹ ਇੱਕ ਹੋਰ ਕਿਸੇ ਸੋਚ ਦੇ ਨਾਲ ਤੁਸੀਂ ਉਹਦੇ ਉੱਪਰ ਲਾ ਦਿਓ ਤਾਂ ਉਹ ਚੀਜ਼ ਜਿਹੜੀ ਆ ਉਹ 'ਚ ਕਨਵਰਟ ਹੋ ਜਾਂਦੀ ਆ। You can't destroy a thought, but you can replace a thought. ਹੋਰ ਕਿਸੇ ਚੀਜ਼ ਤੇ ਇੱਕ ਹੋਰ ਖਿਆਲ ਹੀ ਖਿਆਲ, ਸੋਚ ਹੀ ਸੋਚ ਦਾ ਮੁਕਾਬਲਾ ਕਰ ਸਕਦੇ। A thought can only kill another thought, not you can just do it by yourself. ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਬੜੀ ਸੋਚ ਬਖਸ਼ਦੇ ਆ ਸਾਰੀ ਗੁਰਬਾਣੀ। ਜਪਜੀ ਸਾਹਿਬ ਐਗਜ਼ਾਮਪਲ ਲੈ ਲਈਏ। ਜਪਜੀ ਸਾਹਿਬ ਚ ਆਉਂਦਾ ਆ ਕਿਤਿਆਂ ਦੁੱਖ ਭੂਖ ਸਦ ਮਾਰ, ਸਾਰੀ ਕਰੋ ਕਿਰਪਾ। ਕਿਤਿਆਂ ਦੁੱਖ ਭੂਖ ਸਦ ਮਾਰ, ਅੱਗੇ ਆ ਇਹ ਬਹਿਦਾਤ ਤੇਰੀ ਦਾਤਾ। ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ ਸੋਚ। ਕੋਈ ਬੰਦਾ ਕਹੇ ਪਾਤਸ਼ਾਹ ਮਾਈ ਲਾਈਫ ਬੀਨ ਵੈਰੀ ਹਾਰਡ, ਮੇਰੀ ਜ਼ਿੰਦਗੀ ਬਹੁਤ ਔਖੀ ਰਹੀ ਆ। ਜਪਜੀ ਸਾਹਿਬ ਕੀ ਤੁਹਾਨੂੰ ਰੀਥਿੰਕ ਕਰ ਦਿੱਤਾ, ਕਹਿੰਦੇ ਪੁੱਤ ਏਦਾਂ ਰੀਟ੍ਰੇਨ ਆਪਣਾ ਮਾਈਂਡ ਕਰ। ਕਿਤਿਆਂ ਦੁੱਖ, ਕਿੰਨਾ ਦੁੱਖ, ਦੁੱਖ ਸਫਰਿੰਗ, ਭੂਖ ਡੈਪਰੀਵੇਸ਼ਨ ਤੇ ਹੁੰਦੇ ਆਪਣੀ ਇੱਛਾਵਾਂ, ਆਵਰ ਡਿਜ਼ਾਇਰਸ, ਅਨਫੁਲਫਿਲਡ ਡਿਜ਼ਾਇਰਸ, ਹੈ ਨਾ, ਭੁੱਖ ਇਹ। ਕਿਤਿਆਂ ਦੁੱਖ ਭੂਖ ਸਦ ਮਾਤ, ਇਹਨਾਂ ਕਰਕੇ ਮੇਰੇ ਦੁੱਖਾਂ ਕਰਕੇ ਭੁੱਖਾਂ ਕਰਕੇ ਮੈਨੂੰ ਮਾਰ ਪੈ ਰਹੀ ਆ, ਪਰ ਸੱਚੇ ਪਾਤਸ਼ਾਹ ਇਹ ਵੀ ਤੇਰੀ ਦਾਤ ਆ। ਫਿਰ ਰਹਿਰਾ ਸਾਹਿਬ ਦਾ ਪਾਠ ਸ਼ਾਮ ਨੂੰ। ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ ਸੋਚ। ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨ ਹੋਈ। ਪੋਜ਼ਿਟਿਵ ਥਿੰਕਿੰਗ। ਦੁੱਖ ਦਾਰੂ, ਦਾਰੂ ਹੁੰਦੀ ਨਾ। ਮੁੰਡੇ ਨੂੰ ਪੁੱਛਿਆ ਦਾਰੂ ਕੀ ਹੁੰਦੀ ਆ, ਤਾਂ ਮੁੰਡਾ ਕਹਿੰਦਾ ਸ਼ਰਾਬ। ਫਰਾਈਡੇ ਦੀ ਗੱਲ ਹੈ, ਮੁੰਡੇ ਪੁੱਛ ਰਿਹਾ ਸੀ, ਜੇ ਗੱਲਾਂ ਕਰਦੇ ਸੀ। ਮੈਂ ਕਿਹਾ ਦਾਰੂ ਕੀ ਹੁੰਦੀ, ਕਹਿੰਦੇ ਸ਼ਰਾਬ। ਮੈਂ ਕਿਹਾ ਲੋਕਾਂ ਨੇ ਸ਼ਰਾਬ ਬਣਾਈ ਦਿੱਤੀ ਦਾਰੂ ਨੂੰ, ਦਾਰੂ ਦਾ ਸ਼ਰਾਬ ਨਹੀਂ ਸੀ, ਪਰ ਜਿਹੜੇ ਪੀਣ ਵਾਲੇ ਨਹੀਂ ਸੀ, ਪੀਣ ਵਾਲੇ ਵਰਡ ਨੂੰ ਹਾਈਜੈਕ ਕਰ ਲਿਆ। ਦਾਰੂ ਮੀਨਸ ਮੈਡੀਸਨ, ਦਵਾਈ। ਤਾਂ ਲੋਕਾਂ ਨੇ ਵੀ ਇਹ ਸ਼ਰਾਬ ਪੀ ਕੇ ਕਹਿੰਦੇ ਨੇ ਅਸੀਂ ਦਵਾਈ ਪੀ ਰਹੇ ਆ ਜੀ, ਹਨਾ, ਅਸੀਂ ਦਵਾਈ ਦੇ ਰੂਪ ਚ ਪੀਂਦੇ ਆ ਦਾਰੂ। ਸੋ ਦਾਰੂ ਦਾ ਮੀਨਸ ਮੈਡੀਸਨ। ਦੁੱਖ ਦਾਰੂ, the suffering become medicine। ਕਿੰਨੀ ਪੋਜ਼ਿਟਿਵ ਥਿੰਕਿੰਗ ਆ। ਭੈਣ ਜੀ ਤੁਸੀਂ ਦੁਖੀ ਆ, ਵੀਰ ਜੀ ਤੁਸੀਂ ਦੁਖੀ ਆ, ਨਹੀਂ ਦੁੱਖ ਦਾਰੂ ਨਹੀਂ, ਮੈਨੂੰ ਰੱਬ ਜੀ ਦਵਾਈ ਦੇ ਰਿਹਾ। ਦਵਾਈ ਹੁੰਦੀ ਆ ਆਪਣੇ ਆਪ ਨੂੰ ਠੀਕ ਕਰਨ ਵਾਸਤੇ। ਮੈਨੂੰ ਚੜ੍ਹਦੀ ਕਲਾ ਸੋਚ ਆ। ਦੁੱਖ ਦਾਰੂ ਦੀ ਗੱਲ ਹੋ ਰਹੀ ਸੀ। ਇੱਕ ਮੁੰਡਾ ਆਇਆ, ਉਹਨੇ ਮੈਂ ਗੱਲ ਕਰ, ਥੋੜਾ ਡਿਪਰੈਸ ਸੀ। ਇੱਕ ਬੰਦਾ ਆਇਆ, ਇਹ ਕੋਲ ਪੱਥਰ ਆ ਸਾਹਮਣੇ, ਤੁਰ ਧਿਆਨ ਦਿਓ, ਬੋਲੋ ਵਾਹਿਗੁਰੂ। ਇੱਕ ਪੱਥਰ ਆ, there's a rock। ਤਾਂ ਪੱਥਰ ਦੇ ਸਾਹਮਣੇ ਇੱਕ ਬੰਦਾ ਖੜਾ ਆ, ਤੇ ਉਹਦੇ ਹੱਥ ਵਿੱਚ ਹਥੌੜੀ ਆ, ਇਸ ਕੋ sledgehammer। ਤਾਂ ਉਹ ਇਸ ਤਰ੍ਹਾਂ ਮਾਰ ਰਿਹਾ। ਤਾਂ ਬੰਦਾ ਦੇਖਣ ਵਾਲਾ ਪਤਾ ਨਹੀਂ ਕਿਹੜਾ ਕਮਲਾ ਬੰਦਾ ਮਾਰੀ ਜਾਂਦਾ ਆ। ਕੋਈ ਸਿਆਣਾ ਬੰਦਾ ਸੀ ਤੇ ਕਹਿੰਦਾ ਨਹੀਂ ਮੈਂ ਥੋੜਾ ਜਿਹਾ ਸਬਰ ਕਰਾਂ, ਮੈਂ ਪਿੱਛੋਂ ਮੈਂ ਦੇਖੀ ਜਾਵਾਂ ਕੀ ਕਰਦਾ ਕੀ ਆ। ਉਹ ਕਹਿੰਦਾ ਪਤਾ ਨਹੀਂ ਕਿਉਂ ਗੁੱਸਾ ਕੱਢੀ ਜਾਂਦਾ ਆ। ਉਹ ਬਾਅਦ ਪਤਾ ਲੱਗਦਾ ਉਹ ਬੁੱਤ ਬਣਾ ਰਿਹਾ, ਮੇਕਿੰਗ ਅ ਸਕਲਪਚਰ। ਉਹ ਬੁੱਤ ਬਣਾ ਰਿਹਾ ਸੀ। ਜ਼ਿੰਦਗੀ ਵਿੱਚ ਸਾਡਾ ਦੁੱਖ ਜਿਹੜੇ ਹਥੌੜੀ ਵਾਂਗ ਆ, ਆਵਰ ਸਫਰਿੰਗ ਇਜ਼ ਲਾਈਕ ਅ ਹੈਮਰ। ਤਾਂ ਅਸੀਂ ਹੈਗੇ ਪੱਥਰ ਵਰਗੇ। ਤੇ ਕਈ ਵਾਰ ਏਦਾਂ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਮਾਰ ਪਈ ਜਾਂਦੇ ਆ, ਪਰ ਜੇ ਦੁੱਖ ਦਾਰੂ ਵਾਲੀ ਸੋਚ ਵਾਲਾ ਜਿਹੜਾ ਹੋਵੇਗਾ ਪਿਆਰਾ, the one who takes on the Guru's positive thinking, ਚੜ੍ਹਦੀ ਕਲਾ ਸੋਚ, ਉਹਨੂੰ ਆਪਣੇ ਜ਼ਿੰਦਗੀ ਦੇ ਦੁੱਖ ਏਦਾਂ ਲੰਘੇ ਫਿਰ ਪਾਤਸ਼ਾਹ ਤੁਸੀਂ ਮੈਨੂੰ ਬਹੁਤ ਸੋਹਣਾ ਘੜ ਰਹੇ ਆ। ਕੜੀਆ ਸੁਰਤ ਮਤ ਮਨ ਬੁੱਧ, ਬਹੁਤ ਸੋਹਣਾ ਤੁਸੀਂ ਮੇਰੇ ਸੁਰਤ ਨੂੰ ਘੜ ਰਹੇ ਸੱਚੇ ਪਾਤਸ਼ਾਹ। ਯੂ ਆਰ ਸ਼ੇਪਿੰਗ ਮਾਈ ਕੌਨਸ਼ੀਅਸਨੈਸ, ਤੁਸੀਂ ਮੇਰੀ ਬੁੱਧੀ ਨੂੰ, ਮਾਈ ਵਿਜ਼ਡਮ, ਤੁਸੀਂ ਉਹਨੂੰ ਘੜ ਰਹੇ ਆ ਲਾਈਕ ਅ ਸਕਲਪਚਰ। ਜਿਸ ਤਰ੍ਹਾਂ ਇੱਕ ਬੰਦਾ ਆਰਟਿਸਟ ਆ ਆਪਣਾ ਹਥੌੜੀ ਨਾਲ ਘੜ ਰਿਹਾ ਕਿਸੇ ਪੱਥਰ ਨੂੰ, ਤੇ ਇੱਕ ਦੁੱਖ ਜਿਹੜਾ ਆ ਇਹ ਮੇਰੀ ਦਵਾਈ ਰੂਪ ਚ ਮੇਰੀ ਜ਼ਿੰਦਗੀ ਨੂੰ ਹੋਰ ਸੋਹਣੀ ਬਣਾ ਰਿਹਾ। ਤੇ ਕਈ ਵਾਰੀ ਬੰਦਾ ਦੁੱਖ ਦੇ ਵੇਲੇ ਉਹਨੂੰ ਜਿਹੜਾ ਸੁੱਖ ਦਾ ਰਾਹ ਹੀ ਦੁੱਖ ਵੇਲੇ ਮਿਲਿਆ ਹੁੰਦਾ, ਜਿਹੜੇ ਉਹਦੇ ਭਾਗ ਜਾਗਦੇ ਹੀ ਹੁੰਦੇ ਦੁੱਖ ਦੇ ਵੇਲੇ। ਸੋ ਸਮਟਾਈਮਸ ਗੁੱਡ ਓਪਰਚੁਨਿਟੀਜ਼ ਕਮ ਇਨ ਦ ਲੋਸਟ ਪੁਆਇੰਟ ਆਫ ਆਵਰ ਲਾਈਫ। ਆਓ ਮੈਂ ਤੁਹਾਨੂੰ ਇੱਕ ਸਟੋਰੀ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ। ਇੱਕ ਬੰਦਾ ਜਿਹੜਾ ਜਿਹੜੀ ਤੁਸੀਂ ਫੋਟੋ ਦੇਖ ਸਕਦੇ, ਹੰਗਰੀ ਦਾ ਬੰਦਾ ਆ। ਤਾਂ ਇਹ ਆਰਮੀ ਵਿੱਚ ਸੀ, ਤਾਂ ਇਹ ਵਰਲਡ ਕਲਾਸ ਪਿਸਟਲ ਸ਼ੂਟਰ ਸੀ। ਤਾਂ ਇਹ 1936 ਦੇ ਵਿੱਚ ਇਹਨੂੰ ਆਪਣਾ ਹੀ ਵਾਸ ਕੰਸੀਡਰਡ 1936 ਦਾ ਬੈਸਟ ਇਨ ਹੰਗਰੀ, ਬੈਸਟ ਪਿਸਟਲ ਸ਼ੂਟਰ ਹੰਗਰੀ ਦੇ ਵਿੱਚ, ਯੂਰਪ ਦੇ ਆਪਣੇ ਦਾ ਮੁਲਕ ਹੈ। ਫਿਰ ਉਹਨੇ 1936 ਦੇ ਵਿੱਚ ਇਹਨੇ ਓਲੰਪਿਕਸ ਵਿੱਚ ਜਾਣਾ ਸੀ, ਪਰ ਇਹਨੂੰ ਜਾਣ ਨਹੀਂ ਦਿੱਤਾ because he was in the army। ਕਹਿੰਦੇ ਆਰਮੀ ਵਾਲਾ ਬੰਦਾ ਓਲੰਪਿਕਸ ਵਿੱਚ ਨਹੀਂ ਜਾ ਸਕਦਾ। So he had to,
ही वाज नॉट एबल टू। वो कहते चलो मैं नेक्स्ट टाइम मैं ट्रेनिंग में शुरू कर ली, पर 2 साल बाद सम एक्सीडेंट हैपन्स। 2 साल बाद की हुंदा 1938 1938 38 की हुंदा आ, ਉਹਦੇ ਹੱਥ ਵਿੱਚ ਗ੍ਰੇਨੇਡ ਸੀ ਤਾਂ ਉਹ ਗਲਤੀ ਦੇ ਨਾਲ ਉਹ ਚੱਲ ਪਿਆ। ਦ ਗ੍ਰੇਨੇਡ ਵੈਂਟ ਆਫ ਬਾਈ ਮਿਸਟੇਕ ਇਨ ਹਿਸ ਹੈਂਡ। ਤਾਂ ਉਹਦਾ ਜਿਹੜਾ ਹੱਥ ਜਿਹੜਾ ਆ ਉਹ ਜਿਹੜਾ ਸਾਰਾ ਜਿਹੜਾ ਉਹ ਵੱਢਿਆ ਗਿਆ, ਹਿਸ ਹੈਂਡ ਕੇਮ ਆਫ। ਹੁਣ ਇਹ ਟ੍ਰੇਨਿੰਗ ਕਰਦਾ ਸੀ, ਮੈਂ 올림픽ਸ ਵਿੱਚ ਜਾਣ ਆਇਆ, ਗੋਲਡ ਮੈਡਲਿਸਟ ਸੀ ਸ਼ੂਟਿੰਗ ਦੇ ਵਿੱਚ। ਹੁਣ ਆਮ ਬੰਦਾ ਕੀ ਸੋਚੂਗਾ, ਹਿਸ ਡ੍ਰੀਮਸ ਔਰ ਸੁਪਨਾ ਜਿਹੜੇ ਆ ਉਹ ਖਤਮ ਹੈ। ਤਾਂ ਬੰਦਾ ਕਹਿਣ ਲੱਗਾ ਨਹੀਂ ਭੈਣ ਜੀ ਮੈਂ ਤਾਂ ਇੰਨਾ ਵਿਚਾਰ ਆਇਆ, ਆਈ ਐਮ ਯੂ ਫੀਲ ਵਿਕਟਿਮ ਆਫ ਲਾਈਫ। ਤੁਹਾਨੂੰ ਪਤਾ ਮੈਂ ਵਿਚਾਰ ਆਇਆ, ਮੇਰੇ ਤਾਂ ਬਹੁਤ ਵੱਡੇ ਵੱਡੇ ਸੁਪਨੇ ਸੀ ਪਰ ਰੱਬ ਤਾਂ ਖੋਹ ਕੇ ਲੈ ਗਿਆ। ਗੋਡ ਇਜ਼ ਟੇਕਨ ਅਵੇ ਮਾਈ ਡ੍ਰੀਮਸ। ਬੰਦਾ ਇਹ ਆਮ ਬੰਦਾ ਹੀ ਕਹਿੰਦਾ ਹੈ। ਸੋ ਦੇਖੋ ਸਾਡਾ ਮੁੰਡਾ ਤਾਂ ਬਹੁਤ ਕਿੰਨੀ ਵੱਡੀ ਉਹਦੀ ਕਿੰਨੇ ਵੱਡੇ ਵੱਡੇ ਉਹਨੇ ਰੱਖੇ ਸੀ, ਸੁਪਨੇ ਰੱਖੇ ਸੀ, ਕਿੰਨੀ ਵੱਡੀ ਆਸਾਂ ਰੱਖੀਆਂ ਸੀ, ਬਿਗ ਹੋਪਸ, ਪਰ ਸਾਡਾ ਵਿਚਾਰਾ ਮੁੰਡੇ ਦੀ ਜ਼ਿੰਦਗੀ ਹੁਣ ਖਤਮ ਹੋ ਗਈ, ਉਹਦਾ ਹੱਥ ਚਲੇ ਗਿਆ। ਨੋਬਲ ਸੋਚ। ਮੈਨੂੰ ਲੱਗਾ ਜਿਹੜੇ ਗੁਰਸਿੱਖੀ ਸੋਚਦੇ, ਇੱਕ ਬਹੁਤ ਸੋਹਣਾ ਹੈ, ਬੰਦਾ ਗੁਰਸਿੱਖ ਨਹੀਂ ਪਰ ਇੱਕ ਬਹੁਤ ਸੋਹਣਾ ਐਗਜ਼ਾਮਪਲ ਆਪਣੇ ਟੌਪਿਕ ਦੇ ਨਾਲ ਜੁੜਦਾ ਆ। ਦੁਖਦਾਰੂ ਸੁਖ ਰੋਗਿਆ, ਦੁਖਦਾਰੂ ਕਿਤੇ ਆ ਦੂਖ ਭੂਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ। ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ ਸੋਚ। ਹੁਣ ਇੱਕ ਤਾਂ ਇਹ ਹੋ ਗਿਆ ਮੇਰੀ ਜ਼ਿੰਦਗੀ ਖਤਮ ਹੈ, ਮੈਂ ਘਰ ਬਹਿ ਜਾਵਾਂ। ਇੱਧਰ ਦੇ ਬੰਦੇ ਕਹਿਣਗੇ ਮਾਇਲ ਕ੍ਰਾਈਮ ਬੈਨੀਫਿਟਸ, ਬੈਨੀਫਿਟ ਮੈਂ ਤਾਂ ਕੰਮ ਵੀ ਨਹੀਂ ਕਰ ਸਕਦਾ, ਮੇਰੇ ਤਾਂ ਹੱਥ ਹੀ, ਉਹ ਵੀ ਸੱਜਾ ਹੱਥ, ਦ ਮੇਨ ਹੈਂਡ, ਰਾਈਟ ਹੈਂਡ। ਪਰ ਇਹਨੇ ਪਤਾ ਕੀ ਕੀਤਾ, ਪੋਜ਼ਿਟਿਵ ਥਿੰਕਿੰਗ। ਜੇ ਰੱਬ ਇੱਕ ਹੱਥ ਲੈ ਗਿਆ ਤਾਂ ਰੱਬ ਨੇ ਇਹ ਨਹੀਂ, ਰੱਬ ਨੇ ਲੈ ਕੇ ਗਿਆ, ਵਾਸ ਗॉड ਟੇਕਨ ਫਰਮ ਮੀ, ਰੱਬ ਨੇ ਕੀ ਦਿੱਤਾ। ਇਹ ਫੋਟੋ ਹੈ ਜੀ, ਆਪਣੇ ਸੱਜੇ ਹੱਥ ਦੇ ਨਾਲ ਨਹੀਂ ਪਿਸਟਲ ਚਲਾ ਰਿਹਾ, ਖੱਬੇ ਹੱਥ ਨਾਲ, ਵਿਦ ਹਿਸ ਲੈਫਟ ਹੈਂਡ। ਇਹਨੇ 2 ਸਾਲਾਂ ਵਿੱਚ ਇੰਨੀ ਟ੍ਰੇਨਿੰਗ ਕੀਤੀ, ਇਹਨੇ 1940 ਦੇ ਵਿੱਚ 올림픽ਸ ਵਿੱਚ ਉਹ ਜਾਣਾ ਚਾਹੁੰਦਾ ਸੀ, ਪਰ ਇਹ 1940 ਜਿਹੜਾ 1940 ਤਾਂ 44 ਦਾ ਜਿਹੜਾ 44 ਦਾ ਜਿਹੜਾ ਆਪਣਾ 올림픽ਸ ਉਹ ਕੈਂਸਲ ਹੋ ਗਈ ਸੀ ਵਰਲਡ ਵਾਰ 2 ਕਰਕੇ। ਉਹ ਟ੍ਰੇਨ ਕਰਦਾ ਰਿਹਾ ਤਾਂ 1948 10 ਸਾਲ ਬਾਅਦ, 10 years since his hand has come out, 10 ਸਾਲ ਬਾਅਦ ਜਦੋਂ ਐਕਸੀਡੈਂਟ ਹੋਇਆ ਤਾਂ 10 ਸਾਲਾਂ ਵਿੱਚ ਜਦੋਂ 올림픽ਸ ਵਿੱਚ ਗਿਆ ਨੰਬਰ 1 ਗੋਲਡ ਮੈਡਲਿਸਟ ਨਿਕਲਿਆ ਸ਼ੂਟਿੰਗ ਦੇ ਵਿੱਚ। ਬਾਕੀ ਬੰਦੇ ਰਾਈਟ ਹੈਂਡ ਦਾ ਕਰਨ ਤੇ ਲੈਫਟ ਹੈਂਡ ਨਾਲ ਕਰ ਲਿਆ। ਉਹਨੇ ਜੇ ਆ ਹੈ ਨਹੀਂ ਤਾਂ ਇਹਨੂੰ ਮਜ਼ਬੂਤ ਕਰ ਦਿੱਤਾ। ਸਹਿਨਸ਼ੀਲਤਾ, ਹਿੰਮਤ, ਬਹਾਦਰੀ, ਦੁੱਖ ਹਰੇਕ ਨੂੰ ਮਿਲਣੇ, ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ। ਤਾਂ ਫਿਰ ਉਹਨੇ ਮੁੜ ਦੁਬਾਰਾ 52 ਜਿਹੜਾ ਉਹ 'ਚ 올림픽 ਹੋਏ ਸੀ 1952, ਤਾਂ ਉਹਦੇ ਵਿੱਚ ਵੀ ਉਹਨੂੰ ਗੋਲਡ ਮੈਡਲ ਮਿਲਿਆ। ਠੀਕ ਹੈ ਜੀ, ਪੋਜ਼ਿਟਿਵ ਥਿੰਕਿੰਗ। ਬਹੁਤ ਸਾਰੇ ਸੀ ਆਪਣੇ ਇਹ ਸੋਚਦੇ ਆ ਰੱਬ ਨੇ ਤੋਂ ਕੀ ਲਿਆ, ਬਸ ਵਾਹਿਗੁਰੂ ਠਾਈ। ਪੋਜ਼ਿਟਿਵ ਚੜ੍ਹਦੀ ਕਲਾ ਸੋਚ ਗੁਰਬਾਣੀ ਵਿੱਚ, ਇਸ ਕਰਕੇ ਸਹਿਜ ਪਾਠ ਕਰਨਾ ਬਹੁਤ ਜ਼ਰੂਰੀ ਆ। ਆਪਣੇ ਆਪ ਨੂੰ ਰੀਪ੍ਰੋਗਰਾਮ ਕਰਨਾ, ਗੁਰੂ ਦੇ ਖਿਆਲ, ਗੁਰੂ ਦੀ ਮੱਤ ਨੂੰ ਲੈ ਕੇ ਆਪਣੇ ਮੱਤ ਨੂੰ ਉੱਪਰ ਰਿਪਲੇਸ ਕਰਨਾ। ਉਦਾਂ ਨਹੀਂ ਸਾਡੇ ਫੁਰਨੇ ਖਤਮ ਹੋਣੇ। ਆਰ ਫੋਰਟਸ ਵਿਲ ਨਾਟ ਬੀ ਡਿਸਟਰੋਇਡ ਜਸਟ ਲਾਈਕ ਦੈਟ। ਗੁਰੂ ਦੀ ਖਿਆਲ, ਗੁਰੂ ਦੀ ਸੋਚ ਲੈ ਕੇ ਸਾਨੂੰ ਉਹੀ ਸੋਚ, ਸਾਨੂੰ ਇਹਨੂੰ ਰਿਪਲੇਸ ਬਦਲਣਾ ਪੈਣਾ, ਫੇਰ ਹੀ ਹੋ ਸਕਦਾ। ਕੰਪਿਊਟਰ ਨੂੰ ਰੀਬੂਟ ਕਰਨਾ ਹੈ। ਸਹਿਜ ਪਾਠ, ਨਿਤਨੇਮ, ਇਸ ਕਰਕੇ ਬਹੁਤ ਜ਼ਰੂਰੀ ਆ ਪੋਜ਼ਿਟਿਵ ਥਿੰਕਿੰਗ। ਆਓ ਜੀ ਤੀਜਾ ਗੁਣ, ਬੋਲੋ ਵਾਹਿਗੁਰੂ ਵਾਹਿਗੁਰੂ। ਸੋ ਪਹਿਲਾਂ ਆਪਣੇ ਵਿਚਾਰ ਕੀਤੀ ਸੀ ਭਾਣਾ ਬਣਨਾ, ਐਕਸੈਪਟਿੰਗ ਵਾਹਿਗੁਰੂ ਜੀ ਵਿਲ, ਸਭ ਤੋਂ ਪਹਿਲਾਂ ਇਹ ਆ। ਨੰਬਰ 2 ਸੀ ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ ਸੋਚ ਰੱਖਣੀ ਆ। ਨੰਬਰ 3 5 ਕਰਨਾ ਆਪਣੇ। ਨੰਬਰ 3 ਤੀਜਾ ਵੰਡਣਾ ਹੀ ਜੀਵਨ ਹੋ ਜਾਵੇ। ਲਿਵਿੰਗ ਬਿਕਮਸ ਗਿਵਿੰਗ ਔਰ ਲਿਵਿੰਗ ਇਜ਼ ਗਿਵਿੰਗ। ਸਟੱਡੀਜ਼ ਕਰ ਰਹੇ ਆ ਹਾਰਵਰਡ ਯੂਨੀਵਰਸਿਟੀ, ਜਿਹੜੇ ਬੰਦੇ ਵੰਡਦੇ ਆ, ਵੰਡ ਕੇ ਛਕਦੇ ਆ, ਉਹਨਾਂ ਦੀ ਡਿਪਰੈਸ਼ਨ ਘੱਟ ਹੁੰਦੀ ਆ। ਦੋਜ਼ ਹੂ ਗਿਵ ਜੈਨਰਸਲੀ ਦੇ ਆਰ ਲੈਸ ਡਿਪਰੈਸਡ। ਜਿਹੜੇ ਬੰਦੇ ਜੈਨਰਸ ਆ, ਜਿਹੜੇ ਖੁੱਲੇ ਦਿਲ ਵਾਲੇ ਹੁੰਦੇ ਆ, opposite ਹੈਗਾ ਕੰਜੂਸ, people who don't like giving, ਕੰਜੂਸ। ਕਹਿੰਦੇ ਜਿਹੜੇ ਖੁੱਲੇ ਦਿਲ ਵਾਲੇ ਹੁੰਦੇ ਆ ਉਹਨਾਂ ਦਾ ਜਿਹੜਾ ਰੋਗ ਵੀ ਲੱਗਦੇ, ਰੋਗ ਮੀਨਸ ਡਿਜ਼ੀਜ਼, ਉਹ ਛੇਤੀ ਠੀਕ ਹੋ ਜਾਂਦੇ ਆ, ਛੇਤੀ ਠੀਕ ਹੋ ਜਾਏ, ਬਾਕੀ ਰਿਕਵਰੀ ਛੇਤੀ ਹੋ ਜਾਂਦੀ ਉਹਨਾਂ ਦੀ। ਕਹਿੰਦੇ ਜਿਹੜੇ ਖੁੱਲੇ ਦਿਲ ਹੁੰਦੇ ਆ, ਜਿਹੜੇ ਜੈਨਰਸ ਬੰਦੇ, ਉਹ ਖੁਸ਼ ਜ਼ਿਆਦਾ ਰਹਿੰਦੇ ਆ, ਉਹਨਾਂ 'ਚ ਜਿਹੜੇ ਹੈਪੀ ਹਾਰਮੋਨ ਜ਼ਿਆਦਾ ਹੁੰਦੇ ਆ, ਜਿਹੜੇ ਵੰਡਦੇ ਆ।
ਤੇ ਸਿੱਖੀ ਇਹੀ ਆ, ਵੰਡ ਕੇ ਛਕਣਾ। 3 ਪ੍ਰਿੰਸੀਪਲਸ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਆ, ਨਾਮ ਜਪਣਾ, ਕਿਰਤ ਕਰਨੀ ਅਤੇ ਵੰਡ ਕੇ ਛਕਣਾ। ਸੋ these are 3 principles, ਨਾਮ ਜਪਣਾ, to meditate, to remember ਵਾਹਿਗੁਰੂ ਜੀ, ਕਿਰਤ ਕਰਨੀ, to honestly। ਇਹ ਕਿਰਤ ਕਰਨੀ ਇਹ ਨਹੀਂ ਪਏ 2 ਨੰਬਰ ਦੀ ਕਿਰਤ। ਕੋਈ ਮੈਨੂੰ ਕਹਿੰਦਾ ਸੀ ਦੇਖੋ ਜੀ, ਮੈਂ ਕੁਮਾਰ ਬੰਦੇ ਪੱਗ ਦਾੜੀ ਸੀ, ਮੇਰਾ ਵੀ ਮੰਦੇ ਭਾ ਕੇ ਮੈਂ ਲੰਘ ਗਿਆ, ਪੱਗ ਦਾੜੀ ਵਾਲਾ ਸਿਗਰਟ ਵੇਚ ਰਿਹਾ ਸੀ ਮਾਰਕੀਟ ਪਲੇਸ ਦੇ ਵਿੱਚ। ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਅੰਮ੍ਰਿਤ ਵੀ ਛਕਿਆ? ਕਹਿੰਦੇ ਛਕਿਆ ਜੀ। ਮੈਂ ਕਿਹਾ ਤੁਸੀਂ ਵੇਚ ਰਿਹਾ? ਕਹਿੰਦੇ ਨਹੀਂ ਸਿਗਰਟ ਨਹੀਂ, ਇਹ ਤਾਂ ਉਦਾਂ ਹੀ ਸ਼ੀਸ਼ੀਆਂ ਵੇਚ ਰਹੇ ਆ। ਮੈਂ ਕਿ ਸਾਹਮਣੇ ਕਿ ਸਮੋਕਿੰਗ ਵਿਲ ਕਿਲ ਯੂ ਦੇਖਿਆ ਉੱਪਰ। ਮੈਂ ਕਿਹਾ ਜੀ ਸ਼ੀਸ਼ੀ ਵੇਚ ਰਿਹਾ, ਕਿਹੜੀ ਸ਼ੀਸ਼ੇ ਦਾ ਲਿਖਿਆ ਸਮੋਕਿੰਗ ਵਿਲ ਕਿਲ ਯੂ? ਮਤਲਬ ਬੇਵਕੂਫ ਬਣਾਉਣ ਵਾਲੀ ਗੱਲਾਂ ਸੀ। ਉਹ ਬੰਦਾ ਕਹਿੰਦਾ ਦੇਖੋ ਭਾਈ ਸਾਹਿਬ ਜੀ ਕਿਰਤ ਕਮਾਈ ਤੇ ਕਰਨੀ, ਬਾਬੇ ਨਾਨਕ ਤੇ ਇੱਧਰ ਕੀ ਕਿਰਤ ਨਹੀਂ ਕਰਨੀ। ਅਸੀਂ ਕਿਹੜਾ ਆਪ ਉਹ ਮਾਲਕ ਭਾਗੋ ਵੀ ਕਿਰਤ ਕਰਦਾ ਸੀ। ਮਰਦ ਵੇਲੇ ਪੂਰੀਆਂ ਨਹੀਂ ਪ੍ਰਵਾਨ ਕੀਤੀਆਂ, ਛੋਲੇ ਨਹੀਂ ਪ੍ਰਵਾਨ ਕੀਤੇ, ਖੀਰ ਨਹੀਂ ਖਾਧੀ ਉਹਨਾਂ ਦੀ। ਮਾਲਕ ਭਾਗੋ ਵਾਸ ਆਲਸੋ ਅਰਨਿੰਗ ਔਨ ਡਰਗ ਡੀਲਰ ਵੀ ਇਦਾਂ ਹੀ ਕਹਿੰਦੇ ਆ। ਮੈਂ ਕਿਹਾ ਡਰਗ ਡੀਲਰ ਨੂੰ ਮਿਲਦਾ ਹੁੰਦਾ ਆ ਕੰਮ ਤੇ ਮੈਨੂੰ ਡਰਗ ਡੀਲਰ ਜਿਹੜੇ ਮੁੰਡੇ ਆ ਕਿ ਮੁੰਡਾ ਮੈਨੂੰ ਕਹਿੰਦਾ ਭਾਜੀ ਮੈਂ ਤਾਂ ਕਿਰਤ ਕਮਾਈ ਕਰਦਾ। ਕਈ ਤਾਂ ਦਸਵੰਧ ਵੀ ਕੱਢਦੇ ਆ, ਦਸਵੰਧ ਕੱਢਦੇ ਡਰਗ ਡੀਲਰ ਗੁਰਦੁਆਰੇ। ਕਹਿੰਦਾ ਮੈਨੂੰ ਕਹਿੰਦਾ ਮੁੰਡਾ ਕਹਿੰਦਾ ਆਈ ਯੂਜ਼ਡ ਟੂ ਗਿਵ 300 ਪਾਉਂਡ। ਉਹਨੇ ਗੁਰਦੁਆਰਾ ਨਾਮ ਦਿੱਤਾ ਕਮੈਂਟਰੀ ਦੇ ਵਿੱਚ। ਕਹਿੰਦਾ ਮੈਂ ਗੁਰਦੁਆਰੇ ਜਾ ਕੇ ਮੈਂ ਦਿੰਦਾ ਰਿਹਾ, ਗੋਲ ਚ ਪਾਉਂਦਾ। ਮੈਂ ਕਿਸੇ ਕਰਕੇ ਗੁਰਦੁਆਰਾ ਲੜਾਈਆਂ ਹੁੰਦੀ ਤੇਰੇ ਕਰਕੇ। ਡਰਗ ਦਾ ਮਣੀ ਪਾ ਕੇ ਲੜਾਈਆਂ ਹੋਏ। ਜਿੰਨੇ ਗੋਲ ਵਿੱਚ ਰੋਟੀ ਖਾਧੀ ਤਾਂ ਬੁੱਧੀ ਭ੍ਰਿਸ਼ਟੀ ਹੋ ਗਈ ਆ। ਸਾਰੇ ਸੰਗਤ ਦੀ ਬੁੱਧੀ ਭ੍ਰਿਸ਼ਟ ਹੋਣ ਵਾਲੇ ਕੰਮ ਹੀ ਆ। ਡਰਗ ਦਾ ਪੈਸਾ ਵਿੱਚ ਗੋਲੇ ਚ ਜਾ ਰਿਹਾ। ਇਸ ਕਰਕੇ ਨਾਟ ਡੂਇੰਗ ਐਨੀਬਡੀ ਅ ਫੇਵਰ। 2 ਨੰਬਰ ਦਾ ਪੈਸਾ ਗੋਲੇ ਚ ਨਾ ਪਾਓ। ਮੈਂ ਇਸ ਗੁਰਦੁਆਰੇ ਦੇ ਘਾਟ ਆਣ ਕਰਕੇ ਨਹੀਂ ਵਾਧਾ ਹੀ ਕਹੂੰਗਾ। ਸੰਗਤ ਜੀ ਵੰਡਣਾ ਹੀ ਜੀਵਨ ਹੋ ਜਾਵੇ। ਵੰਡਣਾ ਪਰ ਉਹ ਨਹੀਂ ਜਿਹੜਾ ਮਾਲਕ ਭਾਗੋ ਵਰਗੇ। ਮਾਲਕ ਭਾਗੋ ਉਹ ਲੋਕਾਂ ਦਾ ਖੂਨ ਪੀ ਕੇ, ਲੋਕਾਂ ਨੂੰ ਤੰਗ ਕਰਕੇ, ਉਹ ਚੀਜ਼ ਰੱਬ ਜੀ ਦੀ ਖੁਸ਼ੀ ਨਹੀਂ। ਮਾਲਕ ਭਾਈ ਲਾਲੋ ਜੀ ਦੀ ਕਿਰਤ ਕਰਕੇ, ਓਨੈਸਟ ਸਿੰਸੀਅਰ ਵਿਚ ਵੀ ਕੰਸੈਂਟ ਟੂ ਗੁਰੂ ਨਾਨਕ ਸਾਡੀ ਉਸ ਕਿਰਤ ਨਾਲ ਖੁਸ਼ ਹੋਣ। ਠੀਕ ਹੈ ਜੀ। ਹੁਣ ਵੰਡਣਾ ਹੀ ਜੀਵਨ ਹੋ ਜੇ। ਆਸਾ ਕੀ ਵਾਰ ਚ ਹੁੰਦਾ ਆ ਕੋ ਆਸਾ ਰਾਗ ਜਾਂਦਾ ਹੈ। ਕੋਈ ਐਸਾ ਭਗਤ ਅਣਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਕਹਿੰਦਾ ਅਣਹੁੰਦਾ when you have nothing, ਕੁਛ ਵੀ ਨਾ ਹੋਵੇ, ਪਰ ਭਗਤ ਉਹ ਹੁੰਦਾ ਫਿਰ ਵੀ ਵੰਡਦਾ ਆ। ਤੇ ਐਗਜ਼ਾਮਪਲ ਕੀ ਆ? ਭਗਤ ਪੂਰਨ ਸਿੰਘ ਪਿੰਗਲਵਾੜੇ। ਕੋਈ ਐਸਾ ਭਗਤ ਸਦਾਏ ਅਣਹੁੰਦਾ ਆਪ ਵੰਡਾਏ। ਇੱਦਾਂ ਦਾ ਭਗਤ ਹੈ ਜਿਹੜਾ ਕੁਛ ਵੀ ਨਹੀਂ ਫਿਰ ਵੀ ਵੰਡਦਾ। ਇਹ ਕਿੱਦਾਂ ਹੋ ਸਕਦਾ? ਤਾਂ ਕਈਆਂ ਕੋ ਬਹੁਤ ਕੁਛ ਰੱਬ ਨੇ ਦਿੱਤਾ ਪਰ ਵੰਡਦੇ ਨਹੀਂ। ਪਿਆਰਾ ਇਹ ਜਿਹੜਾ ਤੁਸੀਂ ਸੈਕੰਡ ਫੋਟੋ ਦੇਖਦੇ ਭਾਈ ਸਾਹਿਬ ਜਿਹੜੇ ਹੇਠਾਂ ਜਿਹਨਾਂ ਮਰੀਜ਼ ਹੈ ਫੈਸ਼ਨ, ਉਹਨਾਂ ਨਾਲ ਪਿਆਰਾ ਆ। ਹੁਣ ਭਗਤ ਪੂਰਨ ਸਿੰਘ ਜੀ, ਆਸ ਤੁਸੀਂ ਸਾਰਿਆਂ ਨੇ ਮੂਵੀ ਦੇਖੀ ਹੋਵੇਗਾ। ਉਹਨਾਂ ਦਾ ਨਾਮ ਸੀ ਰਾਮ ਜੀ। ਉਹਨਾਂ ਦੀ ਮਾਤਾ ਜੀ ਸੀ ਤੇ ਉਹ ਸੀ। ਹੁਣ ਕਈ ਕਹਿੰਦੇ ਯਾਰ ਮੇਰੇ ਕੋਲ ਤਾਂ ਪਿਓ ਹੈ ਨਹੀਂ, ਇਸ ਕਰਕੇ ਸਭ ਮੈਂ ਕੀ ਕਰ ਸਕਦਾ ਜ਼ਿੰਦਗੀ 'ਚ। ਉਹ ਤਿਉਹਾਰ ਹੀ ਮੰਨ ਲਈ, ਗਿਵ ਅਪ ਦੈਟ ਬਿਕਾਜ਼ ਯੂ ਹੈਵ ਨੋ ਫਾਦਰ। ਹਾਰ ਨਹੀਂ ਮੰਨੀ। ਮਾਤਾ ਜਪਜੀ ਪੜ੍ਹਨ ਵਾਲੀ ਆ। ਭਗਤ ਇਹ ਮੂਵੀ 'ਚ ਨਹੀਂ ਦਿਖਾਇਆ। ਕੋਈ ਹਰੇਕ ਮੂਵੀਆਂ ਵਿੱਚ ਵੀ ਕੋਈ ਏਜੰਡਾ ਹੁੰਦਾ ਆ। ਮੂਵੀ ਅੱਛੇ ਵਿੱਚ ਭਗਤ ਪੂਰਨ ਸਿੰਘ ਸਿੱਖ ਕਿੱਦਾਂ ਬਣੇ ਸੀ? ਰਾਮ ਜੀ ਤੋਂ ਸਿੱਖ ਕਿੱਦਾਂ ਬਣੇ? ਉਹ ਵੀ ਕੋਈ ਸੇਵਾ ਤੋਂ ਹੀ ਬਣੇ ਸੀ। ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੋ ਸਕਦਾ ਉਹ ਗੁਰਮੁਖ ਬੈਠੇ ਪੁੱਤ ਪਤਾ ਹੋਵੇਗਾ। ਲੁਧਿਆਣੇ ਵੱਲ ਗਏ ਸੀ ਭਗਤ ਜੀ, ਰਾਮ ਜੀ। ਐਂਡ as he is coming, ਇਹ ਉਸ ਸਮੇਂ ਉਹਨਾਂ ਦਾ ਘਰ ਹੈ ਨਹੀਂ ਸੀ। ਗੁਰਦੁਆਰੇ ਡੇਰਾ ਸਾਹਿਬ ਰਹਿੰਦੇ ਸੀ ਤੇ ਇੱਕ ਵਾਰ ਲੁਧਿਆਣੇ ਵੱਲ ਗਏ ਸੀ। ਹੁਣ ਕੀ ਹੋਇਆ? ਹਨੇਰੀ ਆਉਣ ਲੱਗ ਪਈ, ਸਟੋਮ। ਤਾਂ ਉਹਨਾਂ ਨੇ ਮੰਦਿਰ 'ਚ ਵੜ ਗਏ। ਸ਼ਾਇਦ ਕਈਆਂ ਨੂੰ ਇਹ ਚੀਜ਼ ਪਤਾ ਹੋਵੇਗੀ, ਮੈਂ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਮੈਂ ਰਿਪੀਟ ਕਰ ਰਿਹਾ। ਸਟੋਮ comes, ਹਨੇਰੀ ਆ ਗਈ ਤਾਂ ਰਾਮ ਜੀ ਮੰਦਿਰ 'ਚ ਵੜ ਗਏ। ਮੰਦਿਰ 'ਚ ਵੜੇ ਤਾਂ ਉਹਨਾਂ ਨੂੰ ਭੁੱਖ ਲੱਗੀ ਆ। ਉਹਨਾਂ ਨੇ ਪੁਜਾਰੀ ਪੰਡਿਤ ਨੂੰ ਕਿਹਾ, ਪੰਡਿਤ ਜੀ ਮੈਨੂੰ ਭੁੱਖ ਲੱਗੀ ਆ, ਕੁਝ ਮੈਨੂੰ ਸੁਕਾ ਦੋਗੇ? ਕਈ ਤਾਂ ਉਹਦਾ ਰੰਗ, ਕਿਸ ਦਾ ਰੰਗ ਦੇਖ ਕੇ ਦੱਸ ਦਿੰਦੇ ਆ ਵੀ ਇਹ ਬੰਦਾ ਪਤਾ ਨਹੀਂ ਗਰੀਬ ਬੰਦਾ ਹੋਊਗਾ ਜਾਂ ਫਲਾਨੀ ਕਾਸਟ ਨਾਲ। ਉਹ ਪੰਡਿਤ ਜਿਹੜਾ ਸੀ, ਪੰਡਿਤ ਨੇ ਕਿ ਉੱਧਰ ਬੈਠ ਸਿਟੋ ਬਦਾ ਇੱਥੇ ਨਾ। ਪੰਡਿਤ ਖਾ ਰਹੇ ਸੀ, ਪੰਡਿਤ ਆਪਣਾ ਖਾਣਾ ਖਾ ਰਹੇ ਸੀ। ਕਹਿੰਦਾ ਪੰਡਿਤ ਜੀ ਮੈਨੂੰ ਭੁੱਖ ਲੱਗੀ ਹੈ। ਕਹਿੰਦੇ ਏਦਾਂ ਕਰੋ ਤੇ ਜੇ ਬਚ ਗਿਆ ਨਹੀਂ ਇਹਦੇ ਵਿੱਚੋਂ ਖਾਣਾ ਸਾਡੇ ਵਿੱਚ, ਤੂੰ ਖਾ ਲਈ। ਜਿੱਦਾਂ ਉਹਦਾ ਲੋਕੀ ਨੂੰ ਕੁੱਤਿਆਂ ਨੂੰ ਵੀ ਪਹਿਲਾਂ ਰੋਟੀ ਪਕਾ ਕੇ ਕੁੱਤੇ ਨੂੰ ਦੇ ਦਿੰਦੇ ਆ। ਝੂਠ ਨਹੀਂ ਖਿਲਾਉਂਦੇ ਕੁੱਤਿਆਂ ਨੂੰ। ਇੰਡੀਆ ਵਿੱਚ ਪਹਿਲੀ ਰੋਟੀ ਬਣਾ ਕੇ ਕੁੱਤੇ ਨੂੰ ਦੇ ਦਿੰਦੇ ਆ
ਪਰ ਉਹਨੇ ਕਹਿੰਦੇ ਮੈਨੂੰ ਤਾਂ ਕੁੱਤਿਆਂ ਤੋਂ ਘੱਟ ਸਮਝਦੇ ਆ, they believe they treat me less than a dog। ਮਨ ਬੜਾ ਦੁਖੀ ਹੋਇਆ। ਜਿਸ ਰੱਬ ਦੇ ਘਰ ਵਿੱਚ ਜਾ ਕੇ ਆਸ ਰੱਖੀ ਸੀ ਵੀ ਮੈਨੂੰ ਪਿਆਰ ਮਿਲੂਗਾ, ਸਹਾਰਾ ਮਿਲੂਗਾ, I'll get some support here, ਉੱਥੇ ਦੇਖਿਆ ਤੇ ਕੁਛ ਨਹੀਂ ਹੈ। ਉੱਥੇ ਨਾਰਾਜ਼ ਹੋ ਕੇ he becomes upset, sad and leaves। ਫਿਰ ਕੀ ਹੁੰਦਾ, ਤੁਰਦੇ ਤੁਰਦੇ ਗੁਰਦੁਆਰਾ ਸਾਹਿਬ ਮਿਲਦਾ ਲੁਧਿਆਣੇ ਦੇ ਵਿੱਚ। ਤਾਂ ਗੁਰਦੁਆਰਾ ਸਾਹਿਬ ਮਿਲਦੇ ਅੰਦਰ ਵੜਦੇ ਆ ਤਾਂ ਉੱਥੇ ਜਿਹੜੇ ਭਾਈ ਸਾਹਿਬ ਜੀ ਤੇ ਸੇਵਾ ਕਰਦੇ, ਡਿਊਟੀ ਨਿਭਾਉਂਦੇ ਸੀ, ਕਹਿੰਦੇ ਆਓ ਪਿਆਰੇ ਜੀ, ਆਓ ਜੀ ਪ੍ਰਸ਼ਾਦਾ ਪਾਣੀ ਛਕੋ, ਪਹਿਲਾਂ ਮੱਥਾ ਟੇਕਣ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਛਕੋ। ਉਹਨੂੰ ਕਹਿੰਦੇ ਬੰਦੇ ਨੇ ਮੈਨੂੰ ਇਨਸਾਨੀਅਤ ਦਿਖਾਈ ਹੈ, ਮੇਰਾ ਬੜਾ ਪਿਆਰ ਦਿਖਾਇਆ, ਹਿਸਟਰੀ ਐਜ਼ ਹਿਊਮਨ ਬੀਇੰਗ। ਅੱਗੇ ਕੀ ਹੋਇਆ ਕਿ ਉਹ ਕਹਿੰਦੇ ਵੀ ਮੈਨੂੰ ਬਾਬਾ ਜੀ ਨੇ ਖੀਰ ਛਕਾਈ। ਮੈਨੂੰ ਬਾਬਾ ਜੀ ਖੀਰ, ਤਾਂ ਖੀਰ ਹੁਣ ਚਲੋ ਇੱਥੇ ਨੋਰਮਲ ਚੀਜ਼ ਹੈ, ਇੰਡੀਆ 'ਚ ਖੀਰ ਬਹੁਤ ਵੱਡੀ ਚੀਜ਼ ਹੈ, ਚਲੋ ਹੁਣ ਤਾਂ ਸ਼ਾਇਦ ਉਹ ਵੀ ਨੋਰਮਲ ਹੋ ਗਈ ਇੱਥੇ, ਪਰ ਖੀਰ ਬਹੁਤ ਵੱਡੀ ਚੀਜ਼ ਕਿ ਨਹੀਂ, ਲਕਸ਼ਰੀ ਫੂਡ ਹੈ, ਵਧੀਆ ਆਈਟਮ ਆ। ਉਹ ਕਹਿੰਦੇ ਇੱਕ ਗਰੀਬ ਬੰਦੇ ਨੇ, ਹੁਣ ਇਹ ਵੀ ਹੋ ਸਕਦਾ ਖੀਰ ਆ ਭਾਈ ਸਾਹਿਬ ਆਪਣੇ ਦਾ 1 ਲੱਖ ਨਾਲ ਉਹਨੂੰ ਉਦਾਂ ਹੀ ਮਸਲਾ ਦਾਲ ਛਕਾ ਦੇਵੇ, ਇਹ ਵੀ ਹੋ ਸਕਦਾ ਨਾ। ਜਿੱਦਾਂ ਕਈ ਬੰਦਾ ਕਹਿੰਦੇ ਚਲੋ ਵਧੀਆ ਚੀਜ਼ ਆਪ ਰੱਖ ਲਓ ਤੇ ਜਿਹੜੀ ਦੂਜੀ ਚੀਜ਼ ਆ ਉਹ ਬੰਦੇ ਦੇ ਦਿਓ, ਪਰ ਨਹੀਂ, ਵੱਡਾ ਦਿਲ। ਮੈਂ ਸੋਚਦਾ ਰਾਮ ਜੀ ਨੇ ਸੋਚਿਆ ਜੇ ਇਹਨਾਂ ਦੇ ਨਾ ਵੱਡਾ ਦਿਲ ਆ, ਫਿਰ ਪਤਾ ਵੀ ਕਿ ਬਾਬਾ ਜੀ ਕਹਿੰਦੇ ਗੁਰਦੁਆਰੇ ਦੇ ਬਾਰੇ, ਕਹਿੰਦੇ ਰੱਬ ਦੇ ਪਿਆਰਿਓ, ਫਿਰ ਤੁਹਾਨੂੰ ਲੱਗਦਾ ਤੁਸੀਂ ਥੱਕੇ ਲੱਗਦੇ ਆ, ਮੈਂ ਤੁਹਾਡੇ ਕੰਬਲ ਕੋਈ ਲਿਆਵਾਂ, ਤੁਸੀਂ ਤੇ ਰੈਸਟ ਕਰ ਲਓ, ਆਰਾਮ ਕਰ ਲਓ। ਕਹਿੰਦਾ ਜੀ ਇਹ ਸਿੱਖਾਂ ਦੇ ਇੰਨਾ ਵੱਡਾ ਦਿਲ ਆ ਤੇ ਇਹਨਾਂ ਦਾ ਗੁਰੂ ਦਾ ਕਿੰਨਾ ਵੱਡਾ ਦਿਲ ਹੋਊਗਾ। ਜੇ ਇਹ ਇੰਨੇ ਪਿਆਰੇ ਸਿੱਖ ਆ ਤੇ ਇਹਨਾਂ ਦੇ ਗੁਰੂ ਕਿੰਨੇ ਪਿਆਰੇ ਹੋਣਗੇ। ਤਾਂ ਰਾਮ ਜੀ ਫਿਰ ਅੰਮ੍ਰਿਤ ਛਕ ਕੇ ਪੂਰਨ ਸਿੰਘ ਬਣੇ, ਭਗਤ ਪੂਰਨ ਸਿੰਘ। ਜਦੋਂ ਨਹੀਂ 1947 ਦੀ ਵੰਡ ਪਈ, 1947 ਪਾਰਟੀਸ਼ਨ ਵਿੱਚ ਨਹੀਂ, ਇਹਨਾਂ ਦਾ ਕੋਈ ਘਰ ਨਹੀਂ, ਨਾ ਕੋਈ ਪੈਸਾ, ਨਾ ਤੀਲਾ, ਐਨੀਥਿੰਗ ਦੇ ਹੈਵ ਗॉट, ਜੋ ਕੱਪੜੇ ਪਾਏ ਉਹੀ ਆ। ਤਾਂ ਨਾਲ ਹੈਗੇ ਜਿੰਨੇ ਵੀ ਲੂਲੇ ਲੰਗੜੇ, ਜਿਹੜੇ ਵੀ ਡਿਸੇਬਲਡ ਹੈਗੇ ਆ, ਜਿਨ੍ਹਾਂ ਦਾ ਕੋਈ ਨਹੀਂ, ਉਹ ਵੀ ਬਾਬਾ ਜੀ ਨਾਲ ਰਲ ਗਏ। ਕੁਛ ਨਹੀਂ ਉਹਨਾਂ ਕੋਲ, ਨਾ ਥਾਂ ਟਿਕਾਣਾ, ਉਦਾਂ ਹੀ ਬਾਹਰ ਤੇ ਬਹਿ, ਮਤਲਬ ਨਹੀਂ ਵੀ ਪੈ ਰਿਹਾ ਕੁਛ, ਕੋਈ ਮਤਲਬ ਕੋਈ ਹੈ ਨਹੀਂ ਬਚਾ। ਜਿਨ੍ਹਾਂ ਦਾ ਕੁਛ ਵੀ ਨਹੀਂ, ਤਾਂ ਸੱਚੀ ਗੱਲ ਆ, ਅਣਹੁੰਦਾ ਆਪ ਬੜਾਏ ਕੋਈ ਐਸਾ ਭਗਤ ਸਦਾਏ, those who have nothing but they still share। ਇਹ ਭਗਤ ਪੂਰਨ ਸਿੰਘ ਜੀ ਸਾਨੂੰ ਦਿਖਾ ਦੇ, ਪੁੱਤ ਜ਼ਿੰਦਗੀ 'ਚ ਇਹ ਨਾ ਸੋਚੇ ਮੇਰੇ ਕੋਲ ਕੁਛ ਨਹੀਂ, ਕੁਛ ਵੀ ਨਾ ਹੁੰਦਾ ਤੂੰ ਬਹੁਤ ਕੁਛ ਕਰ ਸਕਦਾ। ਸਭ ਤੋਂ ਵੱਡੀ ਚੀਜ਼ ਆ ਖੁਸ਼ੀ ਮੰਗਣੀ, ਖੁਸ਼ੀ ਵੰਡਣੀ ਆ। Don't ask for happiness, give happiness। ਇਸ ਦੇ ਮੂੰਹ ਵਿੱਚ ਮੁਸਕਰਾਹਟ ਨਹੀਂ ਹੋਣੀ। ਇੱਕ ਗੋਰਾ ਮੈਨੂੰ ਮਿਲਿਆ, ਬੋਲੋ ਵਾਹਿਗੁਰੂ ਵਾਹਿਗੁਰੂ। ਗੋਰਾ ਮਿਲਿਆ ਇੱਥੇ, ਮਤਲਬ ਅਪ ਨੌਰਥ ਯਾਰਕਸ਼ਾਇਰ ਦਾ ਹੀ ਸੀ ਇੱਕ ਮੁੰਡਾ, ਬਹੁਤ ਨਾਈਸ ਸੀ, ਯੰਗ ਜਿਹਾ ਮੁੰਡਾ, ਪਹਿਲੀ ਵਾਰੀ ਜੇਲ੍ਹ 'ਚ ਆਇਆ ਮੁੰਡਾ। ਮੈਨੂੰ ਕਹਿੰਦਾ, ਮੈਂ ਨਾ ਬਹਿ ਕੇ ਸੈਸ਼ਨ ਕਰ ਰਿਹਾ ਸੀ 1-to-1 ਮੁੰਡੇ ਨਾਲ, ਮੈਂ ਮੀਟਿੰਗ ਸੀ ਮੇਰੇ ਗੋਰੇ ਨਾਲ। ਤਾਂ ਮੁੰਡਾ ਕਹਿੰਦਾ, ਮਿਸਟਰ ਸਿੰਘ, ਵਨ ਥਿੰਗ, ਇੱਕ ਪਛਤਾਵਾ ਹੈ ਮੇਰੀ ਜ਼ਿੰਦਗੀ ਦੇ ਵਿੱਚ, ਆਈ ਹੈਵ ਵਨ ਰਿਗਰੈਟ। ਮੈਂ ਕੀ ਆ? ਕਹਿੰਦਾ ਮੈਂ ਨਹੀਂ ਚੋਰੀਆਂ ਕਰਦਾ ਸੀ, ਤੇ ਮੈਂ ਰਹਿੰਦਾ ਆਪਣੇ ਦਾਦੇ ਜੀ ਕੋਲ ਸੀ, I lived with my granddad, I used to steal। ਆਪਣੇ ਦਾਦੇ ਤੋਂ ਚੋਰੀ ਕੀਤੀ। ਮੈਂ ਕੁਝ ਉਹ ਸਿਆਣਾ ਸੀ, ਪਤਾ ਨਹੀਂ ਲੱਗਦਾ ਸੀ, ਤਾਂ ਮੈਂ ਕਦੇ 5 ਪਾਉਂਡ, ਕਦੇ 10 ਪਾਉਂਡ, ਕਦੇ 20 ਪਾਉਂਡ ਕੱਢਦੇ, ਮੈਂ ਪਤਾ ਲੱਗਦਾ ਕਿ ਮੈਂ ਹੀ ਲੁੱਕ ਆਫਟਰ ਕਰਦਾ ਸੀ। ਕਹਿੰਦਾ ਮੈਂ ਉਹਨੂੰ ਨਹਾਉਂਦਾ ਹੁੰਦਾ ਸੀ, ਮੈਂ ਟੋਇਲਟ ਲੈ ਕੇ ਜਾਂਦਾ ਹੁੰਦਾ ਸੀ, ਮੈਂ ਚੋਰੀ ਵੀ ਕਰਦਾ ਸੀ, ਪਰ ਮੈਂ ਉਹਨੂੰ ਔਖਾ ਵੀ ਬੋਲਦਾ ਹੁੰਦਾ ਸੀ, ਕਿਉਂਕਿ ਕਈ ਵਾਰੀ ਮੇਰਾ ਜਿਹੜਾ ਦਾਦਾ ਸੀ ਉਹ ਟੋਇਲਟ ਵਿੱਚ ਕਰ ਲੈਂਦਾ ਸੀ, ਮੈਨੂੰ ਫਿਰ ਝਿੜਕੇ ਮਾਰਨੇ, ਕਈ ਵਾਰ ਗੁੱਸਾ ਕਹਿੰਦਾ, ਮੈਂ ਕੰਟਰੋਲ ਨਹੀਂ ਹੁੰਦਾ ਸੀ। ਕਹਿੰਦਾ ਮੈਂ ਚਾਹੁੰਦਾ ਮੈਂ ਆਪਣੇ ਗ੍ਰੈਂਡਫਾਦਰ ਨੂੰ ਸੌਰੀ ਕਹਾਂ। ਮੈਂ ਕਿਹਾ ਬਹੁਤ ਵਧੀਆ ਕਰ, ਸਹੀ ਸੌਰੀ ਨਾ, ਪਰ ਕਹਿੰਦਾ ਪ੍ਰੋਬਲਮ ਆ, ਉਹ ਮਰ ਗਿਆ, ਜੁਲਾਈ 'ਚ ਮਰ ਗਿਆ। ਸਪਟੈਂਬਰ 'ਚ ਮੈਂ ਗੱਲ ਕਰ ਰਿਹਾ ਸੀ ਮੁੰਡੇ ਨਾਲ, ਕਹਿੰਦਾ ਜੁਲਾਈ 'ਚ ਪੂਰਾ ਹੋ ਗਿਆ, ਮਰ ਗਿਆ। ਮੈਂ ਕਿਹਾ ਅੱਛਾ। ਕਹਿੰਦਾ ਹੁਣ ਮੈਂ ਕੁਛ ਨਹੀਂ ਕਰ ਸਕਦਾ, ਹੁਣ ਮੇਰੇ ਦਿਲ ਦੇ ਵਿੱਚ ਨਹੀਂ, ਮੈਂ ਬਹੁਤ ਡਿਪਰੈਸ ਫੀਲ ਕਰਦਾ। ਮੈਂ ਕਹਿੰਦਾ ਤੂੰ ਕੁਛ ਕਰ ਸਕਦਾ ਆ? ਕਹਿੰਦਾ ਰੀਲੀ? ਮੈਂ ਕਿਹਾ ਏਦਾਂ ਕਰ, ਹੱਥ ਜੋੜ ਆਪਣੇ, ਪੁੱਟ ਯੂਰ ਹੈਂਡਸ ਟੁਗੇਦਰ, ਹੱਥ ਜੋੜ ਲਏ ਮੁੰਡੇ ਗੋਰੇ ਨੇ। ਤਾਂ ਮੈਨੂੰ ਕਿਹਾ ਏਦਾਂ ਕਰ, ਤੂੰ ਰੱਬ ਕੋਲ ਮਾਫੀ ਮੰਗ ਲਾ, ਤਾਂ ਆਪਣੇ ਬਾਬੇ ਕੋਲ ਹੀ ਮਾਫੀ ਮੰਗ ਲਾ। ਕਹਿੰਦਾ ਸੁਣੋਗੇ? ਬੰਦੇ ਲਿਸਨ। ਮੈਂ ਕਿਹਾ ਰੱਬ ਦੇ ਸਿਰੋਂ ਸਭ ਸੁਣਦਾ, ਸਭ ਵੇਖਦਾ, ਰੱਬ ਜੀ ਸੁਣਦੇ ਆ, ਵੇਖਦੇ ਵੀ ਆ। ਤਾਂ ਮੈਂ ਕਿਹਾ ਜ਼ਰੂਰ ਤੇਰਾ ਬਾਬੇ ਤੱਕ ਵੀ ਆਵਾਜ਼ ਚੱਲੀ ਦਿੱਤੇ ਆ। ਮੈਂ ਕਿਹਾ ਕਰ, ਦਿਲੋਂ ਬੋਲ। ਉਹਨੇ ਮੁੰਡੇ ਨੇ ਹੱਥ ਜੋੜ ਕੇ ਕਹਿੰਦੇ ਮੈਂ ਰੀਲੀ ਸੌਰੀ ਹੈ ਨਾ ਬੰਦਾ ਕੀਤਾ। ਮੈਂ ਕਿਹਾ ਚਲੋ, ਮੈਂ ਕਿਹਾ ਜੇ ਤੈਨੂੰ ਤਸੱਲੀ ਨਹੀਂ ਆਉਣੀ ਹੈ ਨਾ, ਕਹਿੰਦਾ ਗੱਲ ਸਹੀ ਹੈ, ਤਸੱਲੀ ਨਹੀਂ ਆਉਣੀ। ਮੈਂ ਕਿਹਾ ਅੱਛਾ।
ਮੈਂ ਕਿਹਾ ਜਿਹੜੀ ਤੇਰੀ ਗ੍ਰੈਂਡ-ਡੈਡ ਦੀ ਉਮਰ ਦੇ ਬੰਦੇ ਆ, ਐਨੀਬਡੀ ਯੋਰ ਗ੍ਰੈਂਡ-ਡੈਡਸ ਏਜ, ਮੈਂ ਕਿਹਾ ਇੱਦਾਂ ਕਰਨਾ, ਜਦੋਂ ਨੇ ਉਹਨਾਂ ਦੀ ਸੇਵਾ ਕਰਨੀ ਆ, ਜਾਂ ਜਦੋਂ ਤੂੰ ਉਹਨਾਂ ਨੂੰ ਖੁਸ਼ ਕਰੂੰਗਾ, ਉਹਨਾਂ ਦੇ ਮੂੰਹ ਤੇ ਸਮਾਈਲ ਆਊਗੀ, ਮੁਸਕਰਾਹਟ ਆਵੇਗੀ, ਤਾਂ ਇਹ ਸਮਝਦਾ ਫਿਰ ਉਹਨਾਂ ਦੀ ਮੁਸਕਰਾਹਟ ਵਿੱਚ, ਉਹਨਾਂ ਦੀ ਸਮਾਈਲ ਵਿੱਚ ਮੇਰੇ ਦਾਦਾ ਜੀ, ਮੇਰੇ ਬਾਬਾ, ਮੇਰੇ ਗ੍ਰੈਂਡ-ਡੈਡ ਸਮਾਈਲ ਕਰ ਲਿਆ। ਜਦੋਂ ਤੂੰ ਕਿਸੇ ਬਜ਼ੁਰਗ ਨੂੰ, ਤੇਰੇ ਜਿਹੜਾ ਆਪਣੇ ਬਾਬਾ ਜੀ ਦੀ ਉਮਰ ਦੇ ਆ, ਤੁਸੀਂ ਉਹਨਾਂ ਨੂੰ ਖੁਸ਼ ਕੀਤਾ, ਉਹ ਤੇਰੇ ਕਰਕੇ ਉਹ ਹੱਸੇ ਜਾਂ ਖੁਸ਼ ਹੋਏ, ਖੁਸ਼ੀ ਆਈ ਉਹਨਾਂ ਨੂੰ, ਇਹ ਸਮਝ ਉਹਨਾਂ ਦੀ ਖੁਸ਼ੀ ਵੀ ਤੁਹਾਨੂੰ ਆਪਣੇ ਦਾਦਾ ਜੀ ਦੀ ਖੁਸ਼ੀ ਦਿਸ ਰਹੀ ਆ। ਕਹਿੰਦਾ ਉਹ ਮੁੰਡਾ ਰੋਣ ਲੱਗ ਪਿਆ। ਪਤਾ ਕਹਿੰਦਾ ਮੈਨੂੰ ਹੁਣ ਪਤਾ ਲੱਗ ਗਿਆ ਮੈਂ ਕੀ ਕਰਨਾ। ਉਹ ਮੁੰਡੇ ਦਾ ਘਰ ਹੈ ਨਹੀਂ, ਉਹਦਾ ਮਨ ਸੋਚਿਆ ਮੇਰੇ ਕੋਲ ਕੁਛ ਨਹੀਂ, ਮੇਰੇ ਕੋਲ ਕੀ ਹੈ ਕੁਛ, ਮੈਂ ਤਾਂ ਡਰੱਗੀ ਮੁੰਡਾ ਆ। ਕਹਿੰਦਾ ਮਿਸਟਰ ਸਿੰਘ, the first thing I want to do when I leave prison, ਮੈਂ old people home ਜਾਣਾ, ਮੈਂ ਤਾਂ volunteer ਤੌਰ ਤੇ ਸੇਵਾ ਕਰਨੀ ਆ, ਤਾਂ ਮੈਂ ਫਿਰ ਸਾਰੇ ਬਜ਼ੁਰਗਾਂ ਵਿੱਚ ਮੈਂ ਆਪਣਾ ਗ੍ਰੈਂਡਫਾਦਰ ਦੇਖੂੰਗਾ। ਇਹ ਆ ਵੰਡ ਕੇ ਛਕਣਾ। ਇੱਕ ਲਾਸਟ ਐਗਜ਼ਾਮਪਲ, ਆਪਣੇ ਅੱਗੇ ਜਾਂਦੇ ਸਮਾਪਤੀ ਵੱਲ ਤੁਰਦੇ ਆ। ਇਹ ਤੁਹਾਨੂੰ ਪਤਾ ਸੰਗਤ ਜੀ ਵਾਲੀ ਕੌਣ ਹੈ, ਕਿਹਨਾਂ ਦੀ ਫੋਟੋ ਹੈ? ਨਿਊਜ਼ ਚੈਨਲ 'ਚ ਕਈ ਵਾਰੀ ਆ ਚੁੱਕੇ ਆ, BBC ਤੇ ਵੀ ਆਏ ਆ, BBC ਪੰਜਾਬੀ ਤੇ, ZTV ਤੇ ਵੀ ਆਏ ਆ। ਮੈਂ ਚਲੋ ਚੈਨਲ ਨਹੀਂ ਪ੍ਰਮੋਟ ਕਰਦੇ, ਮਤਲਬ YouTube ਤੇ ਉਹ ਆਇਆ ਸੀ ਇੱਦਾਂ। ਤਾਂ ਆਪ ਜੀ ਨੂੰ ਪਤਾ ਕਿਸੇ ਨੂੰ ਇਹ ਕੌਣ ਹੈ ਜੀ, ਕਿੱਥੇ ਦੇ ਆ? ਨਹੀਂ ਪਰ ਦੇਖੇ ਨਹੀਂ ਉੱਤੇ। ਇਹਨਾਂ ਦਾ ਨਾਮ ਹੈ ਭਾਈ ਗੁਰਮੀਤ ਸਿੰਘ, ਪਟਨਾ ਸਾਹਿਬ ਦੇ ਰਹਿੰਦੇ ਆ, ਬਿਹਾਰ, ਇਸ ਸਮੇਂ ਪੰਜਾਬ ਬਿਹਾਰ, ਜਿੱਥੇ ਕਲਗੀਧਰ ਪਾਤਸ਼ਾਹ ਪ੍ਰਕਾਸ਼ ਹੋਇਆ ਸੀ, where Guru Gobind Singh Maharaj was born। ਤਾਂ ਪਟਨਾ ਸਾਹਿਬ ਦੇ ਜਿਹੜੀ ਸਾਈਡਾਂ ਤੇ ਫੋਟੋਆਂ ਆ, ਇਹ ਹੈਗੇ ਆ ਪਟਨਾ ਸਾਹਿਬ, ਪਟਨਾ ਯੂਨੀਵਰਸਿਟੀ ਹਸਪੀਟਲ, ਉਹ ਨਾਮ ਇੱਦਾਂ ਹੈ, ਠੀਕ ਹੈ। ਚਲੋ ਸਾਹਿਬ ਦਾ ਸੀ ਲਾਉਂਦੇ ਆ ਪਟਨਾ ਸਾਹਿਬ, ਪਰ ਉਹਦੇ ਪਟਨਾ ਯੂਨੀਵਰਸਿਟੀ ਹਸਪੀਟਲ ਆ, ਉਹ ਆ। ਭਾਈ ਗੁਰਮੀਤ ਸਿੰਘ ਜੀ ਜਿਹੜੇ ਆ, ਉਹਨਾਂ ਦੀ ਇੰਟਰਵਿਊ ਮੈਨੂੰ ਬਹੁਤ ਪਿਆਰੀ ਲੱਗੀ, ਕਿਉਂਕਿ ਆਪਣਾ ਜਿਹੜਾ ਪੁਆਇੰਟ ਸੀ, ਵੰਡਣਾ ਹੀ ਜੀਵਨ ਹੋ ਜਾਵੇ, ਵੱਡਾ ਦਿਲ। ਕੀ ਹੋਇਆ, ਭਾਈ ਗੁਰਮੀਤ ਸਿੰਘ ਜਿਹੜੇ ਆ 30, ਹੁਣ ਤਾਂ 5 ਸਾਲ ਪੁਰਾਣੀ ਵੀਡੀਓ, 35 ਸਾਲ 35 ਇਅਰਸ, ਕੀ ਕਰਦੇ ਆਪਣੇ ਘਰ ਦੇ ਵਿੱਚ ਜਿਹੜੀ ਰੋਟੀਆਂ ਆਪ ਪਕਾਉਂਦੇ ਆ, ਆਪ ਰੋਟੀਆਂ ਪਕਾ ਕੇ, ਦਾਲ ਜਾਂ ਸਬਜ਼ੀ ਬਣਾ ਕੇ, ਇਹ ਘਰ ਵਾਲੇ ਨੂੰ ਛਕਾਉਣ ਵਾਸਤੇ ਨਹੀਂ, ਇਹ ਸਪੈਸ਼ਲ ਬਣਾਉਂਦੇ ਆ, ਹਸਪਤਾਲ ਲੈ ਕੇ ਜਾਂਦੇ ਆ, ਠੀਕ ਹੈ ਜੀ। ਸ਼ਾਇਦ ਕਿ ਹੁਣ ਚੇਤੇ ਆ ਗਿਆ, TV ਤੇ ਦੇਖਿਆ ਹੋਵੇ। ਇਹ ਤਕਰੀਬਨ ਇਹਨਾਂ ਨੇ 30 ਸਾਲ ਏਦਾਂ ਸੇਵਾ ਕੀਤੀ, ਆਪ ਬਣਾਉਂਦੇ ਸੀ। 30 years he made himself, ਆਪ ਬਣਾਉਂਦੇ ਰਹੇ। ਪਰ ਕਹਿੰਦਾ ਤੇ ਮੇਰਾ ਹੁਣ ਪਰਿਵਾਰ ਵੱਡਾ ਹੋ ਗਿਆ, ਮੇਰੇ 2 ਬੱਚੇ ਵਿਆਹ ਹੋ ਗਏ ਉਹਨਾਂ ਦੇ, ਤਾਂ ਪਰਿਵਾਰ ਵੱਡਾ ਹੋ ਗਿਆ, ਤਾਂ ਮੈਂ ਤਾਂ ਹੁਣ ਕਿਚਨ ਦੇ ਹਿਸਾਬ ਨਾਲ ਮੈਨੂੰ ਰੋਟੀਆਂ ਮੈਂ ਤਾਂ ਪਕਾ ਨਹੀਂ ਹੁੰਦੇ, ਹੁਣ ਮੈਂ ਉਹ ਢਾਬੇ ਤੋਂ ਰੋਟੀਆਂ ਲੈ ਕੇ ਜਾਂਦਾ ਆ। ਹੁਣ ਉਹ ਕਿਹਨਾਂ ਨੂੰ ਛਕਾਉਂਦਾ ਆ, ਕਿ ਉਹ ਨਿਊਜ਼ ZTV ਵਾਲੇ ਪੁੱਛਦੇ ਤੁਸੀਂ ਕਿਹਨਾਂ ਨੂੰ ਛਕਾਉਂਦੇ ਆ, ਕਿਹਨਾਂ ਨੂੰ ਖਿਲਾਉਂਦੇ ਆ? ਉਹ ਕਹਿੰਦਾ ਜਿਨ੍ਹਾਂ ਦਾ ਕੋਈ ਵੀ ਨਹੀਂ ਹਸਪਤਾਲ ਦੇ ਵਿੱਚ, ਮੈਂ ਉਹਨਾਂ ਨੂੰ ਛਕਾਉਂਦਾ, ਕਿਉਂਕਿ ਇੰਡੀਆ ਦੇ ਵਿੱਚ ਇੱਥੇ ਤਾਂ NHS ਬਿਸਕਟ ਵੀ, ਚਲੋ ਬਿਸਕਟ ਚਲੋ ਘਟਾ ਦਿੱਤਾ ਨਾ, ਪਰ ਬੇਬੀ ਮਾੜਾ ਮੋਟਾ ਭੁੱਖ ਲੱਗੀ ਤਾਂ ਦੇ ਦਿੰਦੇ ਨਾ, ਜੇ ਇੱਕ ਪੈਕਟ ਨਾ ਦਿਓ ਤਾਂ 2 ਬਿਸਕਟ ਤਾਂ ਦੇ ਦੂੰਗੇ ਤੁਹਾਨੂੰ, ਹਨਾ, ਜੇ ਨਹੀਂ ਤਾਂ ਸੈਂਡਵਿਚ ਤਾਂ ਤੁਹਾਨੂੰ ਦੇ ਦੂੰਗੇ ਬੰਦੇ ਨੂੰ। ਇੰਡੀਆ ਦੇ ਵਿੱਚ ਸੈਂਡਵਿਚ ਨਹੀਂ ਤੁਹਾਨੂੰ ਮਿਲਣੀ, ਕੁਛ ਨਹੀਂ ਮਿਲਣਾ। ਤਾਂ ਹੁਣ ਜਿਨ੍ਹਾਂ ਦੇ ਰਿਸ਼ਤੇਦਾਰ ਹੈ, ਘਰ ਪਰੌਠੇ ਬਣਾ ਕੇ ਥਰਮੋਸ ਵਿੱਚ ਕੁਛ ਦੁੱਧ, ਚਾਹ, ਪਾਣੀ ਲੈ ਜਾਂਦੇ ਆ। ਤਾਂ ਜਿਨ੍ਹਾਂ ਦਾ ਕੋਈ ਹੈ ਨਹੀਂ, they have nobody in their family, there's no one there to feed them। ਉਹਨਾਂ ਦੇ ਮਨ ਵਿੱਚ ਦਰਦ ਮਹਿਸੂਸ ਹੋਇਆ, he like empathized, he could feel the pain of those people। ਤਾਂ ਆਪਣਾ ਪ੍ਰਸ਼ਾਦਾ ਦਾ ਤਿਆਰ ਕਰਕੇ ਉਹ ਲੈ ਕੇ ਜਾਂਦੇ ਆ। ਹੁਣ ਜਿਹੜੇ ZTV ਵਾਲੇ ਦੇ ਨਿਊਜ਼ ਰਿਪੋਰਟਰ ਸੀ, ਤਕਰੀਬਨ 6-7 ਮਿੰਟ ਦੀ ਕਲਿੱਪ ਆ, 6-7 ਮਿੰਟਸ ਆ, ਉਹ ਜਿਹੜੇ ਕਲਿੱਪ ਆ, ਨਿਊਜ਼ ਕਲਿੱਪ ਆ, ਉਹ ਹਿੰਦੀ 'ਚ ਬੋਲਦੇ ਆ। ਤਾਂ ਕਹਿੰਦੇ ਇੱਥੇ ਬੜੀ ਬਦਬੂ ਆ ਰਹੀ ਆ, ਸਮੈਲ ਆ ਰਹੀ, ਕਿਉਂਕਿ ਉਹ ਬੰਦੇ ਗਰੀਬ ਬੰਦੇ ਆ, ਉਹਨਾਂ ਦਾ ਕੋਈ ਹੈ ਪੈਸਾ ਦੇਣਾ ਨਹੀਂ ਇਹਨਾਂ ਨੇ, ਉੱਥੇ ਫਿਰ ਕਲੀਨਰ ਕਿਉਂ ਭੇਜਣ, ਦੇ ਗੋਟ ਨੋ ਕਲੀਨਰਸ ਦਾ। ਉੱਥੇ ਜੇ ਬੜੀ ਬੈਡ ਸਮੈਲ ਆ, ਮਲ ਮੂਤਰ ਦੀ, ਐਕਸਕ੍ਰੀਮੈਂਟ, ਯੂਰੀਨ ਦੀ ਸਮੈਲ ਆ, ਬੰਦੇ ਗੰਦੇ ਕੱਪੜਿਆਂ 'ਚ ਆ, ਉੱਤੇ ਸ਼ਾਰਟ ਵੀ ਗੰਦੇ ਆ ਸਾਰੇ, ਜਿਹੜੇ ਉੱਤੇ ਹਸਪਤਾਲ ਵਿੱਚ ਜਿੱਥੇ ਉਸ ਵਾਰਡ ਆ ਗਰੀਬਾਂ ਵਾਸਤੇ, ਉਹ ਕਿਉਂ ਚੇਂਜ ਕਰਨ ਭਾਈ? ਹੁਣ ਸਾਡੇ ਵਰਗੇ ਹੁੰਦੇ ਨੇ, ਮੇਰੇ ਵਰਗੇ ਤਾਂ ਪਹਿਲਾਂ ਤਾਂ ਮੈਂ ਤਾਂ ਏਦਾਂ ਕਰਨਾ ਸੀ ਵੀ ਬੜੀ ਬਦਬੂ ਆ ਰਹੀ ਹੈ, ਸਮੈਲ ਬੜੀ ਬੈਡ ਆ ਰਹੀ ਹੈ ਨਾ। ਆਪਣੀ ਉਲਟੀ ਹੋਵੇ, ਆਪਣੇ ਬੱਚੇ ਦੀ ਉਲਟੀ, ਆਪਣੇ ਮਾਂ-ਬਾਪ ਦੀ ਉਲਟੀ ਹੋਵੇ, ਤੁਸੀਂ ਆਪਣੇ ਬੱਚੇ ਦੀ ਪੋਟੀ ਸਾਫ਼ ਕਰਨੀ, ਆਪਣੇ ਬਜ਼ੁਰਗ ਮਾਂ-ਬਾਪ ਦੀ ਪੋਟੀ ਸਾਫ਼ ਕਰਨੀ ਹੈ, ਤਾਂ ਬੰਦਾ ਕਰ ਸਕਦਾ ਜੀ। You can clean the toilet of your own family members। ਕਿਸੇ ਬਗਾਨੇ ਬੰਦੇ, ਗੁਆਂਢੀ ਦੇ ਘਰ ਜਾ ਕੇ ਉਹਨਾਂ ਦੀ ਟੋਇਲਟ ਸਾਫ਼ ਕਰਨੀ, ਮਾਤਾ ਦੀ ਸਫਾਈ ਕਰਨੀ ਬੜੀ ਔਖੀ ਗੱਲ ਹੈ, ਉਹ ਤੇ ਫਿਰ ਸਮੈਲ ਆਉਣਾ ਆਊਗੀ ਜ਼ਰੂਰ। ਹੁਣ ਇਹ ਪਤਾ ਨਹੀਂ ਇੰਨਾ ਵੱਡਾ ਦਿਲ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਦਾ, ਤੇ ਗੁਰੂ ਨਾਨਕ ਇੰਨਾ ਵੱਡਾ ਦਿਲ ਹੋਊਗਾ।
ਭਾਈ ਗੁਰਮੀਤ ਸਿੰਘ ਜਾਂਦੇ ਆ ਤੇ ਜਿਨ੍ਹਾਂ ਤੋਂ ਹੁਣ ਕਈ ਖਾਣੇ, ਜਿਹੜਾ ਇਹ ਵੀਰ ਜੀ ਨੇ ਤੇ ਇੰਟਰਵਿਊ ਸੀ, ਮੈਂ ਹੇਠਾਂ ਦੀ ਫੋਟੋ ਲਾਈ ਆ, ਇਹਨਾਂ ਦੇ ਹੱਥ ਨਹੀਂ ਤਾਂ ਥੋੜੇ ਜਿਹੇ ਪਿੱਛੇ ਮੁੜੇ ਹੋਏ ਆ, ਇਸ ਵਕਤ ਹੈਂਡਸ ਨੇ ਡਿਸੇਬਲਡ ਆ, ਆਪ ਰੋਟੀ ਖਾਣੀ ਹੁੰਦੀ ਉਹਨਾਂ ਤੋਂ। ਤਾਂ ਭਾਈ ਗੁਰਮੀਤ ਸਿੰਘ ਪਤਾ ਕਰਦੇ ਆ, ਬੁਰਕੀਆਂ ਬਣਾ ਬਣਾ ਕੇ ਉਹਨਾਂ ਦੇ ਮੂੰਹ ਵਿੱਚ ਪਰੋਸਦੇ ਆ ਤੇ ਮੂੰਹ ਵਿੱਚ ਪਾਉਂਦੇ ਆ। ਹੀ ਫੀਲਸ ਦ ਰੋਟੀ ਇਨ ਦ ਮਾਊਥ। ਜੀ ਟੀਵੀ ਵਾਲੇ ਪੁੱਛਦੇ ਇਹਨਾਂ ਨੂੰ, ਤੁਸੀਂ ਜਾਣਦੇ ਇਹਨਾਂ ਨੂੰ? ਡੂ ਯੂ ਨੋ ਦਿਸ ਪਰਸਨ? ਕਹਿੰਦੇ ਮੁਝੇ ਨਹੀਂ ਮਾਲੂਮ, I don't know this person। ਇਸ ਹਿੰਦੀ ਚ ਜਵਾਬ ਦਿੱਤਾ, ਮੁਝੇ ਨਹੀਂ ਮਾਲੂਮ। ਅੱਗੇ ਉਹ ਬੰਦਾ ਬੋਲਦਾ ਤਾਂ ਸੱਚੀ ਮੈਨੂੰ ਲੱਗਦਾ ਫੇ ਵਾਹਿਗੁਰੂ ਮੇਰੇ ਬੰਦੇ ਵਿੱਚ ਬੋਲੇ, ਇਹ ਬੰਦੇ ਵਿੱਚ ਦੇ ਸਵਾਲ, ਜਿਹੜਾ ਪੇਸ਼ੈਂਟ ਆ, ਗਰੀਬ ਬੰਦਾ। ਕਹਿੰਦੇ ਮੁਝੇ ਨਹੀਂ ਮਾਲੂਮ ਇਹ ਕੌਣ ਹੈ, ਇਤਨਾ ਹੀ ਮਾਲੂਮ ਹੈ, I just know ਭਗਵਾਨ ਖਾਣਾ ਲਿਆਤਾ ਹੈ ਤੇ ਭਗਵਾਨ ਮੂੰਹ ਵਿੱਚ ਪਾਤਾ ਹੈ। All I know is God brings food and God puts in my mouth। ਮੈਂ ਕਹਾਂ ਸੱਚੇ ਪਾਤਸ਼ਾਹ ਕਿੰਨੀ ਵੱਡੀ ਗੱਲ ਹੈ। ਅਸਲੀ ਅਰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲੀ ਅਰਥ, the real meaning of this, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਦਾ ਆਇਆ ਤਾਂ ਕੰਮ ਕੀ ਕਰਨਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦੇ ਕੰਮ ਕਰਨੇ ਆ, ਵਾਹਿਗੁਰੂ ਜਿੱਤ ਦੇ ਕੰਮ ਕਰਨੇ ਆ, ਵੀ ਵਰਕ ਫॉर ਵਾਹਿਗੁਰੂ। ਮੈਨੂੰ ਯਾਦ ਇੱਕ ਵਾਰ ਇੱਕ ਮੁੰਡਾ ਮੈਨੂੰ ਕਹਿੰਦਾ 1984 1984, ਕਹਿੰਦਾ ਰੱਬ ਕਿੱਥੇ ਸੀ? ਮੈਂ ਕਿਹਾ ਕੀ? ਉਹਨਾਂ ਨੇ ਬੁੱਕ ਪੜ੍ਹ ਲਈ, ਭਾਈ ਜਰਨੈਲ ਸਿੰਘ ਜਿਹੜੇ ਹੁਣ ਚੜ੍ਹਾਈ ਕਰ ਗਏ ਆ, ਜਰਨਲਿਸਟ ਜਿਹਨੇ ਜੁੱਤੀ ਮਾਰੀ ਸੀ ਹੋਮ ਮਿਨਿਸਟਰ ਨੂੰ, ਉਹ ਜਦੋਂ ਬੁੱਕ ਪੜ੍ਹੀ ਨਹੀਂ ਤਾਂ ਮੇਰੇ ਖਿਆਲ ਨਾਲ ਨਾ ਭੁੱਲ ਗਿਆ ਬੁੱਕ ਦਾ ਨਾਂ ਕੀ ਆ, ਸ਼ਾਇਦ 1984 ਕਤਲੇਆਮ ਦਾ ਕੁਛ ਬੁੱਕ ਦਾ ਨਾਮ ਆ, ਜਾਂ ਮੇਰੀ ਕਹਾਣੀ ਦਾ ਕੁਛ ਆ। ਭਾਈ ਜਰਨੈਲ ਸਿੰਘ ਜਰਨਲਿਸਟ, ਉਹ ਬੁੱਕ ਪੜ੍ਹ ਕੇ ਨੇ ਉਹ ਕਹਿੰਦਾ ਮੈਨੂੰ ਬਹੁਤ ਮੈਂ ਡਿਸਟਰਬ ਹੋਇਆ, ਫਿਰ ਇੰਨਾ ਅਤਿਆਚਾਰ ਸਿੱਖਾਂ ਨੂੰ ਹੋਇਆ। ਸਿੱਖਸ were terrorized, tortured and cruelly killed in such a horrible way। 1984 1984 ਨਵੰਬਰ ਬਾਰੇ। ਤਾਂ ਮੈਨੂੰ ਕਹਿੰਦਾ ਰੱਬ ਕਿੱਥੇ ਸੀ? ਮੈਨੂੰ ਇਹ ਜਵਾਬ ਦੇਵੋ ਮੈਨੂੰ। ਲੋਕਾਂ ਦੇ ਕੇਸਾਂ ਤੋਂ ਫੜ ਕੇ ਉਹਨਾਂ ਨੂੰ ਸ਼ਹੀਦ ਕੀਤਾ, ਸਾਹਮਣੇ ਕੈਂਚੀਆਂ ਨਾਲ ਕੇਸ ਕੱਟ ਕੇ ਗਲਾ 'ਚ ਟਾਇਰ ਪਾ ਕੇ ਸ਼ਹੀਦ ਕੀਤਾ। ਕਹਿੰਦਾ where was God? ਪਤਾ ਨਹੀਂ ਮੇਰਾ ਦਿਮਾਗ ਤੋਂ ਮੇਰਾ ਬਲੈਂਕ ਹੋ ਗਿਆ। ਮੈਂ ਕਿਹਾ ਵੀਰ ਜੀ, ਮੈਂ ਕਿਹਾ ਨੈਕਸਟ ਵੀਕ ਅਸੀਂ ਆਹ ਟੌਪਿਕ ਰੱਖ ਲੈਂਦੇ ਹਾਂ। ਮੈਂ ਅਰਦਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੁੰਡੇ ਨੇ ਬਹੁਤ ਵੱਡਾ ਸਵਾਲ ਪੁੱਛਿਆ ਤਾਂ ਮੈਨੂੰ ਕੁਛ ਜੀ ਮੇਰਾ ਮਾਈਂਡ ਬਲੈਂਕ ਆ, ਤੇ ਪਾਤਸ਼ਾਹ ਪਲੀਜ਼ ਮੈਨੂੰ ਕੁਛ ਕਿਰਪਾ ਕਰਕੇ can you give me the answer। ਸੱਚੇ ਪਾਤਸ਼ਾਹ ਨੂੰ ਫੁਰਨਾ ਦੇ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ gave me the fort। ਤਾਂ ਕੀ ਅਗਰ ਨੈਕਸਟ ਵੀਕ ਗਿਆ ਤਾਂ ਮੈਂ ਕਿਹਾ ਵੀਰ ਜੀ ਫੇ ਮਹਾਰਾਜ ਨੇ ਆਨਸਰ ਦੇ ਦਿੱਤਾ, ਮੈਂ ਤੁਹਾਨੂੰ ਜੋ ਸਤਿਗੁਰੂ ਨੇ ਸੋਝੀ ਬਖਸ਼ੀ ਮੈਂ ਉਹ ਤੁਹਾਨੂੰ ਸ਼ੇਅਰ ਕਰ ਦਿੰਦਾ। ਮੈਂ ਅਰਦਾਸ ਕੀਤੀ ਸੀ ਤਾਂ ਜਿੰਨਾ ਕੁ ਮੇਰੇ ਮਨ 'ਚ ਦਾ ਆਇਆ ਸੀ ਮੈਂ ਤੁਹਾਨੂੰ ਸ਼ੇਅਰ ਕਰਨਾ। ਕਹਿੰਦਾ ਦੱਸੋ। ਮੈਂ ਕਿਹਾ ਵੀਰ ਜੀ if there was ਕੋਈ ਭੁੱਖਾ ਬੰਦਾ ਬੈਠਾ ਆ ਤਾਂ ਭੁੱਖਾ ਬੰਦਾ ਜਿਹੜਾ ਬੈਠਾ ਆ ਤੁਸੀਂ ਅਲਾਮਾ ਦਿਓਗੇ ਰੱਬ ਨੂੰ? there's a hungry person, you blame God। ਔਰ ਰੱਬ ਤੋਂ ਕਿੱਥੇ ਆ ਭੁੱਖਾ ਬੰਦਾ ਆ? ਉਹ ਭੁੱਖਾ ਹੀ ਮਾਰ ਦਿੱਤਾ ਉਹਨੂੰ। ਮੈਂ ਕਿਹਾ ਤੂੰ ਏਦਾਂ ਕਰੂਗਾ? ਕਹਿੰਦਾ ਨਹੀਂ ਜੀ ਇਹ ਤਾਂ ਸਟੂਪਿਡ ਹੋਵੇਗਾ। ਮੈਂ ਕਿਹਾ ਅੱਛਾ। ਮੈਂ ਕਿਹਾ why is it stupid? ਕਹਿੰਦਾ ਰੱਬ ਨੇ ਤੈਨੂੰ ਦੋ ਹੱਥ ਦਿੱਤੇ, ਰੱਬ ਨੇ ਤੈਨੂੰ ਦਿਮਾਗ ਦਿੱਤਾ, ਰੱਬ ਨੇ ਤੈਨੂੰ ਪੈਰ ਦਿੱਤੇ, ਤੂੰ ਜਾ ਕੇ ਬਣਾ ਤਾਂ ਉਹਨੂੰ ਦੇ। ਰੱਬ ਨੇ ਤੇਰੇ ਵਿੱਚ ਹੀ ਵਰਤਣਾ ਆਇਆ। ਮੈਂ ਕਿਹਾ ਵੈਰੀ ਗੁੱਡ, ਠੀਕ ਹੈ, God will work for you and feed you। ਮੈਂ ਕਿਹਾ ਠੀਕ ਆ। ਮੈਂ ਕਿਹਾ ਜੇ ਕੋਈ ਨੰਗਾ ਬੰਦਾ ਬੈਠਾ ਠੰਡ ਵਿੱਚ ਉਹ ਠਰਦਾ ਆ, there's a person freezing in the cold, ਤਾਂ ਤੁਸੀਂ ਇੱਦਾਂ ਕਹੋਗੇ ਰੱਬ ਤੂੰ ਕਿੱਥੇ ਆ? ਰੱਬ ਕਿੱਥੇ ਆ? ਬੰਦੇ ਕੋਲ ਕੱਪੜੇ ਹੈ ਨਹੀਂ। ਕਹਿੰਦੇ ਨਹੀਂ ਮੈਂ ਏਦਾਂ ਨਹੀਂ ਕਰੂੰਗਾ। ਕਹਿੰਦਾ ਕਰੂਗਾ ਕੀ ਆ? ਤਾਂ ਕਹਿੰਦਾ ਫਿਰ ਮੈਂ ਕੱਪੜੇ ਖਰੀਦੂੰਗਾ ਤਾਂ ਰੱਬ ਨੇ ਮੈਨੂੰ ਜੇ ਅਕਲ ਦਿੱਤੀ ਹੈ, ਰੱਬ ਨੇ ਮੈਨੂੰ ਪੈਸਾ ਦਿੱਤਾ ਤੇ ਮੈਂ ਉਹੀ ਲੈ ਕੇ ਰੱਬ ਮੇਰੇ ਵਿੱਚੋਂ ਵਰਤ ਕੇ ਮੈਨੂੰ ਦੇਊਗਾ। ਮੈਂ ਕਿਹਾ ਵੈਰੀ ਗੁੱਡ। ਤੇ ਮੈਂ ਕਿਹਾ ਸੱਚੀ ਗੱਲ ਆ, ਜਦੋਂ ਹਮਲਾ ਹੋਇਆ ਜਿਨ੍ਹਾਂ ਨੇ ਇਹ ਗੱਲ ਸਮਝੀ ਤਾਂ ਉਹਨਾਂ ਨੇ ਸ੍ਰੀ ਸਾਹਿਬ ਵੀ ਚੁੱਕੀ ਤਾਂ ਰੱਬ ਨੂੰ ਸ੍ਰੀ ਸਾਹਿਬ ਜੀ ਵਰਤੇ ਵੀ ਆ। God worked through the ਸ੍ਰੀ ਸਾਹਿਬ। ਰੱਬ ਹੈ ਪਰ ਰੱਬ ਵਰਤਦਾ ਸਾਡੇ ਵਿੱਚੋਂ ਹੀ ਆ। God works through us। ਤਾਂ ਐਗਜ਼ਾਮਪਲ ਆ ਇਸੇ ਕਰਕੇ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝੇ ਧਿਆਨ। ਸੋ ਇਹ ਆਪਣਾ ਥਰਡ ਹੈ। ਸੋ ਪਹਿਲਾ ਸੀ ਆਪਣਾ ਭਾਣਾ ਮੰਨਣਾ, ਦੂਜਾ ਸੀ ਚੜ੍ਹਦੀ ਕਲਾ ਸੋਚ, ਐਕਸੈਪਟੈਂਸ, ਦੈਨ ਇਜ਼ ਪੋਜ਼ਿਟਿਵ ਥਿੰਕਿੰਗ। ਤਾਂ ਤੀਜਾ ਆਪਣਾ ਹੈਗਾ ਆ ਵੰਡਣਾ ਹੀ ਜੀਵਨ ਹੋ ਜਾਵੇ, ਦੈਨ ਲਿਵਿੰਗ ਇਜ਼ ਗਿਵਿੰਗ। ਸੋ ਇਹ ਇੱਕ ਆਪਣੇ ਪਰਸਨਲ ਡਿਵੈਲਪਮੈਂਟ ਲੈਕਚਰ ਗੋਰਾ ਦਿੰਦਾ ਆ।
ਤਾਂ ਵੈਸੇ ਤਾਂ ਮੈਂ ਆਪਣੇ ਨੌਜਵਾਨਾਂ ਵਾਸਤੇ ਮੈਂ ਲਾਇਆ ਸੀ। ਉਹਦਾ ਮੈਂ ਸੰਖੇਪ ਦੇ ਸ਼ੋਰਟ ਵਿੱਚ ਤੁਹਾਨੂੰ ਦੱਸਦਾ ਕੀ ਲਿਖਿਆ ਤੇ ਇੰਗਲਿਸ਼ ਵਿੱਚ ਲਿਖਿਆ, ਮੈਂ ਪੰਜਾਬੀ ਵਿੱਚ ਸੰਖੇਪ ਵਿੱਚ ਸ਼ੋਰਟ ਵਿੱਚ ਮੈਂ ਦੱਸ ਦਿੰਦਾ। ਇੱਕ ਗੋਰਾ ਆ ਤਾਂ ਇਹ ਮਤਲਬ ਸਾਈਕੋਲੋਜੀ ਸਟੱਡੀ ਕਰਕੇ ਲੋਕਾਂ ਨੂੰ ਗਾਈਡ ਕਰਦਾ ਆ, ਤੇ ਇਹ ਲਿਖਦਾ ਜਿਹੜਾ ਬੰਦਾ ਵੰਡਦਾ ਆ ਤਾਂ ਉਹ ਬੰਦਾ ਜਿਹੜਾ ਆ ਉਹਨੂੰ ਜ਼ਿਆਦਾ ਜਿਹੜੀ ਜ਼ਿੰਦਗੀ ਵਿੱਚ ਮੋਟੀਵੇਸ਼ਨ ਮਿਲਦੀ, ਮੈਂ ਕੁਝ ਵਧੀਆ ਆਪਣੇ ਆਪ ਨਾਲ ਕਰਾਂ, ਇੰਸਪੀਰੇਸ਼ਨ ਮਿਲਦੀ ਬੰਦੇ ਨੂੰ। ਜਿਹੜਾ ਬੰਦਾ ਵੰਡਦਾ ਆ ਉਸ ਬੰਦੇ ਨੂੰ ਹਿੰਮਤ ਜ਼ਿਆਦੀ ਮਿਲਦੀ ਆ, ਅੰਦਰੋਂ ਹਿੰਮਤ ਮਿਲਦੀ ਆ, ਬਲ ਮਿਲਦਾ ਆ, ਸਟਰੈਂਥ ਮਿਲਦੀ ਆ। ਤੇ ਕਹਿੰਦੇ ਜਦੋਂ ਅਸੀਂ ਜਿਹੜੇ ਵੰਡਣ ਵਾਲੇ ਹੁੰਦੇ ਆ ਉਹ ਜ਼ਿਆਦਾ ਸਕਸੈਸਫੁਲ ਕਾਮਯਾਬ ਹੁੰਦੇ। BBC ਨੇ ਸਟੱਡੀ ਕੀਤੀ ਇਸ ਮੁਲਕ ਦੇ ਵਿੱਚ, ਦਿਸ ਕੰਟਰੀ ਦ ਮੋਸਟ ਜੈਨਰਸ ਕਮਿਊਨਿਟੀ ਸਿੱਖ ਕਮਿਊਨਿਟੀ ਆ। ਇਸ ਮੁਲਕ ਇੰਡੀਆ ਦੇ ਵਿੱਚ ਵੀ ਸਿੱਖ ਕਮਿਊਨਿਟੀ ਆ ਜਿਹੜੇ ਸਭ ਤੋਂ ਜ਼ਿਆਦਾ ਖੁੱਲੇ ਦਿਲ ਦੇ ਆ ਤੇ ਵੰਡ ਕੇ ਛਕਦੀ ਆ, ਜੈਨਰਸ ਸਿੱਖ ਕਮਿਊਨਿਟੀ ਆ। ਬੇਸ਼ੱਕ ਸਾਡੇ ਡਾਂਗਾ ਮਾਰਿਆ ਜਾਂਦਾ, ਸਾਡਾ ਹਰਮੰਦਰ ਟਾਇਆ ਜਾਂਦਾ, ਸਾਡੇ ਤੇ ਝੂਠੇ ਮੁਕਾਬਲੇ ਕੀਤੇ ਜਾਂਦੇ ਆ, ਸਾਡੇ ਤੇ ਕਹਿੰਦੇ ਕਿਰਪਾਨਾਂ ਤੇ ਕੌਣ, ਮੈਂ ਦਿੱਲੀ ਦੇਖਿਆ ਸੀ YouTube ਤੇ, ਉਹ ਫੇਰ ਵੀ ਮੈਨੂੰ ਪਤਾ ਨਹੀਂ ਯਾਰ ਸਿੱਖ ਫੇਰ ਵੀ ਕਹਿੰਦੇ ਕੋਈ ਗੱਲ ਨਹੀਂ। ਮੈਨੂੰ ਕਹਿੰਦਾ ਸਿੱਖ ਤਾਂ ਨਕੰਮੇ ਆ, ਬੇਵਕੂਫ ਆ। ਮੈਂ ਕੀ ਗੱਲ, ਕਹਿੰਦੇ ਉਹੀ ਡਾਂਗਾ ਮਾਰੀ ਜਾਂਦੇ, ਉਹਨਾਂ ਰੋਟੀਆਂ ਖਿਲਾਈ ਜਾਂਦੇ ਆ। ਮੈਂ ਕਿਹਾ ਤੈਨੂੰ ਬੇਵਕੂਫੀ ਦਿਸਦੀ ਆ, ਪਰ ਗੁਰੂ ਨਾਨਕ ਦਾ ਦਿਲ ਹੀ ਇੰਨਾ ਵੱਡਾ ਆ, ਸਾਰੇ ਆਪਣੇ ਦਿਸਦੇ ਆ, ਇੱਕ ਓਂਕਾਰ, ਦੂਜੇ ਨੂੰ ਬੇਵਕੂਫੀ ਲੱਗਦੇ ਨਾ। ਮੈਨੂੰ ਕਿਸੇ ਅੰਮ੍ਰਿਤਧਾਰੀ ਸਿੰਘ ਹੀ ਸੀ, ਕਹਿੰਦਾ they shouldn't feel the police who are beating the Sikhs, ਜਦੋਂ ਆਪਣਾ ਕਿਸਾਨਾਂ ਦਾ ਚੱਲ ਰਿਹਾ ਸੀ ਮੋਰਚਾ। ਪਰ ਇੰਨਾ ਰੱਬ ਨੇ, ਰੱਬ ਵੀ ਨਹੀਂ, ਰੱਬ ਵੀ ਕਿਰਤਾਂ ਨੂੰ ਭਾਲਦਾ ਨਾ, ਪਾਲ ਲਿਆ ਕਿਰਤ ਕਰਨਾ, ਰੱਬ ਵੀ ਵਾਹਿਗੁਰੂ ਜੀ looks after the ungrateful, ਤਾਂ ਸਿੱਖ ਵੀ ਏਦਾਂ ਆ, ਕਿਰਤ ਕਰਨਾ ਨੂੰ ਵੀ ਭਾਲਦਾ ਆ। ਸੋ ਆਓ ਜੀ ਆਪਣਾ ਚੌਥਾ ਤਾਂ ਆਪਣੇ ਫਿਰ ਸਮਾਪਤੀ ਵੱਲ ਤੁਰਦੇ ਆ। ਹਰ ਵਕਤ ਸ਼ੁਕਰਾਨਾ। ਸੋ ਫਰਸਟ ਵਨ ਵਾਸ ਐਕਸੈਪਟੈਂਸ, ਭਾਣਾ ਮੰਨਣਾ। ਦੂਜਾ ਸੀ ਪੋਜ਼ਿਟਿਵ ਥਿੰਕਿੰਗ, ਚੜ੍ਹਦੀ ਕਲਾ ਸੋਚ। ਤੀਜਾ ਸੀ ਜੀਵਨ ਹੀ ਵੰਡਣਾ ਹੈ, ਵੰਡਣਾ ਹੀ ਜੀਵਨ ਹੋ ਜਾਵੇ, ਲਿਵਿੰਗ ਇਜ਼ ਗਿਵਿੰਗ। ਚੌਥਾ ਆ ਗਿਆ ਹਰ ਵਕਤ ਸ਼ੁਕਰਾਨਾ ਕਰਨਾ ਹੈ, ਗ੍ਰੈਟੀਟਿਊਡ। ਇਹ ਇੱਕ ਦੁਕਾਨ ਆ, ਦੁਕਾਨ ਦੇ ਵਿੱਚ ਪਏ ਆ ਸ਼ੀਸ਼ਾ, ਆਪਣੇ ਗਲਾਸਿਸ ਪਈਆਂ, ਸਪੈਕਸ ਪਏ ਆ। ਤਾਂ ਕੋਈ ਬੰਦਾ ਸੋਚੇ, ਮੈਂ ਨੌਜਵਾਨਾਂ ਨਾਲ ਗੱਲ ਕਰਦਾ ਸੀ, ਮੈਂ ਕਹਿੰਦਾ ਦੁਕਾਨ ਦੇ ਵਿੱਚ ਤਾਂ ਗਲਾਸਿਸ ਪਏ ਹੋਣ ਸਪੈਕਸ ਸੇਵਰਸ ਦੇ ਵਿੱਚ, ਤੇ ਮੈਂ ਕਿਹਾ ਤੁਸੀਂ ਅੰਦਰ ਜਾ ਕੇ ਤੁਸੀਂ ਚੁੱਕ ਕੇ ਲਿਆ ਸਕਦੇ ਏਦਾਂ? ਕਹਿੰਦਾ ਨਹੀਂ ਜੀ, ਸਾਨੂੰ ਪੈਸੇ ਦੇਣੇ ਪਊਗੇ, ਪੇ ਕਰਨਾ ਪੈਂਦਾ ਆ। 40 ਪਾਉਂਡ ਸਭ ਤੋਂ ਸਸਤੀ ਹੁੰਦੀ, ਮੈਂ ਐਨਕ ਜਿਹੜੀ ਆ ਤੋਂ ਵੱਧ ਪ੍ਰਾਈਸ ਆਉਂਦੀਆਂ। ਮੈਂ ਕਿਹਾ ਠੀਕ ਆ। ਮੈਂ ਕਿਹਾ ਦੇਖੋ ਰੱਬ ਕਿੰਨਾ ਪਿਆਰ ਸਾਡਾ ਕਰਦਾ ਆ। ਐਨਕ ਜਿਹੜੀ ਆ 40 ਪਾਉਂਡ, ਚਲੋ ਪਾਉਂਡ ਸ਼ਾਪ ਤੋਂ ਪਾਉਂਡ ਦੀ ਮਿਲ ਜਾਂਦੀ, ਪਰ ਫ੍ਰੀ ਤਾਂ ਕੋਈ ਦਿਨ ਨਹੀਂ ਪੈਂਦਾ ਨਾ। ਪਾਉਂਡ ਸ਼ਾਪ ਤੋਂ ਪਾਉਂਡ ਵਾਲੀ ਮਿਲ ਗਈ ਆ, ਦੂਜੀ ਸ਼ਾਪ ਤੋਂ 40 ਪਾਉਂਡ ਤਾਂ ਹੋਰ ਦਾ ਫ੍ਰੀ ਨਹੀਂ ਮਿਲਦੀਆਂ। ਪਰ ਕਦੀ ਸ਼ੁਕਰਾਨਾ ਕੀਤਾ? ਐਨਕ ਦੀ ਨਹੀਂ ਅਸੀਂ ਗੱਲ ਕਰਦੇ, ਗੱਲ ਕਰ ਰਹੇ ਅੱਖਾਂ ਦੀਆਂ। ਤਾਂ ਰੱਬ ਨੇ ਮੈਨੂੰ ਅੱਖਾਂ ਦਿੱਤੀਆਂ ਦੇਖਣ ਵਾਸਤੇ। ਵਾਹਿਗੁਰੂ ਤੇਰਾ ਕੀ ਕਹਿਣਾ ਸ਼ੁਕਰ ਹੈ, ਥੈਂਕ ਯੂ ਵਾਹਿਗੁਰੂ, ਤੇਰਾ ਸ਼ੁਕਰ ਹੈ। ਬੜਾ ਪਿਆਰਾ ਬਚਨ ਸਤਿਗੁਰੂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ ਪਾਤਸ਼ਾਹ ਬਖਸ਼ਦੇ ਆ। ਜਿਨ ਕੀਆ ਤਿਸ ਜੀਤ ਰੱਖ, ਸਾਰੇ ਬੋਲੋ ਜੀ। ਜਿਨ ਕੀਆ ਤਿਸ ਜੀਤ ਰੱਖ, ਨਾਨਕ ਨਿਭਈ ਨਾਲ। ਕੀਆ ਹੁੰਦਾ ਬਣਾਇਆ, ਕੀਆ ਮੀਨਸ ਮੇਡ। ਕਹਿੰਦੇ ਪੁੱਤ ਜਿਹਨੇ ਤੈਨੂੰ ਬਣਾਇਆ ਉਹਨੂੰ ਚਾਹਤੇ ਚੇਤੇ ਰੱਖ ਲਾ। ਸੁਖਮਨੀ ਸਾਹਿਬ ਦੇ ਨਾਲ ਜਾਪ ਹੋਇਆ ਆ। ਸੁਖਮਨੀ ਸਾਹਿਬ ਵਿੱਚ ਸਾਨੂੰ ਸ਼ੁਕਰਾਨੇ ਦੀ ਪੋਜ਼ਿਟਿਵ ਥਿੰਕਿੰਗ ਸਾਰੇ ਰਿਲੇਟਡ ਆ। ਸਾਨੂੰ ਮਹਾਰਾਜ ਕਹਿੰਦੇ ਪੁੱਤ ਸ਼ੁਕਰਾਨਾ ਕਰ, ਤੇਰੇ ਭਾਗ ਬਦਲ ਜਾਓਗੇ ਤਾਂ ਜਦ ਸ਼ੁਕਰਾਨਾ, your destiny will change when you start to become grateful in life। ਤੇਰੀ ਜ਼ਿੰਦਗੀ ਦਾ ਜਿਹੜਾ ਰਾਹ ਹੈ ਬਦਲ ਜਾਊਗਾ, ਵਧੀਆ ਬਣ ਜਾਊਗਾ ਸ਼ੁਕਰਾਨਾ ਕਰਨਾ। ਉਹੀ ਤੇਰੇ ਨਾਲ ਜਾਣਾ ਜਿਹਨੇ ਤੈਨੂੰ ਦਾਤਾਂ ਦਿੱਤੀਆਂ। God is given these gifts, he is going to go with you। ਇੱਕ ਬੰਦਾ ਸਾਧੂ ਫਕੀਰ ਸੀ, ਉਹ ਰੱਬ ਦੇ ਘਰ ਵੱਲ ਜਾ ਰਿਹਾ ਆ ਤਾਂ ਆਪਣੇ ਪੈਰਾਂ ਦੇ ਵਿੱਚ ਜੁੱਤੀ ਨਹੀਂ ਪਾਈ, ਨੰਗੀ ਪੈਰ ਜਾ ਰਿਹਾ, ਰੇਤੇ ਦੇ ਉੱਪਰ ਤੁਰ ਰਿਹਾ। He's walking across the sand, the desert, and he's going to the place of worship। ਤਾਂ ਉਹ ਰੇਤਾ ਚੁਭਣ ਲੱਗ ਪਿਆ, ਗਰਮੀ ਬਹੁਤ ਸੀ, ਉਹਦੇ ਪੈਰ ਦੁਖਣ ਲੱਗ ਪਏ। ਤਾਂ ਬੰਦਾ ਕੋਲ ਲੰਘਿਆ, ਬੰਦੇ ਨੇ ਜੁੱਤੀ ਪਾਈ ਆ ਤੇ ਘੋੜੇ ਤੇ ਚੜਿਆ। he's on a horse and he's wearing shoes। ਉਹ ਬੰਦਾ ਰੱਬ ਨੂੰ ਨਹੀਂ ਮੰਨਦਾ, ਰੱਬ ਨੂੰ ਨਹੀਂ ਮੰਨਦਾ। ਉਹ ਬੰਦੇ ਦੇ ਮਨ ਚ ਗਿਆ, ਉਹ ਕਹਿੰਦਾ ਰੱਬਾ, ਉਹਨੇ ਕਹਿੰਦਾ ਮਨ ਚ ਆਇਆ ਜਦੋਂ ਨਹੀਂ ਮੈਂ ਪਹੁੰਚ ਗਿਆ
ਆਪਣੀ ਇਬਾਦਤ ਕਰਨ ਵਾਸਤੇ when I arrived to pray, ਤਾਂ ਮੈਂ ਉੱਥੇ ਜਾ ਕੇ ਨਹੀਂ, ਮੈਂ ਆਪਣੇ ਅਲਾਮਾ ਦੇਣਾ ਹੈ। ਸ਼ੇਖ ਸ਼ਾਦੀ ਉਸ ਇਸ ਤਰ੍ਹਾਂ ਨਾਮ ਹੈ, ਅਰਬ ਦੀ ਕਹਾਣੀ ਆ, ਸੱਚੀ ਕਹਾਣੀ ਆ। ਇਹ ਸ਼ੇਖ ਸਾਦੀ ਦਾ ਕੁਛ ਨਾਮ ਹੈ। ਉਹ ਕਹਿੰਦੇ ਵੀ ਮੈਂ ਮਸੀਤ ਜਾ ਕੇ ਮੈਂ ਅਲਾਮਾ ਦੇਣਾ, I'm gonna call it out with God। ਫਿਰ ਰੱਬਾ ਮੈਂ ਤੇਰੀ ਇਬਾਦਤ ਕਰਦਾ, I pray, ਮੈਂ 5 ਵਕਤ ਮੈਂ ਤੇਰਾ ਪਾਠ ਕਰਦਾ, ਨਮਾਜ਼ ਪੜ੍ਹਦਾ ਆ, ਮੈਂ ਹਰ ਵੇਲੇ ਮੈਂ ਤੈਨੂੰ ਸ਼ੁਕਰਾਨਾ ਕਰਦਾ, ਮੈਂ ਤੈਨੂੰ ਚੇਤੇ ਰੱਖਦਾ ਆ, I remember you। ਤੇ ਮੇਰੇ ਪੈਰ ਦੁਖ ਰਹੇ ਆ, ਪੈਰ ਜੁੱਤੀ ਨਹੀਂ। ਤੇ ਇਹ ਜਿਹੜਾ ਬੰਦਾ ਕਦੀ ਤੈਨੂੰ ਮੰਨਦਾ ਨਹੀਂ, ਤੇਰਾ ਕਦੇ ਸ਼ੁਕਰ ਨਹੀਂ ਕਰਦਾ, ਇਹਨੇ ਰੱਬ ਤੋਂ ਬਹੁਤ ਕੁਝ ਦਿੱਤਾ ਆ। ਫਿਰ ਕੀ ਹੁੰਦਾ, ਜਿਹੜਾ ਸ਼ੇਖ ਸੀ, ਸੱਚੀ ਕਹਾਣੀ ਅਰਬ ਦੀ ਆ, ਉਹ ਕਹਿੰਦਾ ਜਦੋਂ ਮਸੀਤ ਦੇ ਬਾਹਰ ਵਰਨ ਲੱਗਾ ਨਹੀਂ, ਇੱਕ ਬੰਦਾ ਕੋਲ ਲੰਘਿਆ। ਤਾਂ ਕੌਣ ਸੀ ਬੰਦਾ, ਕਿੱਦਾਂ ਦਾ ਸੀ? ਜਿਨ੍ਹਾਂ ਦੀ ਲੱਤਾਂ ਹੈ ਨਹੀਂ ਸੀ। ਉਹ ਆਪਣਾ ਆਪ ਨੂੰ ਇਸ ਤਰ੍ਹਾਂ, ਜਿੱਦਾਂ ਇੰਡੀਆ 'ਚ ਤੁਸੀਂ ਦੇਖੇ ਹੋਣੇ ਆ, ਜਸਟ ਵਿਦ ਹੈਂਡਸ, ਹੱਥਾਂ ਦੇ ਨਾਲ ਹੀ ਉਹ ਵਿਚਾਰਾ ਆਪਣਾ ਸਰੀਰ ਜਿਹੜਾ ਆ ਅੱਗੇ ਕਰ ਰਿਹਾ ਸੀ। ਉਹ ਕਹਿੰਦਾ ਰੱਬਾ ਤੇਰਾ ਸ਼ੁਕਰ ਆ, ਖੁਦਾ ਤੇਰਾ ਸ਼ੁਕਰ ਆ, ਮੈਂ ਤੇਰੇ ਵਾ ਉੱਪਰ ਦੇਖੀ ਜਾਂਦਾ ਸੀ, ਮੈਂ ਜਦੋਂ ਥੱਲੇ ਦੇਖਿਆ ਨਹੀਂ, ਮੈਂ ਥੱਲੇ ਜਦੋਂ ਲੁੱਕ ਡਾਊਨ ਤਾਂ ਮੈਂ ਦੇਖੇ ਬੰਦੇ ਲੱਤਾਂ ਹੈ ਨਹੀਂ। ਕਹਿੰਦੇ ਰੱਬ ਤੇਰਾ ਸ਼ੁਕਰ ਆ, ਤੂੰ ਮੈਨੂੰ ਲੱਤਾਂ ਦਿੱਤੀ, ਇਸ ਬੰਦੇ ਲੱਤਾਂ ਹੀ ਹੈ ਨਹੀਂ। ਕਹਿੰਦੇ ਜਿਹੜੇ ਸਿਆਣੇ ਹੁੰਦੇ ਨਹੀਂ, ਉਹ ਜ਼ਿੰਦਗੀ 'ਚ ਥੱਲੇ ਦੇਖਦੇ ਆ, ਉੱਪਰ ਨਹੀਂ ਵੇਖਦੇ, ਉੱਪਰ ਵਾਲਿਆਂ ਨੂੰ ਨਹੀਂ ਦੇਖਦੇ, ਥੱਲੇ ਵਾਲਿਆਂ ਨੂੰ ਦੇਖਦੇ ਆ। ਕਹਿੰਦੇ when a wise person looks at those below them, not above them। ਜਦੋਂ ਅਸੀਂ ਵੱਡਿਆਂ ਨੂੰ ਦੇਖੋਗੇ ਤਾਂ ਸਾਡੇ ਵਿੱਚ ਸੰਤੋਖ ਨਹੀਂ ਆਊਗਾ, we'll have no satisfaction। ਯਾਰ ਤੇ ਉਹਨਾਂ ਦੇ ਇੰਨਾ ਵੱਡਾ ਘਰ ਆ ਤੇ ਮੇਰਾ ਤਾਂ ਛੋਟਾ ਲੱਗਦਾ ਆ। ਪਰ ਜਦੋਂ ਅਸੀਂ ਉਹਨਾਂ ਵੱਲ ਦੇਖਦੇ ਆ, ਜੇ ਕਰੇਨ 'ਚ ਵਿਚਾਰੇ ਘਰ ਛੱਡ ਕੇ ਚੱਲ, ਕਹਿੰਦੇ ਸ਼ੁਕਰ ਆ ਪਾਤਸ਼ਾਹ, ਬਹੁਤ ਸ਼ੁਕਰ ਆ। ਜਦੋਂ ਕਹਿੰਦੇ ਮੇਰੇ ਨਿਆਣੇ ਨਹੀਂ, ਉਹਨਾਂ ਨੂੰ ਪਤਾ ਨਹੀਂ ਕਿੰਨੀ ਵਾਰੀ ਮਨਾ ਕੇ ਗੁਰਦੁਆਰੇ ਲਿਆਉਣਾ ਪੈਂਦਾ। ਫਿਰ ਜਦੋਂ ਨਹੀਂ ਦੇਖਿਆ ਜਿਹਨਾਂ ਦੇ ਮਾਂ ਦਾ ਇਕੱਲਾ ਪੁੱਤ ਸੀ, ਤਾਂ ਇਕੱਲਾ ਪੁੱਤ ਡਰੱਗੀ ਬਣ ਗਿਆ, ਤੇ ਕਹਿੰਦੇ ਪੁੱਤ ਮਾਰ, ਫਿਰ ਵੀ ਸ਼ੁਕਰ ਹੈ ਮੇਰੇ ਬੱਚੇ ਮੇਰਾ ਤਮੀਜ਼ ਨਾਲ ਬੋਲਦੇ ਆ, ਫਿਰ ਸ਼ੁਕਰ ਫਿਰ ਵੀ ਆ ਪਾਤਸ਼ਾਹ, ਫਿਰ ਵੀ ਤੂੰ ਮਾਰ ਜਲ ਪਾਣੀ ਪੁੱਛ ਲੈਂਦੇ ਬੱਚੇ, ਫਿਰ ਵੀ ਸ਼ੁਕਰ ਹੈ ਪਾਤਸ਼ਾਹ, ਬਹੁਤ ਵਾਰ ਦੀ ਕਿਰਪਾ ਬਖਸ਼ਿਸ਼ ਆ। ਇਸੇ ਕਰਕੇ ਸੁਖਮਨੀ ਸਾਹਿਬ ਦੇ ਵਿੱਚ ਸਿਰਫ ਇੱਕ ਪੌੜੀ ਦੀ ਵਿਚਾਰ, ਵੈਸੇ ਤਾਂ ਪੂਰੀ ਅਸ਼ਟਪਦੀ ਇਹ ਆਉਂਦੀ ਆ। ਪਾਤਸ਼ਾਹ ਕਹਿੰਦੇ ਜੇ ਪ੍ਰਸਾਦ ਸਤੀ ਅੰਮ੍ਰਿਤ ਖਾਏ, ਤਿਸ ਠਾਕੁਰ ਕੋ ਰਖ ਮਨ। ਇਹ ਹੈਗਾ ਜਦੋਂ ਨਹੀਂ ਖਾਣ ਲੱਗੇ ਆ, ਖਾਣ ਲੱਗੇ ਹੱਥ ਜੋੜ ਕੇ ਤਾਂ ਵਾਹਿਗੁਰੂ ਸ਼ੁਕਰਾਨਾ ਕਰਨਾ, ਥੈਂਕ ਵਾਹਿਗੁਰੂ ਜੀ। ਮੂਲ ਮੰਤਰ ਦਾ ਪਾਠ ਕਰੋ ਜੇ ਨਹੀਂ ਤੁਹਾਨੂੰ ਬਾਣੀ ਆਉਂਦੀ। ਜੇ ਕੁਛ ਜਿਸ ਦਾ ਦਿੱਤਾ ਖਾਵਣਾ, ਤਿਸ ਕਰੀਆ ਸ਼ਾਬਾਸ਼, ਨਾਨਕ ਹੁਕਮ ਨਾ ਚੰਨ ਖਸਮ ਚਲੇ ਅਰਦਾਸ। ਇਸ ਤਰ੍ਹਾਂ ਜਦ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵ, ਜਦ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣਾ, ਦਿੰਦੇ ਤੋਟ ਨਾ ਆਵੇ, ਅਗਣਤ ਭਰੇ ਭੰਡਾ। ਇਸ ਤਰ੍ਹਾਂ ਦੇ ਕੋਈ ਪ੍ਰੇਮ ਵਾਲੇ ਸ਼ਬਦ ਜਿਹੜੇ ਹੁੰਦੇ ਆ, ਜਾਂ ਮੂਲ ਮੰਤਰ, ਇਹ ਇਸ ਤਰ੍ਹਾਂ ਪਾਠ ਕਰਕੇ ਵਾਹਿਗੁਰੂ ਸ਼ੁਕਰ ਕਰਕੇ ਖਾਣਾ। ਕਹਿੰਦੇ ਪੁੱਤ ਖਾਣਾ ਨਹੀਂ ਮਾੜੀ ਗੱਲ ਨਹੀਂ। ਕੋਈ ਮੈਨੂੰ ਕਹਿੰਦੇ ਸਿੰਘਾਂ ਨੂੰ ਨਹੀਂ ਪਲੇਨ ਹੀ ਸਿੰਪਲ ਫੂਡ ਹੀ ਖਾਣਾ ਚਾਹੀਦਾ ਹੈ, ਤਾਂ ਮਹਾਰਾਜ ਕਹਿੰਦੇ ਜੇ ਪ੍ਰਸ਼ਾਦ ਸਤੀ ਅੰਮ੍ਰਿਤ ਖਾਏ, ਸਤੀ ਹੁੰਦਾ 36, ਮਤਲਬ ਤਰ੍ਹਾਂ ਦੇ ਅੰਮ੍ਰਿਤਧਾਰੀ ਪੀਜ਼ਾ ਖਾ ਸਕਦੇ ਆ। ਮੈਂ ਇਹ ਨਹੀਂ ਕਹਿੰਦਾ ਉਧਰ ਡਮਨੋ ਤੋਂ ਖਾਓ, ਆਪ ਬਣਾਓ, ਤੁਹਾਡੇ ਗੁਰੂ ਘਰ ਪੀਜ਼ਾ ਮਸ਼ੀਨ ਬਣੀ ਆ। ਕਈ ਬੰਦੇ ਕਹਿੰਦੇ ਨਹੀਂ ਇਹ ਗੁਰੂ ਘਰ ਵਿੱਚ ਨਹੀਂ ਹੋਣੇ ਚਾਹੀਦੇ ਆ। ਸ਼ਾਹੀ ਪਨੀਰ ਖਾ ਸਕਦੇ ਆ, ਪਨੀਰ ਦੀ ਸਬਜ਼ੀ ਖਾ ਸਕਦੇ, ਪੀਜ਼ਾ ਨਹੀਂ ਖਾ ਸਕਦੇ। ਇਹ ਪੀਜ਼ਾ ਖਾ, ਜੇ ਜਿਹੜਾ ਖਾਣਾ ਚਾਹੁੰਦਾ ਨਹੀਂ ਖਾਣਾ ਉਦਾਂ ਹੀ ਖਾਵੇ, ਪਰ ਖਾ ਸਕਦੇ ਆ। ਬਰਗਰ ਖਾਣਾ, ਵੈਜ ਬਰਗਰ ਖਾ ਸਕਦੇ ਆ ਆਪ ਬਣਾ ਕੇ। ਪਰ ਕਹਿੰਦੇ ਪੁੱਤ ਸੋਹਣੇ ਸਵਾਦ ਖਾਣੇ ਬਣਾ ਲਾ, ਮੈਂ ਤੈਨੂੰ ਰੋਕਦਾ ਨਹੀਂ, ਪਰ ਜਿਹਨਾਂ ਨੇ ਖਾਣ ਤੋਂ ਪਹਿਲਾਂ ਸ਼ੁਕਰ ਕਰ ਲਈ। ਚਾਹਣਾ ਕੋਈ ਚੀਜ਼ ਤਿਆਰ ਕੀਤੀ ਨਹੀਂ ਤਾਂ ਕਿ ਵਾਹਿਗੁਰੂ ਕਿੰਨਾ ਸੋਹਣਾ ਖਾਣਾ ਲੱਗਦਾ ਆ, ਤਾਂ ਰੱਬ ਹੀ ਚੇਤੇ ਖਾਣਾ ਹੀ ਸਿਮਰਨ ਬਣ ਜਾਵੇ, ਤੇਰਾ ਖਾਣਾ ਹੀ ਸਿਮਰਨ ਬਣ ਜਾਵੇ। ਐਸਾ ਸਾਡਾ ਧਰਮ ਹੈ ਜਿੱਥੇ ਖਾਣਾ ਹੀ ਭਗਤੀ ਬਣ ਜਾਂਦੀ ਹੈ। ਬੋਲੋ ਵਾਹਿਗੁਰੂ ਵਾਹਿਗੁਰੂ। ਕਿਸੇ ਗੁਰਮੁਖਾਂ ਨੇ ਲੱਡੂ ਤਿਆਰ ਕੀਤੇ, ਮੈਂ ਲੱਡੂ ਘਰ ਲਿਆਂਦੇ, ਦੱਸ ਡੈਡੀ ਜੀ ਮੈਂ ਕਿਹਾ ਲੱਡੂ ਤੁਸੀਂ ਖਾਣਾ ਹੈ, ਤਾਂ ਕਹਿੰਦੇ ਮੈਂ ਲੱਡੂ ਨਹੀਂ ਖਾਣੇ ਆ, ਮਿੱਠਾ ਬਹੁਤ ਹੁੰਦਾ ਨੇ ਵਿੱਚ। ਮੈਂ ਵੀ ਬਾਹਰ ਲੱਡੂ ਨਹੀਂ ਖਾਂਦਾ, ਪਰ ਮੈਂ ਲੱਡੂ ਨਹੀਂ, ਮੈਨੂੰ ਭਰ ਕੇ ਉਹਨਾਂ ਨੂੰ ਲੱਡੂ ਦੇ ਦਿੱਤੇ। ਇਸ ਦਾ ਆਨੰਦ ਕਾਰਜ ਸੀ। ਤਾਂ ਮੈਂ ਜਦੋਂ ਲੱਡੂ ਨੂੰ ਦੇਣ, ਮੈਂ ਕਿਹਾ ਮੈਂ ਲੱਡੂ ਖਾਂਦੇ ਨੇ, ਕਹਿੰਦੇ ਲੈ ਜਿਓ। ਮੈਂ ਕਿਹਾ ਭੇ, ਕਹਿੰਦੇ ਇੱਕ ਗੱਲ ਹੈ, ਜਿਨ੍ਹਾਂ ਨੇ ਤਿਆਰ ਕੀਤਾ ਹੈ, ਜਿਹੜੇ ਸਿੰਘ ਪੰਜਾਂ ਪਿਆਰੇ ਸੇਵਾ ਕਰਦੇ ਆ, ਉਹਨਾਂ ਨੇ ਤਿਆਰ ਕੀਤੇ ਆ। 6 ਘੰਟੇ ਲੱਗੇ ਲੱਡੂ ਤਿਆਰ ਕਰਨ, 6 ਘੰਟੇ ਮੂੰਹ ਢੱਕ ਕੇ, ਜਿੱਦਾਂ ਦੇਖ ਤਿਆਰ ਹੋ ਗਈ, ਮੂੰਹ ਏਦਾਂ ਢੱਕ ਕੇ ਤੇ ਥੁੱਕਣਾ ਅੰਦਰ ਜਾਵੇ,
ਤਾਂ 6 ਘੰਟੇ ਨਿਰੰਤਰ ਅਖੰਡ ਜਪਜੀ ਸਾਹਿਬ ਦੇ ਪਾਠ ਕੀਤੇ। ਜਪਜੀ ਸਾਹਿਬ ਦਾ ਨਿਰੰਤਰ ਪਾਠ, ਕਦੇ ਕਿਸੇ ਨੇ ਗੱਲ ਨਹੀਂ ਕਰਨੀ। ਕਹਿੰਦੇ ਵੀਰ ਜੀ ਲੈਟਰ ਲੱਗਾ ਕਿ ਚਲੋ ਲੈ ਆਈਏ। ਮੈਂ ਲੈ ਜਾਂਦਾ ਲੱਡੂ। ਜੇ ਮੈਂ ਡੈਡੀ ਨੂੰ ਕਿਹਾ, ਮੈਂ ਕਿਹਾ ਲੱਡੂ ਨਹੀਂ, ਉਹ ਜਿਹੜੇ ਸਿੰਘ, ਜਿਹੜੇ ਭਾਈ ਸਾਹਿਬ ਜੀ ਜਿਹੜੇ ਸਿਮਰਨ ਬੰਦਗੀ ਵਾਲੇ ਆ, ਪੰਜਾਂ ਪਿਆਰੇ ਸੇਵਾ ਕਰਦੇ ਆ, ਉਹਨਾਂ ਸਿੰਘਾਂ ਨੇ ਤਿਆਰ ਕੀਤੇ ਲੱਡੂ। 6 ਘੰਟੇ ਜਪਜੀ ਸਾਹਿਬ ਦਾ ਪਾਠ ਕੇ ਕਹਿੰਦੇ ਮੈਨੂੰ ਇੱਕ ਦੇ ਜਪਜੀ ਸਾਹਿਬ ਵੀ ਛਕ ਲੈਂਦੇ ਆ। ਜਪਜੀ ਸਾਹਿਬ ਛਕ ਲੈਂਦੇ ਆ। ਸਾਡਾ ਖਾਣਾ ਹੀ ਭਗਤੀ ਇੰਨੀ ਵੱਡੀ ਦਾਤ, ਪਰ ਜੇ ਤਿਆਰ ਕੀਤਾ ਸਹੀ ਤਰ੍ਹਾਂ, ਹਨਾ। ਹੁਣ ਇਹ ਵੀ ਅੱਜ ਗੱਲਾਂ ਕਰਕੇ ਬਣਾਇਆ ਤੇ ਫਿਰ ਗੱਲਾਂ ਹੀ ਖਾ ਰਹੇ ਆ। ਸੋ ਇਹ ਬਹੁਤ ਵੱਡੀ ਚੀਜ਼ ਆ। ਬਸ ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ। ਕਹਿੰਦਾ ਕੋਈ ਗੱਲ ਨਹੀਂ ਪੁੱਤ, ਆਪਣੇ ਆਪ ਤੋਂ ਸੋਹਣੀ ਸਮੈਲ ਫ੍ਰੇਗਰੈਂਸ ਲਾਉਂਦਾ ਆ। ਕੱਪੜਿਆਂ ਵਿੱਚ ਅਸੀਂ ਕੰਫਰਟ ਲਾ ਲੈਂਦੇ, ਉਹ ਵੀ ਵਿੱਚ ਗਣਿਆ ਜਾਂਦਾ ਨਾ। ਕੰਫਰਟ ਪਾਉਂਦੇ ਨਾ, ਕੱਪੜੇ ਸੋਹਣੀ ਸਮੈਲ ਆਵੇ। ਕਹਿੰਦੇ ਕਦੇ ਸਮੈਲ ਆਪਣੇ ਕੱਪੜਿਆਂ ਵਿੱਚ ਵੀ ਸੋਹਣੀ ਆ ਜਾਵੇ, ਆਪਣੇ ਸਰੀਰ ਵਿੱਚ ਆ ਜਾਵੇ। ਹੁਣ ਸ਼ੈਂਪੂਆਂ ਦੇ ਵਿੱਚ ਹੀ ਪਾਈ ਹੁੰਦੀ ਹੈ, ਬੇਸ਼ੱਕ ਕਈ ਗੁਰਸਿੱਖ ਨਹੀਂ ਛਿੜਕਦੇ, ਪਰ ਉਹ ਸ਼ੈਂਪੂ ਵਿੱਚ ਹੀ ਸਮੈਲ ਲਾਈ ਪਾਈ ਹੁੰਦੀ ਆ, ਜਾਂ ਕੰਫਰਟ ਵਿੱਚ ਹੀ ਪਾਈ ਹੁੰਦੀ ਸਮੈਲ। ਤੇ ਕਹਿੰਦੇ ਪੁੱਤ ਉਹਨੂੰ ਚੇਤੇ ਕਰ, ਉਹਨੂੰ ਚੇਤੇ ਕਰਕੇ ਬੰਦਾ ਉੱਚਾ ਹੋ ਜਾਂਦਾ, ਪਰਮਗਤ ਪਾਵੇ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਕਹਿੰਦਾ ਆਪਣੇ ਅੰਦਰ ਨੂੰ ਚੇਤੇ ਕਰ। ਮੰਦਰ ਹੁੰਦਾ ਘਰ। ਜੇ ਤੂੰ ਆਪਣੇ ਘਰ ਦੇ ਵਿੱਚ ਨਹੀਂ, ਜਿੱਥੇ ਤੂੰ ਰਹਿ ਰਿਹਾ ਸੁਖੀ ਹੋ ਕੇ, ਤਾਂ ਆਪਣੇ ਘਰ ਵਧੀਆ ਘਰ ਲੈ, ਮਾੜੀ ਘਰ ਨਹੀਂ। ਵੱਡੀਆਂ ਘਰ ਸਿੰਘਾਂ ਦੇ ਹੋਣੇ ਚਾਹੀਦੇ ਆ। ਵਧੀਆ ਘਰ ਵਿੱਚ ਰਹਿ, ਤਾਂ ਘਰ 'ਚ ਨਹੀਂ ਤੈਨੂੰ ਦੇਖੋ ਤੇ ਚੇਤੇ ਹੋ ਗਿਆ ਵਾਹਿਗੁਰੂ ਦਾ ਸ਼ੁਕਰ। ਮੈਂ ਕਿਸੇ ਘਰ ਅੰਮ੍ਰਿਤਸਰ ਗਿਆ, ਬਹੁਤ ਵੱਡਾ ਘਰ, ਬਹੁਤ ਮੈਂ ਦੇਖੇ ਕਿੰਨੇ ਗੁਰਸਿੱਖਾਂ ਦੇ ਬਹੁਤ ਵੱਡੇ ਮੇਰੇ ਸੋਚਣ ਦੀ ਗੱਲ ਹੈ। ਦਿੱਲੀ ਵਿੱਚ ਵੀ ਜਿੱਤੇ ਵੀ ਸਿੱਖਾਂ ਦਾ ਨੁਕਸਾਨ ਹੋਇਆ, ਜਿਨ੍ਹਾਂ ਨੇ ਅਟੈਕ ਨਹੀਂ ਕੀਤਾ ਸਿੱਖਾਂ ਤੇ, ਨੋਟ ਕਰੋ, ਜਿਨ੍ਹਾਂ ਨੇ ਸਿੱਖਾਂ ਤੇ ਹਮਲਾ ਕੀਤਾ, those who attacked the Sikhs, ਉਹ ਗਰੀਬ ਬੰਦੇ ਸੀ। ਨੋਟ ਕਰੋ, ਜਿਹੜੇ ਬੰਦੇ ਦਿੱਲੀ ਵਿੱਚ ਵੀ ਸੀ ਜਿਨ੍ਹਾਂ ਨੇ ਸਿੱਖਾਂ ਨੂੰ ਅਟੈਕ ਕੀਤਾ, ਉਹ ਗਰੀਬ ਬੰਦੇ ਸੀ, ਭਿਖਾਰੀ ਟਾਈਪ ਬੰਦੇ ਸੀ। ਹੁਣ ਕਿੰਨੇ ਸਾਲ ਲੰਘ ਗਏ ਆ, ਜਿਨ੍ਹਾਂ ਨੇ ਅਟੈਕ ਕੀਤਾ, ਸਿੱਖਾਂ ਦੀ ਫੈਕਟਰੀਆਂ ਲੂਹ ਦਿੱਤੀਆਂ, ਘਰ ਭੰਨ ਦਿੱਤੇ, ਸਿੱਖਾਂ ਰੈਫਿਊਜੀ ਕੈਂਪ ਚੱਲ ਗਏ। ਕਹਿੰਦੇ ਸਾਡਾ ਕੁਝ ਵੀ ਨਹੀਂ ਰਿਹਾ। ਜਿਨ੍ਹਾਂ ਨੇ ਕੀਤਾ ਉਹਨਾਂ ਕੋਲ ਕੁਝ ਹੈ ਨਹੀਂ ਸੀ ਆਪਣੇ ਕੋਲ, ਤਾਂ ਅੱਜ ਵੀ ਉਹਨਾਂ ਕੁਝ ਹੈ ਨਹੀਂ, ਅੱਜ ਵੀ ਉਹਨਾਂ ਕੋਲ ਕੁਝ ਹੈ ਨਹੀਂ। ਤਾਂ ਜਿਨ੍ਹਾਂ ਦਾ ਸਭ ਕੁਝ ਚਲੇ ਗਿਆ ਸੀ, ਅੱਜ ਉਹ ਬਾਦਸ਼ਾਹ ਬਣ ਗਏ। ਅੱਜ ਵੀ ਮਾਰੀ ਇੰਨੀ ਬਖਸ਼ਿਸ਼ ਆ, ਦਿੱਲੀ ਦੇ ਸਿੱਖ ਫੇਰ ਵੀ ਵੱਡੇ ਫੈਕਟਰੀਆਂ ਮਾਲਕਾਂ ਬਣ ਗਏ ਆ। ਇਹ ਰੱਬ ਦੀ ਦੇਣ ਦਾਤਾ ਹੁੰਦੀਆਂ। ਪਾਤਸ਼ਾਹ ਕਹਿੰਦੇ ਪੁੱਤ ਆਪਣੇ ਘਰ ਵਿੱਚ ਜਾ। ਕੋਈ ਮਾੜੇ ਮੈਂ ਕਿਸੇ ਘਰ ਗਿਆ ਤੇ ਮੈਂ ਉਹਨੂੰ ਘਰ ਬਹੁਤ ਵਧੀਆ ਲੱਗੇ। ਮੈਂ ਕਿਹਾ ਮਾਤਾ ਜੀ ਘਰ ਹੀ ਬੜਾ ਵਧੀਆ, ਤੁਹਾਡਾ ਘਰ ਹੈ, ਕਿਉਂਕਿ ਉੱਥੇ ਸੰਗਤ ਹੀ ਬਹੁਤ ਜ਼ਿਆਦਾ ਸੀ। ਮੈਂ ਕਿਹਾ ਮਾਤਾ ਜੀ ਤੁਹਾਡਾ ਘਰ ਹੈ? ਮੈਨੂੰ ਪਤਾ ਨਹੀਂ ਲੱਗ ਰਿਹਾ ਕਿਹਨਾਂ ਦਾ ਘਰ ਆ। ਕਹਿੰਦਾ ਜੀ ਨਹੀਂ ਜੀ, ਇਹ ਗੁਰੂ ਰਾਮਦਾਸ ਜੀ ਦਾ ਘਰ ਆ। ਮੈਂ ਘਰ ਬਹੁਤ ਸੋਹਣਾ ਆ। ਕਹਿੰਦੇ ਗੁਰੂ ਰਾਮਦਾਸ ਦਾ ਘਰ ਸੋਹਣਾ ਹੀ ਹੋਣਾ ਆ। ਉਹਨਾਂ ਨੇ ਪੁੱਛਿਆ ਉਹਨਾਂ ਨੇ ਕੀ ਕਹਿਣਾ ਆ। ਉਹਨਾਂ ਨੇ ਫਿਰ ਰਸੋਈ, ਉਹਨਾਂ ਦੀ ਰਸੋਈ ਆ, ਰਸੋਈ ਮੀਨਸ ਕਿਚਨ। ਕਹਿੰਦੇ ਨੇ ਇਹ ਤਾਂ ਗੁਰੂ ਨਾਨਕ ਦੀ ਰਸੋਈ ਆ, ਗੁਰੂ ਨਾਨਕ ਦਾ ਲੰਗਰ ਚੱਲਦਾ ਜੀ। ਮਾਤਾ ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ, ਮਾਤਾ ਧਰਮ ਕੌਰ ਜੀ, ਜਦੋਂ ਨਹੀਂ ਮੁਗਲ ਉਸਮਾਨ ਖਾਨ ਭਾਈ ਤਾਰੂ ਸਿੰਘ ਨੂੰ ਲੈਣ ਆਉਂਦੇ ਆ, ਤਾਂ ਜਦੋਂ ਲੈਣ ਆਉਂਦੇ ਆ ਤਾਂ ਕਹਿੰਦੇ ਸੀ ਭਾਈ ਤਾਰੂ ਸਿੰਘ ਨੂੰ ਲੈਣ ਆਏ ਆ, ਵੀ ਕਮ ਟੂ ਕਲੈਕਟ ਭਾਈ ਤਾਰੂ ਸਿੰਘ, ਅਰੈਸਟਡ, ਗ੍ਰਿਫਤਾਰ ਕਰਨਾ। ਤਾਂ ਮਾਤਾ ਜੀ ਨੇ ਕੀ ਕਿਹਾ ਸੀ ਉਹਨਾਂ ਨੂੰ, ਤੁਸੀਂ ਪ੍ਰਸ਼ਾਦਾ ਛਕ ਲਓ, ਪ੍ਰਸ਼ਾਦਾ ਛਕ ਲਓ। ਉਹ ਕਹਿੰਦੇ ਸੀ ਬਾਗੀਆਂ ਦੇ ਘਰੋਂ ਪ੍ਰਸ਼ਾਦਾ ਨਹੀਂ ਖਾਣਾ ਨਹੀਂ ਖਾ ਸਕਦੇ। We can't eat food from a house of fugitives, from people who are against, from rebels. ਤਾਂ ਮਾਤਾ ਜੀ ਕਹਿੰਦੇ ਬਾਗੀਆਂ ਦਾ ਘਰ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ ਤੇ ਗੁਰੂ ਨਾਨਕ ਦਾ ਲੰਗਰ ਚੱਲਦਾ। ਕਦੀ ਇਹ ਸੋਚ ਸਾਡੇ ਚ ਤੇ ਕਿੰਨੀ ਬਰਕਤ ਪੈ ਸਕਦੀ ਘਰ ਵਿੱਚ। ਬਰਕਤ means how much abundance, blessings you can get. ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ। ਗ੍ਰਹਿ ਹੁੰਦਾ ਘਰ, ਫੈਮਿਲੀਜ਼। ਇੱਥੇ ਹੁਣ ਇੱਥੇ ਇਸ਼ਾਰਾ ਹੈ ਕਿ ਗ੍ਰਹਿ ਦਾ ਮਤਲਬ ਇੱਥੇ ਆ ਫੈਮਿਲੀ। ਜਿੱਦਾਂ ਅਸੀਂ ਘਰ ਵਾਲੀ ਕਹਿ ਲੈਂਦੇ ਆ, ਤੁਹਾਡੇ ਕਿੰਨੇ ਘਰ 'ਚ ਕਿੰਨੇ ਜੀ ਆ। ਜਿਹੜੇ ਇੱਕ ਬਿਲਡਿੰਗ ਦੀ ਗੱਲ, ਮੰਦਰ ਬਿਲਡਿੰਗ ਦੀ ਗੱਲ, ਅੰਦਰ ਰਹਿਣ ਵਾਲੀ ਨੂੰ ਗੱਲ ਹੋ ਗਈ ਆ। ਜੇ ਬਾਈ ਚਾਂਸ ਸਾਰੇ ਨਹੀਂ ਰਹਿੰਦੇ ਖੁਸ਼ੀ ਫੈਮਿਲੀ ਨਾਲ, ਇਫ ਯੂ ਲਿਵ ਹੈਪੀਲੀ ਵਿਦ ਯੋਰ ਫੈਮਿਲੀ, ਹੋ ਸਕੇ ਤੁਸੀਂ ਆਪਣਾ ਵਾਰ ਖੁਸ਼ੀ 'ਚ ਰਹਿੰਦੇ ਆ, ਕਹਿੰਦੇ 8 ਪਹਿਰ ਸਿਮਰੋ ਤਿਸ ਰਸਨਾ। ਆਪਣੇ ਮੂੰਹ ਦੇ ਨਾਲ, ਜੀਭ ਦੇ ਨਾਲ ਨੂੰ ਚੇਤੇ ਕਰੋ, ਰਿਮੈਂਬਰ ਵਿਦ ਯੋਰ ਟੰਗ। ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਰਸ ਭੋਗ ਹੁੰਦੇ ਆ ਮਤਲਬ ਖੁਸ਼ੀਆਂ।
ਕਹਿੰਦੇ ਬੜਾ ਆਨੰਦ ਮਾਣਿਆ, ਬੜੇ ਖੁਸ਼ੀਆਂ ਇੰਜੋਇਮੈਂਟ ਕੀਤੀ ਜ਼ਿੰਦਗੀ ਦੇ ਵਿੱਚ। ਕਹਿੰਦੇ ਜੇ ਤੇਰੀ ਜ਼ਿੰਦਗੀ 'ਚ ਕੋਈ ਇੰਜੋਇਮੈਂਟ ਆ, ਖੁਸ਼ੀ ਆ, ਕੋਈ ਚਾਹ ਆ, ਤਾਂ ਕਹਿੰਦੇ ਫਿਰ ਉਹਨੂੰ ਧਿਆਨ, ਉਹਨੂੰ ਚੇਤੇ ਕਰ ਜਿਹਨੂੰ ਚੇਤੇ ਕਰਨ ਜੋਗਾ ਆ, ਉਹਨੂੰ ਚੇਤੇ ਕਰ। ਸੋ ਅੱਗੇ 'ਚ ਆਪਣਾ ਟਾਈਮ ਹੋਣ ਵਾਲਾ ਹੈ। ਗੁਰੂ ਕਿਰਪਾ ਕਰ, ਬੋਲੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਖਰੀ ਬੇਨਤੀ ਦੀ ਸਮਾਪਤੀ ਹੋ ਜੀ। 5ਵਾਂ ਪੁਆਇੰਟ ਸੀ, ਪਹਿਲਾ ਸੀ ਪਹਾੜਾ ਬਣਨਾ, ਐਕਸੈਪਟੈਂਸ। ਦੂਜਾ ਸੀ ਚੜ੍ਹਦੀ ਕਲਾ ਸੋਚ, ਪੋਜ਼ਿਟਿਵ ਥਿੰਕਿੰਗ। ਤੀਜਾ ਸੀ ਚੇਤੇ ਯਾਦ ਹੈ ਜੀ, ਵੰਡਣਾ ਹੀ ਜੀਵਨ ਹੋ ਜਾਵੇ, ਸ਼ੈਰਿੰਗ ਬਿਕਮ ਲਾਈਫ। ਤਾਂ ਜਿਹੜਾ ਚੌਥਾ ਸੀ ਸ਼ੁਕਰਾਨਾ। ਤਾਂ ਆਖਰੀ ਹੈਗਾ ਭੁੱਲਣ ਲਈ ਮਾਫ ਕਰਨਾ, forgive to forget। ਗੁਰਬਾਣੀ ਚਾਹੁੰਦਾ ਆ ਖਿਮਾ ਗਈ ਬ੍ਰਤ ਸੀਲ ਸੰਤੋਖਣ। ਰੋਜ਼ੇ ਸ਼ੁਰੂ ਹੋ ਗਏ ਜੀ, ਸੈਟਰਡੇ ਰਮਜ਼ਾਨ ਸ਼ੁਰੂ ਹੋ ਗਿਆ, ਪੀਪਲ ਫਾਸਟਿੰਗ। ਗੁਰੂ ਨਾਨਕ ਪਾਤਸ਼ਾਹ ਪੁੱਛੇ, ਪਾਤਸ਼ਾਹ ਜੀ ਵਰਤ ਰੱਖਣਾ ਚਾਹੀਦਾ ਆ, ਰੋਜ਼ਾ ਰੱਖਣਾ ਚਾਹੀਦਾ, should be fast? ਤਾਂ ਪਾਤਸ਼ਾਹ ਕਹਿੰਦਾ ਹਾਂ ਕਰਨਾ ਚਾਹੀਦਾ। ਕਹਿੰਦਾ ਅੱਛਾ ਠੀਕ ਆ, ਮੈਂ ਵੀ ਨਹੀਂ ਕੁਝ ਖਾਊਗਾ ਤੇ ਫਿਰ ਰਾਤ ਨੂੰ ਚੰਗਾ ਖਾਓ ਪੀਓਗੇ। ਉਹ ਨਹੀਂ, ਮੈਂ ਤਾਂ ਹੋਰ ਕੁਝ ਕਰ ਰਿਹਾ। ਕਹਿੰਦਾ ਮਹਾਰਾਜ ਕਿਹੜੀਆਂ ਗੱਲਾਂ ਤੁਸੀਂ ਕਰਦੇ ਆ? ਕਹਿੰਦਾ ਖਿਮਾ ਗਈ ਬ੍ਰਤ ਹੁੰਦਾ ਵਰਤ, ਫਾਸਟ। ਕਹਿੰਦਾ ਪੁੱਤ ਖਿਮਾ, ਜਿਹੜਾ ਖਿਮਾ ਨਹੀਂ ਕਰ, ਖਿਮਾ ਦਾ ਸੁਭਾਅ ਬਣਾ ਲਵੇ ਕੋਈ ਬੰਦਾ, ਖਿਮਾ ਧਾਰਨ ਕਰ ਲਵੇ, ਗਈ ਧਾਰਨ ਕਰਨਾ। someone who adopts forgiveness becomes a forgiving person। ਉਹਦਾ ਸੁਭਾਅ ਹੀ ਮਾਫ ਕਰਨ ਵਾਲਾ ਬਣ ਜਾਵੇ, ਖਿਮਾ ਕਰਨ ਵਾਲਾ, forgiving attitude ਵਾਲਾ ਬੰਦਾ ਬਣ ਜਾਵੇ। ਕਹਿੰਦਾ ਉਹ ਵਰਤ ਰੱਖਦਾ ਹੈ। ਵਰਤ ਮਤਲਬ ਕੋਈ ਚੀਜ਼ ਛੱਡਣੀ ਆ। ਮੈਂ ਕਿਹਾ ਭਾਈ ਸਾਹਿਬ ਮੈਂ ਨਹੀਂ ਖਾ ਨਹੀਂ ਰਿਹਾ, ਮੈਂ ਫਾਸਟ ਕਰ ਰਿਹਾ। ਅੱਜ ਕੱਲ੍ਹ ਹੈਲਥ ਕਰਕੇ ਵੀ ਕਈ ਫਾਸਟ ਕਰਦੇ, 16 ਘੰਟੇ ਖਾਂਦੇ ਨਹੀਂ ਇੱਧਰ। ਐਨੀਵੇ, ਤਾਂ ਜਿਹੜਾ ਬੰਦਾ ਖਿਮਾ ਕਰਦਾ ਹੈ, ਉਹਨੂੰ forgives, ਉਹਦਾ ਫਾਸਟ, ਉਹਦਾ ਵਰਤ ਕੀ ਆ, ਉਹ ਕੀ ਛੱਡਦਾ ਆ? ਗੁੱਸਾ ਛੱਡਦਾ ਆ, ਗੁੱਸਾ ਛੱਡਦਾ। ਜਿਹੜਾ ਬੰਦਾ ਨਹੀਂ ਮਾਫ ਕਰਦਾ, ਉਹ ਗੁੱਸਾ ਛੱਡਣਾ ਪੈਣਾ ਆ। ਗੁੱਸਾ ਛੱਡਦਾ ਤਾਂ ਆਪਣਾ ਡਰ ਵੀ ਛੱਡਦਾ ਆ। ਡਰਦਾ ਨਹੀਂ ਤਾਂ ਉਹ ਛੱਡ ਦਿੰਦਾ ਕਿ ਨਹੀਂ ਅੱਗੇ ਆਪਣੀ ਜਿਹੜੇ ਆਪਣੀ ਖਿੱਚ ਆ ਉਹ ਵੀ ਛੱਡ ਦਿੰਦਾ ਆ। ਸੀਲ ਇਹੀ ਤੇਰਾ ਉੱਚਾ ਆਚਰਣ ਹੈ। ਦਿਸ ਇਜ਼ ਯੋਰ ਹਾਈ ਕੈਟ। ਸੰਤੋਖਣ, ਇਹਦੇ ਨਾਲ ਤੇ ਬੰਦੇ ਸੰਤੋਖ, ਸੈਟਿਸਫੈਕਸ਼ਨ ਮਿਲਦੀ ਆ। ਅੱਗੇ ਸਮਾਪਤੀ ਆ, ਰੋਗ ਨਾ ਵਿਆਪੈ ਨਾ ਜੰਮ। ਕਹਿੰਦੇ ਜਿਹੜੇ ਬੰਦੇ ਨਹੀਂ ਮਾਫ ਕਰਦੇ ਆ, ਉਹਨੂੰ ਬਿਮਾਰ ਘੱਟ ਹੋਣਗੇ, ਬਿਮਾਰੀ ਨਹੀਂ ਲੱਗਦੀ, ਉਹ ਬੰਦਾ ਛੇਤੀ ਠੀਕ ਵੀ ਹੋ ਜਾਂਦੇ ਆ। ਮੁਕਤ ਪਏ ਪ੍ਰਭ ਰੂਪ ਨਾ ਰੇਖਣ, ਉਹ ਫ੍ਰੀ ਹੋ ਜਾਂਦੇ ਆ। ਸੱਚੀ ਗੱਲ, ਮਾਫ ਕਰਨਾ ਫ੍ਰੀ ਹੋ ਜਾਂਦੇ ਆ ਤਾਂ ਰੱਬ ਵਿੱਚ ਛੇਤੀ ਉਹ ਸਮਾ ਜਾਂਦੇ ਆ, ਰੱਬ ਦੇ ਵਿੱਚ ਲੀਨ ਹੋ ਜਾਂਦੇ ਆ। ਸ਼ਲੋਕ ਵਿੱਚ ਆਉਂਦਾ ਹੈ, ਆਖਰੀ ਪੰਕਤੀ ਦੇ ਵਿੱਚ ਵਿਚਾਰ ਕਰਨ ਦਿੰਦੇ ਆ, ਜਾਹਾ ਖਿਮਾ ਤੈ ਆਪ। ਕਹਿੰਦੇ ਜਿੱਥੇ ਅਸੀਂ ਕਿਸੇ ਨੂੰ ਮਾਫ ਕਰਨ ਤੇ ਰੱਬ ਆਪ ਵਰਤਦਾ ਹੈ। ਆਖਰ ਚ ਉਦਾਹਰਨ ਮੈਂ ਵਰਤ ਲਵਾਂ, ਗੱਲ ਸਮਝ ਆ ਜਾਵੇ। ਇਹ ਹੈਗੇ ਆ ਬਾਬਾ ਤੇਜਾ ਸਿੰਘ, ਜਿਹਨਾਂ ਬੜੂ ਸਾਹਿਬ ਸ਼ੁਰੂ ਕੀਤਾ ਸੀ। ਬਾਬਾ ਅਤਰ ਸਿੰਘ ਸੰਤ ਜੀ ਦੇ ਡਿਊਟੀ ਲਾਈ ਸੀ। ਇਹ ਕੈਂਬਰਿਜ ਯੂਨੀਵਰਸਿਟੀ ਵੀ ਗਏ ਸੀ, ਹਾਰਵਰਡ ਵੀ ਪੜ੍ਹੇ ਆ। ਬਾਬਾ ਜੀ ਆਏ ਅੰਮ੍ਰਿਤਸਰ, ਆਟਾ ਮੰਡੀ ਵਾਲੇ ਜਿਹੜੇ ਬਾਬਾ ਸ਼ਾਮ ਸਿੰਘ ਸੀ, ਉਹਨਾਂ ਕੋਲ ਗਏ ਮਹਾਂਪੁਰਸ਼ ਸੰਤ, ਤੇ ਕਹਿੰਦੇ ਬਾਬਾ ਜੀ ਮੈਂ ਆਪਣੀ ਰੂਹਾਨੀਅਤ ਵਿੱਚ ਪ੍ਰੋਗਰੈਸ਼ਨ ਕਰਨਾ, I want to progress spiritually, ਮੈਨੂੰ ਕੁਝ ਦੱਸੋ। ਕਹਿੰਦੇ ਜਾ ਲਾਹੌਰ ਉੱਤੇ ਇੱਕ ਮਹਾਂਪੁਰਸ਼ ਬੈਠੇ, ਸੰਤ ਬੈਠੇ ਆ। ਲਾਹੌਰ ਗਏ ਤੇ ਸੰਤ ਬਾਬਾ ਅਤਰ ਸਿੰਘ ਜੀ ਮਿਲੇ। ਉਹ ਕਹਿੰਦੇ ਬਾਬਾ ਜੀ ਮੈਂ ਰੂਹਾਨੀਅਤ ਮਾਰਗ ਦੇ ਵਿੱਚ, ਮੈਂ ਸਪਿਰਿਚੁਅਲ ਪਾਥ, I wish to progress, ਮੈਂ ਤਰੱਕੀ ਕਰਨਾ ਚਾਹੁੰਦਾ, ਕੁਝ ਬਚਨ ਕਰੋ। ਇੱਕੋ ਹੀ ਬਚਨ ਕੀਤਾ, ਕਹਿੰਦੇ ਜਿਨ੍ਹਾਂ ਨੇ ਤੈਨੂੰ ਕਦੀ ਜ਼ਿੰਦਗੀ ਵਿੱਚ ਨੂੰ ਦੁੱਖ ਦਿੱਤਾ ਮਾਫ ਕਰ ਦਿਓ, forgive them। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਬਸ ਇਹਨਾਂ ਕਰਕੇ ਭੋਜ ਦਿੱਤਾ। ਇਹ ਮੈਂ ਸੁਣਦਾ ਸੀ ਤੇ ਇੱਕ ਬੁੱਕ ਆ ਬੰਦਗੀ ਨਾਮਾ, ਭਾਈ ਰਘਬੀਰ ਸਿੰਘ ਵੀਰ। ਉਹ ਜੋ ਚੀਜ਼ ਆਪ ਦਾਸ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੀਤੀ, ਉਹੀ ਮੈਂ ਤੁਹਾਨੂੰ ਸ਼ੇਅਰ ਕਰਦਾ। ਕਰ ਉਪਦੇਸ਼ ਆਪ ਨਾ ਕਰੇ, ਆਪ ਜਾਣ ਜਿਵੇਂ ਮੇਰੇ ਨਾਮ ਨਾ ਹੋ ਜਾਵੇ, ਗੁਰੂ ਪਰ ਬਖਸ਼ ਪਾਤਸ਼ਾਹ। ਉਸ ਬੁੱਕ ਦੇ ਵਿੱਚ ਲਿਖਿਆ ਆ, ਸਵੇਰੇ ਉੱਠ ਕੇ ਨਹੀਂ ਮਾਫ ਕਰਨਾ ਕਿਸੇ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਜ਼ਿੰਦਗੀ ਵਿੱਚ। ਅੱਗੇ ਲਿਖਿਆ ਕਿਉਂ? ਕਹਿੰਦਾ ਜਿਹੜਾ ਮਾਫ ਕਰਨ ਵਾਲਾ ਦਿਲ ਵੱਡਾ ਹੋ ਜਾਂਦਾ, ਜਿਹਨਾਂ ਦਾ ਵੱਡਾ ਦਿਲ ਹੁੰਦਾ ਜੀ, ਅੱਡੇ ਕਹਾ ਵਿਸ਼ਾਲ ਦਿਲ, ਕਹਿੰਦਾ ਭਾਂਡਾ ਵੱਧ ਜਾਂਦਾ, ਭਾਂਡਾ ਵੱਡਾ ਹੋ ਜਾਂਦਾ ਤਾਂ ਗੁਰੂ ਦੀ ਕਿਰਪਾ ਹੋਰ ਮਿਲ ਜਾਂਦੀ ਆ।
ਤਾਂ ਦਾਸ ਨੇ ਕਰਕੇ ਦੇਖਿਆ ਤਾਂ ਸੱਚੀ ਗੱਲ ਹੈ, ਮਨ ਜ਼ਿਆਦਾ ਟੁਕਦਾ ਲੱਗਦਾ ਸਿਮਰਨ ਦੇ ਵਿੱਚ। ਯੂ ਟਰਾਈ ਫੋਰਗਿਵਿੰਗ, ਮਨ ਦੇ ਵਿੱਚ ਨਹੀਂ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਜਿਨ੍ਹਾਂ ਨੂੰ ਤੁਹਾਨੂੰ ਕਦੀ ਦੁੱਖ ਦਿੱਤਾ ਜ਼ਿੰਦਗੀ ਵਿੱਚ, ਉਹਨਾਂ ਦਾ ਚਿਹਰਾ ਸਾਹਮਣੇ ਆਪਣੇ ਦੇ ਵਿੱਚ ਫੋਟੋ ਬਣਾ ਲਓ, ਇੱਦਾਂ ਸਮਾਈਲ ਕਰਕੇ, ਨਹੀਂ ਕੋਈ ਸੜੀ ਜੀ ਫੋਟੋ ਹੋਵੇ ਉਹਨਾਂ ਦੀ, ਵਧੀਆ ਮਤਲਬ ਉਹ ਸਮਾਈਲ ਵਧੀਆ ਮਤਲਬ ਹੈਪੀ ਲੱਗਣ, ਤਾਂ ਹੱਥ ਜੋੜ ਕੇ ਤੁਸੀਂ ਵੀ ਸਮਾਈਲ ਵੀ ਤੁਸੀਂ ਮਤਲਬ ਮਜਬੂਰੀ ਕੋਈ ਧੱਕੇ ਨਾਲ ਤੁਹਾਡੇ ਤੋਂ ਕਰਾ ਰਿਹਾ, ਸਮਾਈਲ ਕਰਕੇ ਫਿਰ ਬੀਚ ਵਿੱਚ ਮੈਂ ਤੁਹਾਨੂੰ ਮਾਫ ਕਰ ਦਿੰਦਾ ਆ, ਮੈਂ ਮਾਫ, ਤੇ ਰੱਬ ਜੀ ਮੈਂ ਉਹਨਾਂ ਨੂੰ ਮਾਫ ਕਰਦਾ ਤੇ ਉਹਨਾਂ ਨੂੰ ਵੀ ਕਹਿ ਕੇ ਮੈਂ ਉਹਨਾਂ ਨੂੰ ਮਾਫ ਕਰਦਾ ਆ। ਤੇ ਇਹ ਤੋਂ ਵੱਡੀ ਹੋਰ ਗੱਲ ਆ, ਜਿਨ੍ਹਾਂ ਨੂੰ ਤੁਸੀਂ ਕਦੀ ਜ਼ਿੰਦਗੀ 'ਚ ਦੁੱਖ ਦਿੱਤਾ ਆ, ਉਹ ਥੋੜਾ ਜਿਹਾ ਹੋਰ ਧਿਆਨ ਦੇਣਾ ਪਊਗਾ। ਉੱਥੇ ਤੁਸੀਂ ਉਹਨਾਂ ਦੀ ਫੋਟੋ ਮਨ 'ਚ ਬਣਾ ਕੇ ਨਹੀਂ ਆਸ ਕਿ ਤੁਸੀਂ ਮੈਨੂੰ ਮਾਫ ਕਰਦੇ ਹੋ, ਵਾਹਿਗੁਰੂ ਤੁਸੀਂ ਮੈਨੂੰ ਮਾਫ, ਤੁਸੀਂ ਸੱਚੀ ਗੱਲ ਫੇਰ ਸਿਮਰਨ ਕਰੋ ਤਾਂ ਵਾਕਈ ਗੁਰੂ ਦੀ ਕਿਰਪਾ, ਜਾਹਾ ਖਿਮਾ ਤੇ ਆਪ ਪ੍ਰੈਕਟੀਕਲ ਚੀਜ਼ ਆ। ਆਖਰੀ ਇੱਕ ਲਾਸਟ ਚੀਜ਼ ਆ ਜੀ, ਇੱਕ ਦੋ ਬੰਦੇ ਤੁਰ ਰਹੇ ਆ ਇਕੱਠੇ ਫਰੈਂਡ, ਇੱਕ ਬੰਦਾ ਰੇਤਾ 'ਚ ਤੁਰ ਰਿਹਾ ਤੇ ਬੰਦੇ ਨੇ ਖਿੱਚ ਆ ਗਈ, ਗਰਮੀ ਬਹੁਤ ਸੀ, ਤੁਰਦੇ ਇਕੱਲੇ ਪਾਣੀ ਪੀਤਾ ਨਹੀਂ, ਤੁਰਦੇ ਪਤਾ ਨਹੀਂ ਕੋਈ ਸ਼ਹਿਰ ਸ਼ੂਰ ਮਿਲਣਾ ਆ, ਕਿਤੇ ਕੋਈ ਬੰਦਾ ਕੋਈ ਲੱਭਣਾ ਆ, ਮਿਲਣਾ ਆ, ਖਿੱਚ ਆਈ ਤੇ ਦੂਜੇ ਨੇ ਆਪਣੇ ਫਰੈਂਡ ਨੂੰ ਥੱਪੜ ਮਾਰੀ, ਸਲੈਪਟ ਹਿਮ। ਓ ਮਾਈ ਗॉड, ਕਹਿੰਦਾ ਮੈਨੂੰ ਬਿਨਾਂ ਮਤਲਬ ਥੱਪੜ ਮਾਰਿਆ, ਬਹੁਤ ਅਪਸੈਟ ਹੋਇਆ। ਉਹਨੇ ਪਤਾ ਕੀ ਕੀਤਾ, ਰੇਤੇ ਵਿੱਚ ਲਿਖਿਆ ਟੁਡੇ ਮਾਈ ਫਰੈਂਡ ਸਲੈਪਟ ਜੀ, ਅੱਜ ਮੇਰੇ ਦੋਸਤ ਨੇ ਮੈਨੂੰ ਥੱਪੜ ਮਾਰਿਆ, ਉਹਨੇ ਰੇਤੇ 'ਚ ਲਿਖ ਦਿੱਤਾ, ਇੰਨਾ ਗੁੱਸਾ ਸੀ ਉਹਦੇ ਵਿੱਚ। ਤੁਰਦੇ ਰਹੇ ਤੇ ਤੁਰਦੇ ਅੱਗੇ ਪਾਣੀ ਲੱਭ ਗਿਆ, ਉੱਥੇ ਉਹ ਢਾਬ ਸੀ, ਉੱਤੇ ਮਤਲਬ ਪਾਣੀ ਲੱਭ ਗਿਆ, ਤਾਂ ਉੱਥੇ there was an oasis, ਆਲੇ ਦੁਆਲੇ ਉੱਥੇ ਪੱਥਰ ਸੀ, ਪਾਣੀ ਸੀ, ਉੱਥੇ ਤਲਾਅ ਜਿਹਾ ਸੀ, ਉੱਥੇ ਅੰਦਰ ਚੱਲ ਗਏ ਇਸ਼ਨਾਨ ਕਰਨ। ਉਹ ਡੂੰਘਾ ਸੀ ਪਾਣੀ, ਉਹ ਜਿਹਨੇ ਅੱਗੇ ਥੱਪੜ ਖਾਧੀ ਸੀ ਉਹ ਡੁੱਬਣ ਲੱਗਾ, ਹੁਣ ਉਹ ਡੁੱਬਣ ਲੱਗਾ ਤਾਂ ਉਹ ਫਰੈਂਡ ਦੇਖੇ ਤਾਂ ਡੁੱਬ ਰਿਹਾ, ਪਾਣੀ ਡੂੰਘਾ ਆ, ਤਾਂ ਗਿਆ ਤਾਂ ਉਹਨੇ ਬਾਂਹ ਦੇਖ ਕੇ ਉਹਨੂੰ ਕੱਢਿਆ। ਉਹਨੇ ਕੀ ਕੀਤਾ, ਇੱਕ ਛੋਟਾ ਪੱਥਰ ਲੈ ਕੇ, ਨਹੀਂ ਛੋਟਾ ਰੋੜਾ ਲੈ ਕੇ, ਇੱਕ ਸਮੋਲ ਰੌਕ, ਉਹਨੂੰ ਲੈ ਕੇ ਤਿੱਖਾ ਸੀ, ਤਾਂ ਉਹਨੇ ਇੱਕ ਹੋਰ ਵੱਡੇ ਪੱਥਰ ਤੇ ਲਿਖ ਦਿੱਤਾ, ਅੱਜ ਮੇਰੇ ਦੋਸਤ ਨੇ ਮੇਰੀ ਜਾਨ ਬਚਾਈ, ਟੁਡੇ ਮਾਈ ਫਰੈਂਡ ਸੇਵਡ ਮਾਈ ਲਾਈਫ। ਹੁਣ ਇਹਦੇ ਵਿੱਚ ਮੈਸੇਜ ਆ, ਦੁੱਖ ਦੇਣ ਵੇਲੇ ਰੇਤੇ 'ਚ ਲਿਖ ਦਿਓ ਟੈਂਪਰੀ, ਲਿਖ ਦਿੱਤਾ, ਗੁੱਸਾ ਕੱਢ ਦਿੱਤਾ, ਬਸ ਫੋਰਗੇਟ। ਤਾਂ ਜੇ ਕਿਸੇ ਚੰਗਾ ਤੁਹਾਡੇ ਜ਼ਿੰਦਗੀ 'ਚ ਕੀਤਾ, ਰੇਤੇ 'ਚ ਨਾ ਲਿਖੋ, ਪੱਥਰ 'ਚ ਲਿਖਿਓ, ਸਦਾ ਯਾਦ ਰੱਖਿਓ। ਇਹ ਬਹੁਤ ਪਿਆਰੀ ਛੋਟੀ ਛੋਟੀ ਉਦਾਹਰਨਾਂ ਦੇ ਮਨ ਨੂੰ ਸਮਝਾਉਣ ਵਾਸਤੇ, ਜਾਹ ਖਿਮਾ ਤੇ ਆਪ ਆ। ਪਰ ਇਹਨੇ ਏਦਾਂ ਕੀਤਾ ਸੀ, ਤੁਹਾਨੂੰ ਪਤਾ ਨਹੀਂ ਏਦਾਂ ਕੀਤਾ ਸੀ, ਉਹ ਰੇਤੇ 'ਚ ਲਿਖ ਦਿਓ, ਕੱਢ ਦਿਓ, ਭਰਾਸ ਕੱਢ ਦਿਓ, ਕੋਈ ਗੱਲ ਕਹਿ ਦਿਓ, ਪਰ ਰੇਤੇ ਵਿੱਚ। ਤਾਂ ਕਦੀ ਇਹਨਾਂ ਜਿਹਨੇ ਤੁਹਾਡੇ ਕਿਤੇ ਮਦਦ ਕੀਤੀ ਆ, ਉਹਨੂੰ ਕਦੀ ਭੁੱਲਿਓ ਨਾ। ਸੋ ਗੁਰੂ ਸਾਹਿਬ ਦਾ ਤਾਂ ਕਿਸੇ ਹੋਰ ਪਿਆਰ ਸੀ, ਇੰਨੇ ਕੁ ਬੇਨਤੀਆਂ ਸੀ। ਸੋ ਅੱਜ ਆਪਣੇ ਬਿਨ ਗੁਣ ਕੀਤੇ ਭਗਤ ਮਤ ਵਿੱਚ ਰਤਨ ਜਵਾਹਰ ਮਾਨ, ਜੇ ਗੁਰ ਕੀ ਸਿੱਖ ਸੁਣੀ, ਗੁਰ ਕਾ ਸ਼ਬਦ ਰਤਨ ਹੈ। ਤੇ ਕੀ ਸੀ ਅੱਜ ਪਹਿਲਾ ਸੀ ਸਾਧ ਸੰਗਤ ਜੀ, ਪਹਿਲਾ ਕੀ ਸੀ ਆਪਣਾ, ਪਹਿਲਾ ਗੁਣ ਭਾਣਾ ਮੰਨਣਾ, ਐਕਸੈਪਟਿੰਗ ਵਿਲ। ਦੂਜਾ ਸੀ ਸਾਧ ਸੰਗਤ ਜੀ ਚੜ੍ਹਦੀ ਕਲਾਸ ਵਿੱਚ ਪੋਜ਼ਿਟਿਵ ਥਿੰਕਿੰਗ, ਜਾਂ ਤੀਜਾ ਸੀ ਜੀਵਨ ਹੀ ਵੰਡਣਾ ਹੀ ਜੀਵਨ ਹੋ ਜਾਵੇ, ਸ਼ੇਅਰ ਲਿਵਿੰਗ ਇਜ਼ ਗਿਵਨ। ਚੌਥਾ ਸੀ ਸ਼ੁਕਰਾਨਾ ਕਰਨਾ, ਤੇ ਪੰਜਵਾਂ ਸੀ ਫੋਰਗਿਵਨੈਸ, ਮਾਫ ਕਰਨਾ। ਇਹ ਪੰਜ ਚੀਜ਼ਾਂ ਵਿੱਚ ਉਹਨੇ ਸੀ ਲੈ ਜੇ ਆਪਣਾ ਹੋਮਵਰਕ ਤੌਰ ਤੇ, ਕੋਈ ਪੂਰਾ ਤਾਂ ਕੋਈ ਨਹੀਂ, ਤੇ ਸ਼ਾਇਦ ਗੁਰੂ ਸਾਹਿਬ ਬਖਸ਼ਿਸ਼ ਹੋਰ ਸਾਨੂੰ ਬਖਸ਼ ਦੇਣ। ਭੁੱਲ ਜੀ ਖਿਮਾ ਕਰਨੀ, ਅਬ ਟਾਈਮ ਮੈਨੂੰ ਪਤਾ ਨਹੀਂ ਲੱਗਿਆ ਕਿ ਕਿੰਨਾ ਕਿ ਆਸਿਫ ਜੀ ਟਾਈਮ ਵਿੱਚ ਸੀ, ਜੇ ਮਾਂ ਜ਼ਿਆਦਾ ਲੱਗੇ ਖਿਮਾ ਮੰਗਦਾ ਜੀ। ਬਹੁਤ ਧੰਨਵਾਦ ਸਾਧ ਸੰਗਤ ਦਾ, ਅਸੀਸ ਬਖਸ਼ੇ ਪਾਤਸ਼ਾਹ, ਅਸੀਂ ਬੜੇ ਪਿਆਰੇ ਤੇਰੇ ਬਣ ਸਕੇ, ਤੁਸੀਂ ਬਹੁਤ ਪਿਆਰੇ ਆ, ਅਸੀਂ ਤੁਹਾਡੇ ਪਿਆਰੇ ਦੇ ਪਿਆਰੇ ਬਣ ਸਕੀਏ, ਤਾਂ ਮਾਰੇ ਕਿਰਪਾ ਕਰਨ, ਸਾਡੇ 'ਚ ਔਗਣ ਨਾ ਚਿਤਾਰਿਓ ਪਾਤਸ਼ਾਹ ਜੀਓ, ਕਿਰਪਾ ਕਰਕੇ ਮਹਾਰਾਜ ਸਾਡੇ ਵਿੱਚ ਵੀ ਗੁਣ ਬਖਸ਼ ਦਿਓ, ਕਿਰਪਾ ਕਰਨੇ ਹਰ ਜੀਓ ਨਿਮਾਣਿਆ ਤੂੰ ਮਾਣ ਚੀਜ਼ ਕਰੀ ਮੇਰੇ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਪੁਰਚਕ ਮਾਫ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।